ਤੇ ਅਸੀਂ ਹਮੇਸ਼ਾ ਕਹਿੰਦੇ ਹਾਂ ਪਹਿਲਾ ਪ੍ਰਕਾਸ਼ ਪੁਰਬ। ਆਪਾਂ ਸਾਰੇ ਅਦਬ ਸਤਿਕਾਰ ਸਹਿਤ ਮਨਾ ਰਹੇ ਹਾਂ। ਇਲਾਕਾ ਨਿਵਾਸੀ ਸੰਗਤ, ਪ੍ਰਬੰਧਕ ਵੀਰਾਂ ਨੇ ਯਤਨ ਕੀਤਾ ਕਿ ਅਸੀਂ ਗੁਰੂ ਬਾਬੇ ਦੀਆਂ ਕਥਾ ਕਹਾਣੀਆਂ ਗੁਰੂ ਦੀ ਗੋਦ ਵਿੱਚ ਬੈਠ ਕੇ ਸ਼ਰਵਣ ਕਰੀਏ। ਵੈਸੇ ਕਥਾ ਦਾ ਮਾਹੌਲ ਤੁਸੀਂ ਵੇਖਿਆ, ਆਮ ਕਰਕੇ ਕਥਾ ਹੁੰਦੀ ਹੈ ਬੈਠ ਕੇ ਆਰਾਮ ਨਾਲ, ਪਰ ਕਥਾ ਦੇ ਨਾਲ ਨਾਲ ਮੈਂ ਚਾਹੁੰਦਾ ਕਿ ਆਪਾਂ ਰਲ ਮਿਲ ਕੇ ਇੱਕ ਸੰਵਾਦ ਕਰੀਏ, ਵਿਚਾਰ ਕਰੀਏ। ਕਥਾ ਬਹੁਤ ਵਾਰ ਹੁੰਦੀ ਹੈ ਔਰ ਬਹੁਤ ਵਾਰ ਤੁਸੀਂ ਕਥਾ ਸੁਣਦੇ ਰਹਿੰਦੇ ਹੋ। ਮੈਂ ਵੀ ਘੰਟਾ ਸਵਾ ਘੰਟਾ ਲਾ ਦਿਆਂਗਾ, ਕਥਾ ਕਰ ਦਿਆਂਗਾ। ਕਈਆਂ ਨੂੰ ਗੱਲ ਸਮਝ ਆ ਜਾਏਗੀ, ਕਈਆਂ ਨੂੰ ਨਹੀਂ ਵੀ ਆਏਗੀ, ਤੇ ਆਪਾਂ ਬੈਠੇ ਰਹਾਂਗੇ। ਹੋਰ ਕਰ ਵੀ ਕੀ ਸਕਦੇ ਹਾਂ, ਜਦੋਂ ਕਥਾ ਚੱਲ ਰਹੀ ਹੈ ਤੇ ਆਪਾਂ ਦੀ ਮਜਬੂਰੀ ਬਣਦੀ ਹੈ ਵੀ ਆਪਾਂ ਸੁਣਨਾ ਹੀ ਹੁੰਦਾ ਬਹਿ ਕੇ। ਅਸਲ ਵਿੱਚ ਗੁਰਦੁਆਰੇ ਅਸੀਂ ਗੁਰੂ ਦੀ ਗੱਲ ਨੂੰ ਸਮਝਣ ਆਉਂਦੇ ਹਾਂ। ਕੋਸ਼ਿਸ਼ ਕਰਿਓ ਆਪਾਂ ਪਿਆਰ ਨਾਲ ਬਾਬੇ ਦੀ ਬਾਤ ਨੂੰ ਸਮਝੀਏ। ਥੋੜੇ ਸਮੇਂ ਬਾਅਦ ਜਦੋਂ ਸਮਾਪਤੀ ਹੋਏਗੀ, ਆਪਾਂ ਸਮੇਂ ਵਿੱਚ ਰਵਾਂਗੇ। ਜੇ ਕਿਸੇ ਵੀਰ ਭਰਾ ਦਾ ਕੋਈ ਸਵਾਲ ਹੋਇਆ ਨਾ, ਤੁਹਾਡੇ ਮਨ ਵਿੱਚ ਕੋਈ ਗੱਲ ਹੋਈ, ਸੁਹਿਰਦਤਾ ਦੇ ਨਾਲ, ਸਿੱਖਣ ਦੀ ਭਾਵਨਾ ਨਾਲ, ਸਮਝਣ ਦੀ ਭਾਵਨਾ ਨਾਲ, ਤੁਸੀਂ ਆਪਣੇ ਆਪਣੇ ਥਾਂ ਤੇ ਬਹਿ ਕੇ ਸਵਾਲ ਵੀ ਕਰ ਸਕਦੇ ਹੋ। ਅਸੀਂ ਲੰਮੇ ਸਮੇਂ ਤੋਂ ਕੀ ਕੀਤਾ ਹੈ, ਅਸੀਂ ਸਿਰਫ ਤੇ ਸਿਰਫ ਗੁਰਦੁਆਰੇ ਆਉਂਦੇ ਹਾਂ, ਮੱਥਾ ਟੇਕਦੇ ਹਾਂ, ਜੋ ਵੀ ਰੂਟੀਨ ਉੱਥੋਂ ਦਾ ਹੁੰਦਾ ਹੈ, ਜੋ ਪ੍ਰੋਗਰਾਮ ਲਿਖਿਆ ਜਾਂਦਾ ਹੈ, ਉਹਨੂੰ ਉਸੇ ਤਰ੍ਹਾਂ ਸੁਣਦੇ ਹਾਂ, ਹੁਣ ਘਰਾਂ ਨੂੰ ਚਲੇ ਜਾਂਦੇ ਹਾਂ। ਅਸੀਂ ਬਹੁਤਾ ਸਮਝਣ ਸਮਝਾਉਣ ਵਾਲੇ ਬੰਨੇ ਧਿਆਨ ਨਹੀਂ ਦਿੰਦੇ। ਸੋ ਇਸ ਲਈ ਆਓ ਕੋਸ਼ਿਸ਼ ਕਰੀਏ ਆਪਾਂ ਰਲ ਮਿਲ ਕੇ ਸਮਝਣ ਦਾ। ਅਸੀਂ ਬਾਣੀ ਨੂੰ, ਇਤਿਹਾਸ ਨੂੰ ਜਾਣਨ ਦਾ ਯਤਨ ਕਰੀਏ। ਇੱਕ ਵਾਰ ਗੁਰੂ ਬਖਸ਼ਿਸ਼ ਦੁਹਰਾ ਲਈਏ। ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਬੈਠੇ ਹਾਂ। ਬੜੇ ਪਿਆਰ ਨਾਲ ਵੀਰ ਅਵਤਾਰ ਸਿੰਘ ਜੀ ਆਪ ਜੀ ਨੂੰ ਗੁਰੂ ਜਸ ਕੀਰਤਨ ਸ਼ਰਵਣ ਕਰਵਾ ਰਹੇ ਸਨ ਆਪਣੇ ਸਾਥੀਆਂ ਸਮੇਤ। ਉਹਦੇ ਤੋਂ ਬਾਅਦ ਮੇਰੇ ਛੋਟੇ ਵੀਰ ਰਾਜਵਿੰਦਰ ਸਿੰਘ, ਜਿਨ੍ਹਾਂ ਨੇ ਕਬੀਰ ਸਾਹਿਬ ਜੀ ਦੇ ਇੱਕ ਪਾਵਨ ਸਲੋਕ ਦੀ ਵਿਚਾਰ ਆਪ ਜੀ ਦੇ ਸਨਮੁਖ ਰੱਖੀ ਹੈ। ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗੁਣ ਕਰੈ, ਕਾਹੇ ਕੀ ਕੁਸਲਾਤ। ਕੁਸਲਾਤ ਸ਼ਬਦ ਹੁੰਦਾ ਹੈ ਕੁਸਲ ਪੂਰਵਕ। ਜਿਵੇਂ ਤੁਸੀਂ ਇੱਥੇ ਯੂਪੀ ਦੇ ਵੀਰ ਹੋ ਤੇ ਤੁਹਾਨੂੰ ਬੜੀ ਛੇਤੀ ਗੱਲ ਸਮਝ ਆ ਜਾਣੀ ਹੈ। ਬਹੁਤ ਸਾਰੇ ਸ਼ਬਦ ਠੇਠ ਇੱਥੋਂ ਦੀ ਭਾਸ਼ਾ ਦੇ ਬਾਣੀ 'ਚ ਵਰਤੇ। ਜਿਵੇਂ ਤੁਸੀਂ ਕਿਸੇ ਨੂੰ ਮਿਲਦੇ ਹੋ ਤੇ ਪੁੱਛਦੇ ਹੋ ਕੁਸਲ ਮੰਗਲ ਹੈ ਸਭ, ਵੀ ਠੀਕ ਠਾਕ। ਪੰਜਾਬੀ 'ਚ ਪੁੱਛਦੇ ਹਾਂ ਵੀ ਠੀਕ ਠਾਕ ਹੈ। ਹਿੰਦੀ 'ਚ ਕੁਸਲ ਮੰਗਲ, ਵੀ ਸੁੱਖ ਸ਼ਾਂਤ ਹੈ। ਹੁਣ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਮਨ ਜਾਣਦਾ, ਤੇ ਜਾਣਦਿਆਂ ਹੋਇਆਂ ਵੀ ਇਹ ਉਹ ਕਰਦਾ ਜੋ ਠੀਕ ਨਹੀਂ ਹੈ, ਤੇ ਫਿਰ ਕੁਸਲ ਮੰਗਲ ਕਿਵੇਂ ਰਹੇਗਾ? ਨਾਲੇ ਸੋਚਦਾ ਹੈ ਵੀ ਸੁੱਖ ਸ਼ਾਂਤ ਰਵੇ, ਤੇ ਸੁੱਖ ਸ਼ਾਂਤ ਤੇ ਤਾਂ ਹੀ ਰਹੇਗੀ ਨਾ ਜੇ ਮਨ ਉਹ ਗੱਲਾਂ ਛੱਡੇਗਾ ਜਿਹੜੀਆਂ ਠੀਕ ਨਹੀਂ ਹਨ। ਤੇ ਇਸ ਦੀ ਵਿਚਾਰ ਵੀਰ ਤੁਹਾਡੇ ਨਾਲ ਕਰ ਰਹੇ ਸਨ। ਆਪ ਜੀ ਦੇ ਨਾਲ ਇਤਿਹਾਸ ਔਰ ਬਾਣੀ ਦੀ ਕੁਝ ਬਾਤ ਮੈਂ ਪਾਵਾਂ ਇਹਦੇ ਤੋਂ ਪਹਿਲਾਂ ਇੱਕ ਵਾਰ ਗੁਰੂ ਬਖਸ਼ਿਸ਼ ਦੁਹਰਾਈਏ। ਸਾਰੇ ਪਿਆਰ ਨਾਲ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੇ ਧੀਆਂ ਅਤੇ ਪੁੱਤਰੋ, ਤੁਸੀਂ ਬਹੁਤ ਖੁਦਕਿਸਮਤ ਲੋਕ ਹੋ ਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵਰਗਾ ਕੀਮਤੀ ਖਜ਼ਾਨਾ ਹੈ। ਅਸੀਂ ਬਹੁਤ ਖੁਦਕਿਸਮਤ ਲੋਕ ਹਾਂ। ਹਾਰੀ ਸਾਰੀ ਨੂੰ ਚੰਗਾ ਪਿਓ ਨਸੀਬ ਨਹੀਂ ਹੁੰਦਾ, ਤੇ ਹਾਰੀ ਸਾਰੀ ਬੱਚੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਵੀ ਉਹ ਪਿਓ ਦੀਆਂ ਲੀਹਾਂ ਤੇ ਚੱਲ ਸਕੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਵਰਗਾ ਪਿਤਾ ਹੋਣਾ ਬਹੁਤ ਮਾਣ ਵਾਲੀ ਗੱਲ ਹੈ। ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਬਿੰਦੀ ਪੁੱਤਰ ਨਹੀਂ ਹਾਂ, ਅਸੀਂ ਨਾਦੀ ਪੁੱਤਰ ਹਾਂ। ਇੱਕ ਹੁੰਦਾ ਹੈ ਬਿੰਦੀ ਪੁੱਤਰ, ਇੱਕ ਹੁੰਦਾ ਹੈ ਨਾਦੀ ਪੁੱਤਰ। ਬਿੰਦੀ ਪੁੱਤਰ ਦਾ ਅਰਥ ਹੁੰਦਾ ਹੈ ਜਿਹੜਾ ਖੂਨ ਤੋਂ ਹੋਵੇ, ਖੂਨ ਦਾ ਰਿਸ਼ਤਾ, ਤੇ ਨਾਦੀ ਹੁੰਦਾ ਹੈ ਜਿਹੜਾ ਬੋਲਾਂ ਦਾ ਰਿਸ਼ਤਾ ਹੁੰਦਾ ਜਿਹਦੇ ਨਾਲ। ਉਹਦਾ ਖੂਨ ਦਾ ਰਿਸ਼ਤਾ ਨਹੀਂ ਹੁੰਦਾ, ਉਹਦਾ ਬੋਲਾਂ ਦਾ ਰਿਸ਼ਤਾ। ਸਾਡਾ ਗੁਰੂ ਨਾਨਕ ਸਾਹਿਬ ਜੀ ਨਾਲ ਰਿਸ਼ਤਾ ਕਾਹਦਾ? ਬੋਲਾਂ ਦਾ। ਅਸੀਂ ਸਾਰੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਕਿਉਂ ਬੈਠੇ ਹਾਂ? ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਬੜੇ ਕੀਮਤੀ ਨੇ। ਉਹਨਾਂ ਨੇ ਬੋਲਾਂ ਰਾਹੀਂ ਸਾਨੂੰ ਆਪਣੇ ਪੁੱਤ ਬਣਾਇਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਸ੍ਰੀ ਚੰਦ ਤੇ ਲਖਮੀ ਦਾਸ ਨੇ ਜਨਮ ਲਿਆ, ਪਰ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਲਹਿਣਾ ਜੀ ਨੇ ਸਮਝਿਆ ਨਾ, ਇਵੇਂ ਸ੍ਰੀ ਚੰਦ ਤੇ ਲਖਮੀ ਦਾਸ ਨੇ ਨਹੀਂ ਸਮਝਿਆ। ਫਰਕ ਪਿਆ ਨਾ ਦੋਵਾਂ ਦੇ ਸਮਝਣ ਵਿੱਚ।
ਔਰ ਇਹ ਬੜੀ ਵੱਡੀ ਕਰਾਮਾਤ ਵਾਲੀ ਗੱਲ ਸੀ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਪਣੀ ਜਗ੍ਹਾ ਤੇ ਫਿਰ ਇਸ ਕਰਕੇ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਨਹੀਂ ਬਿਠਾਤਾ ਵੀ ਇਹ ਮੇਰੇ ਪੁੱਤ ਨੇ। ਜੇ ਸਮਝਿਆ ਲੈਣੇ ਨੇ ਤੇ ਬਿਠਾਇਆ ਵੀ ਲੈਣੇ ਨੂੰ ਹੀ ਹੈ। ਇਹ ਨਹੀਂ ਵੀ ਹੁਣ ਚਲੋ ਨਹੀਂ ਸਮਝਿਆ ਕੋਈ ਗੱਲ ਨਹੀਂ, ਹੁਣ ਸ੍ਰੀ ਚੰਦ ਨੂੰ ਹੀ ਬਿਠਾ ਦਿੰਦੇ ਆ ਨਾ। ਇਹ ਦੁਨੀਆ ਦੇ ਅੰਦਰ ਵਿਲੱਖਣ ਬਾਤ ਸੀ। ਪਹਿਲੀ ਵਾਰ ਦੁਨੀਆ ਦੇ ਇਤਿਹਾਸ ਵਿੱਚ ਐਸਾ ਹੋਇਆ ਸੀ ਵੀ ਜੇ ਆਪਣੇ ਪੁੱਤ ਲਾਇਕ ਨਹੀਂ ਤੇ ਜਿਹੜਾ ਲਾਇਕ ਬੰਦਾ ਉਹਨੂੰ ਆਪਣੇ ਥਾਂ ਤੇ ਬਿਠਾਇਆ ਜਾਏ। ਅਜੇ ਤੱਕ ਨਹੀਂ ਹੋਇਆ ਦੁਬਾਰਾ ਇਹ ਗੱਲ। ਗੁਰੂ ਨਾਨਕ ਦੇ ਘਰ ਤੋਂ ਬਾਅਦ ਚ ਤੁਸੀਂ ਵੇਖੋ ਸਿੱਖਾਂ ਦੇ ਘਰੋਂ ਵੀ ਇਹ ਗੱਲਾਂ ਖਤਮ ਹੋ ਗਈਆਂ ਨੇ। ਧਿਆਨ ਨਾਲ ਵੇਖੋਗੇ ਤੇ ਸਮਝ ਲੱਗੂਗੀ ਗੱਲ। ਮੈਂ ਤਾਂ ਕਿਹਾ ਸੀ ਵੀ ਆਪਾਂ ਰਲ ਮਿਲ ਕੇ ਚਰਚਾ ਕਰਨੀ ਹੈ। ਜੇ ਤੁਹਾਡੇ ਮਨਾਂ 'ਚ ਕਿਸੇ ਦੇ ਵੀਰ ਭੈਣ ਦੇ ਸਵਾਲ ਹੋਇਆ ਤੇ ਉਹ ਵੀ ਤੁਸੀਂ ਖੁੱਲ੍ਹ ਕੇ ਕਰਿਓ। ਆਪਾਂ 1:15 ਵਜੇ ਤੱਕ ਸਮਾਪਤੀ ਕਰ ਦੇਣੀ ਹੈ। ਪਰ ਜੇ ਏਡੇ ਵੱਡੇ ਸਮਾਗਮ ਕਰਨ ਤੋਂ ਬਾਅਦ, ਸਾਡੀ ਗੱਲਬਾਤ ਕਰਨ ਤੋਂ ਬਾਅਦ ਸਾਡੇ 'ਚ ਕੋਈ ਚੇਂਜ ਨਾ ਆਈ, ਤਬਦੀਲੀ ਨਾ ਆਈ, ਅਸੀਂ ਕੁਝ ਸਿੱਖਿਆ ਨਾ, ਕੁਝ ਸਮਝਿਆ ਨਾ, ਕੁਝ ਜਾਣਿਆ ਨਾ, ਤੇ ਸ਼ਾਇਦ ਮੈਨੂੰ ਲੱਗਦਾ ਹੈ ਵੀ ਸਮਾਗਮ ਦਾ ਬਹੁਤਾ ਵਧੀਆ ਰਿਜ਼ਲਟ ਨਹੀਂ ਨਿਕਲੇਗਾ। ਅਸੀਂ ਜਿਵੇਂ ਦੇ ਆਏ ਸੀ ਉਵੇਂ ਦੇ ਹੀ ਮੁੜ ਜਾਵਾਂਗੇ। ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ ਜਦੋਂ ਅਸੀਂ ਆਉਣਾ ਹੈ ਤੇ ਜਦੋਂ ਅਸੀਂ ਜਾਣਾ ਹੈ ਸਾਡੇ 'ਚ ਚੇਂਜ ਚਾਹੀਦੀ ਹੈ, ਫਰਕ ਚਾਹੀਦਾ ਹੈ। ਜਿਸ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਆ ਨਾ, ਉਹਨਾਂ ਦੀ ਬਾਣੀ 'ਚ ਸ਼ਬਦ ਵਰਤਿਆ ਮਹਾਰਾਜ ਨੇ, ਕਹਿੰਦੇ ਸਭ ਇਕੱਠੇ ਹੋਏ ਆਇਆ। ਸਾਰੇ ਇਕੱਠੇ ਹੋ ਕੇ ਆਏ ਨੇ। ਤੇ ਮਹਾਰਾਜ ਹੁਣ ਕਹਿੰਦੇ ਘਰ ਜਾਸਨ, ਜਦੋਂ ਇੱਥੋਂ ਜਾਣਗੇ ਵਾਟ ਵਟਾਇਆ ਪਹਿਲਾਂ ਵਰਗੇ ਨਹੀਂ ਹੋਣਗੇ। ਤਾਂ ਤੁਸੀਂ ਮੈਨੂੰ ਦੱਸਿਓ, ਸਿੱਖ ਗੁਰਦੁਆਰੇ ਜਾ ਕੇ ਆਉਣ ਤੋਂ ਬਾਅਦ ਬਦਲਦਾ ਹੈ ਕਿ ਉੱਦਾਂ ਦਾ ਹੀ ਰਹਿੰਦਾ? ਲਗਭਗ ਤੇ ਉੱਦਾਂ ਦਾ ਹੀ ਰਹਿੰਦਾ। ਜੇ ਬਦਲਦੇ ਹੁੰਦੇ ਤੇ ਹੁਣ ਤੱਕ ਅਸੀਂ ਕਿੱਥੇ ਪਹੁੰਚ ਜਾਂਦੇ? ਬਦਲੇ ਕਿੱਥੇ ਆ? ਜਿਵੇਂ ਦੇ ਗਏ ਉਵੇਂ ਦੇ ਹੀ ਮੋੜ ਆਏ। ਔਰ ਇੱਥੋਂ ਤੱਕ ਬਾਬੇ ਨੇ ਬਾਣੀ 'ਚ ਲਿਖਿਆ, ਬਦਲਣਾ ਤੇ ਕੀ ਸੀ, ਤੂੰ ਤੇ ਹੋਰ ਬਿਮਾਰੀਆਂ ਚੁੱਕ ਲਿਆਉਣਾ ਉੱਥੋਂ। ਬਾਣੀ 'ਚ ਲਿਖਿਆ ਵੀ ਬਦਲਣਾ ਤੇ ਕੀ ਸੀ, ਤੂੰ ਚੇਂਜ ਤਾਂ ਕੀ ਹੋਣਾ ਸੀ, ਤੂੰ ਤਾਂ ਬਿਮਾਰੀਆਂ ਚੁੱਕ ਲਿਆਉਣਾ। ਨਹਾਵਣ ਚੱਲੇ ਤੀਰਥੀ, ਕੀ ਹੋਇਆ? ਮਨ ਖੋਟੇ ਤਨ ਚੋਰ। ਬਦਲਣਾ ਚਾਹੀਦਾ ਸੀ ਨਾ। ਜੇ ਖੋਟ ਸੀ ਵੀ ਕੋਈ ਤੇ ਨਿਕਲ ਜਾਣੀ ਚਾਹੀਦੀ ਸੀ। ਤਨ ਦਾ ਚੋਰ ਵਾਲਾ ਸੁਭਾਅ ਮੁੱਕਣਾ ਚਾਹੀਦਾ ਸੀ। ਪਰ ਬਾਬੇ ਦੀ ਬਾਣੀ 'ਚ ਲਿਖਿਆ, ਮਹਾਰਾਜ ਕਹਿੰਦੇ ਫਰਕ ਨਹੀਂ ਪਿਆ, ਸਗੋਂ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਇੱਕ ਭੌ ਲੱਥੀ ਨਹਾਤਿਆਂ, ਇੱਕ ਲੱਥ ਗਈ ਤੇ ਚੜੀਆਂ ਕਿੰਨੀਆਂ? ਬੋਲੋ, ਯਾਦ ਹੋਣਾ, ਦੋਏ ਭੌ ਚੜੀਅਸ ਹੋਰ ਲੱਥੀ ਇੱਕ ਤੇ ਚੜ ਕਿੰਨੀਆਂ ਗਈਆਂ? ਬੋਲੋ ਭਾਈ, 2 ਚੜ ਗਈਆਂ, ਲੱਥੀ ਕਿੰਨੀ? ਫਾਇਦਾ ਹੋਇਆ ਕਿ ਨੁਕਸਾਨ ਹੋਇਆ ਜਾਣ ਦਾ? ਉੱਚੀ ਬੋਲ ਕੇ ਦੱਸੋ। ਮੈਂ ਤਾਂ ਕਿਹਾ ਵੀ ਆਪਾਂ ਗੱਲਬਾਤ ਕਰਨੀ ਹੈ, ਆਪਾਂ ਸੰਵਾਦ ਕਰਨਾ ਹੈ। ਨਹੀਂ ਤੇ ਬਹੁਤੀ ਵਾਰ ਕਥਾ ਜਦੋਂ ਹੁੰਦੀ ਹੈ ਨਾ, ਅਸੀਂ ਸਿਰਫ ਸੁਣ ਰਹੇ ਹੁੰਦੇ ਆ। ਸਾਨੂੰ, ਮੈਂ ਦਾਅਵੇ ਨਾਲ ਕਹਿਣਾ, ਸਾਡਾ ਤਜਰਬਾ ਆ ਬਹੁਤ ਵੱਡੇ ਵੱਡੇ ਦੀਵਾਨਾਂ 'ਚ, ਤੇ ਕਈ ਵਾਰ ਜਦੋਂ ਕਥਾ ਕਰੀਦੀ ਹੈ ਨਾ ਤੇ ਅੱਧੀ ਸੰਗਤ ਸੁੱਤੀ ਹੁੰਦੀ ਹੈ। ਤੋਂ ਬਾਅਦ 'ਚ ਕਹਿੰਦੇ ਨੇ ਬੜਾ ਮਜ਼ਾ ਆਇਆ, ਵੀ ਨੀਂਦ ਬਹੁਤ ਵਧੀਆ ਆਈ। ਉਹ ਗੁਰਦੁਆਰੇ ਜਾ ਕੇ ਵੀ ਸਵਾਦ ਨੀਂਦ ਦਾ ਹੀ ਲਈ ਜਾਂਦੇ, ਕਿਉਂਕਿ ਮਨ ਦਾ ਰਿਸ਼ਤਾ ਨਹੀਂ ਜੁੜਦਾ ਵਿਚਾਰ ਨਾਲ। ਮੈਂ ਬੇਨਤੀ ਕਰਦਾ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਇੱਕ ਭੌ ਲੱਥੀ ਨਹਾਤਿਆਂ ਤੇ ਚੜ ਕਿੰਨੀਆਂ ਗਈਆਂ? ਦੋਏ ਭੌ ਚੜੀ ਅਸ ਹੋਰ। ਬਿਮਾਰੀ ਇੱਕ ਮੁੱਕੀ ਤੇ 2 ਲੱਗ ਗਈਆਂ। ਹੁਣ ਇਹ ਕਿਹੋ ਜਿਹੀ ਦਵਾਈ ਹੈ ਫਿਰ? ਅੱਛਾ, ਇਹਦਾ ਮਤਲਬ ਤੀਰਥ ਤੇ ਜਾਣਾ ਨਹੀਂ ਚਾਹੀਦਾ? ਫਿਰ ਸਵਾਲ ਤਾਂ ਇਹੀ ਹੋਏਗਾ ਨਾ ਜਦੋਂ ਮਨ ਵਿੱਚ ਇੱਦਾਂ, ਫਿਰ ਤੀਰਥ ਤੇ ਨਹੀਂ ਜਾਣਾ ਚਾਹੀਦਾ ਜੀ? ਵੀ ਜੇ ਇੱਕ ਲੱਥਣੀ ਹੈ 2 ਚੜ ਜਾਣੀਆਂ, ਤੇ ਇਹਦਾ ਸੌਖਾ ਤਰੀਕਾ ਇਹੋ ਹੀ ਹੈ ਵੀ ਨਾ ਜਾਓ। ਫਿਰ ਨਹੀਂ, ਸਕੂਲ ਜਾ ਕੇ ਬੱਚੇ ਨੂੰ ਪੜ੍ਹਨਾ ਨਾ ਆਵੇ ਤੇ ਅਸੀਂ ਕਹਿੰਦੇ ਹਾਂ ਵੀ ਤੇਰੇ ਸਕੂਲ ਜਾਣ ਦਾ ਫਾਇਦਾ ਕੀ ਹੈ? ਤੇ ਫਿਰ ਕੀ ਕਰੇ ਭਲਾ? ਉਹ ਸਕੂਲ ਜਾਣਾ ਬੰਦ ਕਰ ਦੇ? ਨਹੀਂ ਨਹੀਂ ਨਹੀਂ, ਉਹ ਸਕੂਲ ਜਾਣ ਦਾ ਫਾਇਦਾ ਦੱਸੇ ਕੀ ਹੈ। ਸਕੂਲ ਜਾ ਕੇ ਪੜ੍ਹਾਈ ਕਰੇ, ਧਿਆਨ ਇਹ ਦੇਵੇ ਵੀ ਮੈਂ ਪੜ੍ਹਨਾ ਹੈ ਧਿਆਨ ਨਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਕਿੰਨੇ ਪਿਆਰੇ ਵਾਕ ਵਰਤੇ, ਹੁਣ ਇਹਨਾਂ ਨੂੰ ਯਾਦ ਕਰੋ। ਪਰ ਗੱਲ ਇਹ ਹੈ ਵੀ ਅਸੀਂ ਅਖੰਡ ਪਾਠ ਤੋਂ ਗਾਂਹ ਤੁਰਦੇ ਹੀ ਨਹੀਂ। ਗੁਰੂ ਕੇ ਸਵਾਰਿਆਂ ਨੇ ਸਹਿਜ ਪਾਠ ਇੱਥੇ ਗੁਰੂ ਕੇ ਪਿਆਰ ਵਾਲਿਆਂ ਨੇ ਕੀਤਾ। ਸਹਿਜ ਪਾਠ ਦੀ ਮੈਨੂੰ ਵੀਰਾਂ ਨੇ ਦੱਸਿਆ ਸੀ ਵੀ ਤੁਸੀਂ ਸਮਾਪਤੀ ਕੀਤੀ।
ਅੱਛਾ, ਇੱਕ ਗੱਲ ਬੜੀ ਚੰਗੀ ਹੈ ਵੀ ਅਸੀਂ ਅਖੰਡ ਪਾਠ, ਕੋਈ ਮਾੜੀ ਗੱਲ ਨਹੀਂ ਹੁੰਦਾ ਅਖੰਡ ਪਾਠ ਕਰਾਉਣਾ, ਪਰ ਅਖੰਡ ਪਾਠ ਧਿਆਨ ਨਾਲ ਵੇਖੋ, ਰਹਿਤ ਮਰਿਆਦਾ 'ਚ ਲਿਖਿਆ ਭੀੜ ਜਾਂ ਉਤਸ਼ਾਹ ਵੇਲੇ ਕਰਨਾ ਹੈ, ਅਦਰਵਾਈਜ਼ ਸਿੱਖ ਨੇ ਸਹਿਜ ਪਾਠ ਕਰਨਾ। ਤੇ ਸਾਡੇ ਤੇ ਭੀੜਾਂ ਬਣੀਆਂ ਹੀ ਰਹਿੰਦੀਆਂ ਨੇ, ਫਿਰ ਅਸੀਂ ਹਮੇਸ਼ਾ ਹੀ ਅਖੰਡ ਪਾਠ ਹੀ ਕਰਦੇ ਹਾਂ, ਭੀੜ ਤੇ ਪਈ ਰਹਿੰਦੀ ਹੈ ਸਾਡੇ ਤੇ। ਸਿੱਖ ਨੇ ਅਖੰਡ ਪਾਠ ਕਦੋਂ ਕਰਨਾ? ਭੀੜ ਤੇ ਉਤਸ਼ਾਹ ਵੇਲੇ, ਅਦਰਵਾਈਜ਼ ਸਿੱਖ ਨੇ ਸਹਿਜ ਪਾਠ ਕਰਨਾ। ਤੇ ਸਹਿਜ ਪਾਠ ਦਾ ਮਤਲਬ ਇਹ ਨਹੀਂ ਵੀ ਆਰੰਭ ਕਰ ਲੈਣਾ ਤੇ ਸਮਾਪਤੀ ਕਰ ਲੈਣੀ ਹੈ। ਸਹਿਜ ਪਾਠ ਦੇ ਮਤਲਬ ਨਹੀਂ ਆ। ਸਹਿਜ ਪਾਠ ਦਾ ਮਤਲਬ ਹੈ ਸਹਿਜ ਪਾਠ ਆਰੰਭ ਕਰਨਾ, ਸਹਿਜ 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 ਕਰਨਾ, ਤੇ ਨਾਲੇ ਸਹਿਜ ਸਹਿਜ ਗੁਰੂ ਸਾਹਿਬ ਜੋ ਕਹਿੰਦੇ ਨੇ ਉਹਨਾਂ ਨੂੰ ਧਿਆਨ ਨਾਲ ਸੁਣਨਾ ਹੈ। ਅਖੰਡ ਪਾਠ ਤੋਂ ਸਹਿਜ ਪਾਠ ਤੇ ਸਹਿਜ ਪਾਠ ਤੋਂ ਨਾਲ ਸੁਣਨ ਵਾਲੇ ਬੰਨੇ ਤੁਰਨਾ। ਹੁਣ ਉਹਦੇ 'ਚ ਇਹ ਸਾਰੇ ਸ਼ਬਦ ਆਉਣਗੇ ਜਦੋਂ ਮਹਾਰਾਜ ਕਹਿਣ ਨਾ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਤੇ ਇੱਕ ਵਾਰ ਆਪਣੇ ਦਿਮਾਗ ਨੂੰ ਖਿਲਾਰੋ, ਉੱਥੇ ਰੁਕੇ ਬੰਦਾ ਉੱਥੇ ਵੀ ਮਹਾਰਾਜ ਕੀ ਕਹਿਣਾ ਚਾਹੁੰਦੇ ਨੇ ਮੈਨੂੰ। ਜਦੋਂ ਉੱਥੇ ਸ਼ਬਦ ਆਵੇ ਨਾ, ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਸਭ ਇਕੱਠੇ ਹੋਏ ਆਇਆ ਘਰ ਜਸਨ ਵਾਟ ਵਟਾਇਆ। ਫਿਰ ਧਿਆਨ ਨਾਲ ਗੌਰ ਕਰਕੇ ਵੇਖੋ ਵੀ ਮਹਾਰਾਜ ਕਿਹੜੀ ਚੇਂਜ ਦੀ ਗੱਲ ਕਰਦੇ ਨੇ, ਕਿਹੜੀ ਤਬਦੀਲੀ ਦੀ ਗੱਲ ਕਰਦੇ ਨੇ। ਤੇ ਉਹ ਤਬਦੀਲੀ ਆਈ ਸੀ ਬਾਬੇ ਨਾਨਕ ਜੀ ਦੀ ਵਿਚਾਰਧਾਰਾ ਦੇ ਨਾਲ, ਜਿੱਦਣ ਇਸ ਭਾਰਤ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਦੇ ਸਹੀ ਅਰਥ ਸਮਝਾਏ ਸਨ। ਸਿੱਖੋ, ਮੈਂ ਕਿਹਾ ਸੀ ਆਪਾਂ ਖੁਦਕਿਸਮਤ ਆ, ਕਿਉਂਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਹੈ। ਤੇ ਸਾਡੀ ਹਾਲਤ ਪਤਾ ਕਿੱਦਾਂ ਦੀ ਹੈ? ਮੈਂ ਇੱਕ ਐਗਜ਼ਾਮਪਲ ਦਿੰਦਾ, ਜਿਹੜੇ ਤੁਹਾਡੇ 'ਚੋਂ ਪੜ੍ਹੇ ਲਿਖੇ ਵੀਰ ਨੇ ਉਹਨਾਂ ਨੂੰ ਸੌਖੀ ਸਮਝ ਆ ਜਾਏਗੀ, ਆਮ ਬੰਦਿਆਂ ਨੂੰ ਵੀ ਸਮਝ ਆਊਗੀ ਸਾਰਿਆਂ ਨੂੰ। ਜਿਹੜਾ ਜਹਾਜ਼ ਹੈ ਨਾ, ਐਰੋਪਲੇਨ ਹੈ ਜਿਹੜਾ, ਜਿਹੜੀ ਫਲਾਈਟ ਹੈ, ਜਹਾਜ਼ ਹੈ ਜਿਹੜਾ, ਇਹਦੇ 'ਚ ਕੰਪਾਸ ਹੁੰਦਾ, ਇੱਕ ਕੰਪਾਸ ਹੁੰਦਾ ਜਿਹੜਾ ਡਾਇਰੈਕਸ਼ਨ ਦਿੰਦਾ। ਕੰਪਾਸ ਹੁੰਦਾ ਜਹਾਜ਼ ਵਿੱਚ, ਜਿਹੜਾ ਜਹਾਜ਼ ਦੇ ਪਾਇਲਟ ਕੋਲ ਉਹਨੂੰ ਡਾਇਰੈਕਸ਼ਨ ਦਿੰਦਾ, ਦਿਸ਼ਾ ਸਮਝਾਉਂਦਾ। ਜਦੋਂ ਬੰਦਾ ਆਕਾਸ਼ ਵਿੱਚ ਉੱਡ ਰਿਹਾ ਹੁੰਦਾ ਤੇ ਫਿਰ ਨਹੀਂ ਪਤਾ ਹੁੰਦਾ ਵੀ ਕੈਨੇਡਾ ਕਿੱਧਰ ਹੈ, ਨਿਊਜ਼ੀਲੈਂਡ ਕਿੱਧਰ ਹੈ, ਆਸਟ੍ਰੇਲੀਆ ਕਿੱਧਰ ਹੈ, ਉਹ ਕੌਣ ਦੱਸਦਾ ਹੈ? ਕੰਪਾਸ। ਤੇ ਜੇ ਕਿਸੇ ਪਾਇਲਟ ਦਾ ਕੰਪਾਸ ਖਰਾਬ ਹੋ ਜਾਏ ਤੇ ਜਿੰਨਾ ਮਰਜ਼ੀ ਉੱਡੀ ਜਾਏ, ਪਹੁੰਚੇਗਾ ਤਾਂ ਨਹੀਂ ਨਾ ਕਿਤੇ। ਉਹ ਇੱਕ ਜਹਾਜ਼ ਆਕਾਸ਼ ਵਿੱਚ ਉੱਡ ਰਿਹਾ ਤੇ ਉਹਦੇ ਪਾਇਲਟ ਨੇ, ਉਹਦੇ ਡਰਾਈਵਰ ਨੇ ਆਪਣੀਆਂ ਸਵਾਰੀਆਂ ਨੂੰ ਕਿਹਾ ਵੀ ਮੇਰੇ ਕੋਲ ਇੱਕ ਗੁੱਡ ਨਿਊਜ਼ ਹੈ, ਇੱਕ ਚੰਗੀ ਖਬਰ ਹੈ ਤੇ ਇੱਕ ਮਾੜੀ ਖਬਰ ਹੈ। ਚੰਗੀ ਖਬਰ ਇਹ ਹੈ ਵੀ ਅਸੀਂ ਇਸ ਵੇਲੇ ਦੁਨੀਆ ਦੇ ਸਭ ਤੋਂ ਉੱਚੇ ਉੱਡ ਰਹੇ ਹਾਂ, ਵੀ ਅਸੀਂ ਉੱਚੇ ਬਹੁਤ ਹਾਂ। ਤੇ ਮਾੜੀ ਖਬਰ ਇਹ ਹੈ ਵੀ ਸਾਨੂੰ ਇਹ ਨਹੀਂ ਪਤਾ ਜਾ ਕਿੱਧਰ ਨੂੰ ਰਹੇ। ਹੁਣ ਇਹ ਗੱਲ ਕਿਸੇ ਜਹਾਜ਼ ਦੀਆਂ ਸਵਾਰੀਆਂ ਦੀ ਨਹੀਂ ਹੈ, ਇਹ ਹੈ ਨਾਨਕ ਨਾਮ ਜਹਾਜ਼ ਚੜ੍ਹੀਆਂ ਸਵਾਰੀਆਂ ਦੀ। ਨਾਨਕ ਨਾਮ ਜਹਾਜ਼ ਚੜ੍ਹੀਆਂ ਸਵਾਰੀਆਂ ਦੀ। ਉੱਡ ਤਾਂ ਬਹੁਤ ਉੱਚੇ ਰਹੇ ਆ। ਸਾਡਾ ਕਲਚਰ, ਕਿਰਦਾਰ, ਸਾਡੀ ਬਾਣੀ, ਸਾਡਾ ਇਤਿਹਾਸ। ਕਿਹੜੀ ਕੌਮ 'ਚ 7 ਸਾਲ ਦਾ ਬੱਚਾ ਨੀਹਾਂ 'ਚ ਚਿਣਿਆ ਗਿਆ? ਕਿਹੜੀ ਕੌਮ ਦੀ 80 ਸਾਲ ਦੀ ਬਜ਼ੁਰਗ ਮਾਂ ਨੇ ਠੰਡੇ ਬੁਰਜ ਵਿੱਚ ਬਹਿ ਕੇ ਕੌਮ ਨੂੰ ਧਰਮ ਦੀ ਨੀਂਹ ਪੱਕੀ ਕਰਨ ਦੀ ਜਾਚ ਸਿਖਾਈ ਹੈ? ਕਿਹੜੀ ਕੌਮ 'ਚ ਕਿਸੇ ਨੇ ਆਪਣੇ ਪੁੱਤ ਦਾ ਕਲੇਜਾ ਕਢਾ ਕੇ ਮੂੰਹ 'ਚ ਪਵਾਇਆ? ਕਿਹੜੀ ਕੌਮ ਦੀਆਂ ਮਾਵਾਂ ਨੇ ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ 'ਚ ਹਾਰ ਪਵਾਏ ਨੇ ਧਰਮ ਤੇ ਈਮਾਨ ਨਿਭਾਉਣ ਦੇ ਬਦਲੇ? ਹੈ ਕੋਈ ਦੁਨੀਆ 'ਚ ਕੌਮ ਐਸੀ? ਇਹ ਕੌਣ ਲੋਕ ਨੇ ਭਲਾ ਜਿਨ੍ਹਾਂ ਨੇ ਬੱਚਿਆਂ ਦੇ ਹਾਰ ਕਰਾ ਕੇ ਗਲਾਂ 'ਚ ਪਵਾਏ, ਜਿਨ੍ਹਾਂ ਨੇ ਪੁੱਤਾਂ ਦੇ ਕਲੇਜੇ ਕਢਾ ਕੇ ਮੂੰਹ 'ਚ ਪਵਾਏ? ਇਹ ਉਹ ਕੌਮ ਹੈ ਜਿਹੜੀ ਬਹੁਤ ਉੱਚੇ ਕਿਰਦਾਰ ਦੀ ਮਾਲਕ ਹੈ। ਇਹ ਉੱਦਾਂ ਹੀ ਹੈ ਜਿਹੜੇ ਬਹੁਤ ਉੱਚੇ ਉੱਡ ਰਹੇ ਨੇ, ਔਰ ਅੱਜ ਇਹ ਜਾ ਕਿੱਧਰ ਨੂੰ ਰਹੇ ਨੇ ਇਹਦੇ ਬਾਰੇ ਨਹੀਂ ਪਤਾ। ਇਸੇ ਕਰਕੇ ਗੁਰਦੁਆਰਿਆਂ ਨੇ ਜਾਤ ਪਾਤ ਮੁਕਾਉਣੀ ਸੀ, ਅਸੀਂ ਗੁਰਦੁਆਰੇ ਜਾਤ ਪਾਤ ਦੇ ਆਧਾਰਿਤ ਬਣਾਏ ਨੇ। ਬਾਣੀ ਜਾਤ ਪਾਤ ਸਾਡੇ ਘਰਾਂ 'ਚੋਂ ਕੱਢਦੀ ਹੈ, ਅਸੀਂ ਬਾਣੀ ਨੂੰ ਵੀ ਜਾਤ ਪਾਤ ਦੇ ਐਂਗਲ ਵਿੱਚ ਰੱਖ ਕੇ ਵੇਖਦੇ ਹਾਂ। ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਮੈਂ ਬੇਨਤੀ ਜਿਹੜੀ ਕੀਤੀ ਸੀ ਵੀ ਪਹਿਲਾ ਪ੍ਰਕਾਸ਼ ਪੁਰਬ ਅਸੀਂ ਇਹਨੂੰ ਕਹਿੰਦੇ ਆ, ਤੇ ਧਿਆਨ ਨਾਲ ਸੁਣੋ ਵੀ ਪਹਿਲਾਂ ਕਿਉਂ ਕਹਿੰਦੇ ਆ ਇਹਨੂੰ। ਹੋ ਤਾਂ 417ਵਾਂ ਪ੍ਰਕਾਸ਼ ਗਿਆ, ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੋਇਆ ਸੀ ਨਾ, ਅਸਲ 'ਚ ਦਿਹਾੜਾ ਅਸੀਂ ਉਹ ਮਨਾਉਂਦੇ ਹਾਂ। ਪਹਿਲੀ ਵਾਰ ਜਦੋਂ ਪ੍ਰਕਾਸ਼ ਹੋਇਆ ਸੀ 1 ਸਤੰਬਰ 1604 ਅੰਮ੍ਰਿਤਸਰ ਦੀ ਧਰਤੀ ਤੇ। ਪਹਿਲੀ ਵਾਰ ਜਦੋਂ ਪੋਥੀ ਦਾ ਪ੍ਰਕਾਸ਼ ਅੰਮ੍ਰਿਤਸਰ ਦੀ ਧਰਤੀ ਤੇ ਹੋਇਆ ਸੀ ਨਾ,
ਉਹ ਦਿਹਾੜਾ ਅਸੀਂ ਮਨਾਉਂਦੇ ਹਾਂ। ਤੇ ਜਿੱਦਣ ਪੋਥੀ ਦਾ ਪ੍ਰਕਾਸ਼ ਹੋਇਆ ਸੀ, ਇਤਿਹਾਸਕਾਰ ਲਿਖਦੇ ਨੇ ਵੀ ਉਸ ਦਿਨ ਤੋਂ ਬਾਅਦ ਪੋਥੀ ਦੇ ਮੁਕਾਬਲੇ ਤੇ ਦੁਨੀਆ ਦਾ ਕੋਈ ਵੀ ਮਾਣ ਮੱਤਾ ਇਤਿਹਾਸ ਨਹੀਂ ਸੀ ਰਹਿ ਗਿਆ। ਸਭ ਤੋਂ ਸ੍ਰੇਸ਼ਟ ਕੀ ਹੋ ਗਈ ਸੀ? ਪੋਥੀ, ਗੁਰੂ ਸਾਹਿਬ ਜੀ ਦੀ ਬਾਣੀ। ਇਹਦਾ ਮਤਲਬ ਹੈ ਉਸ ਦਿਨ ਤੋਂ ਬਾਅਦ ਸਿੱਖਾਂ ਨੂੰ ਇਹ ਪ੍ਰਣ ਕਰ ਲੈਣਾ ਚਾਹੀਦਾ ਸੀ ਵੀ ਸਾਡੇ ਕੋਲ ਸਭ ਤੋਂ ਉੱਤਮ ਕੀ ਹੈ? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਪਰ ਅਸੀਂ ਇਹਨੂੰ ਉੱਤਮ ਨਹੀਂ ਮੰਨਿਆ, ਅਸੀਂ ਇਹਨੂੰ ਸਿਰਫ ਲੋੜ ਪੈਣ ਤੇ ਵਰਤਿਆ। ਅਸੀਂ ਸਿਰਫ ਤੇ ਸਿਰਫ ਇਹਦਾ ਸਹਾਰਾ ਲਿਆ। ਜੇ ਮੈਂ ਗਲਤ ਹੋਵਾਂ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਨਹੀਂ, ਸਹਾਰਾ ਨਹੀਂ ਲਿਆ ਅਸੀਂ। ਤੁਸੀਂ ਵੇਖੋ, ਸਾਡੇ ਘਰ ਆਨੰਦ ਕਾਰਜ ਹੋਵੇ ਤੇ ਅਸੀਂ 2-3 ਦਿਨ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਜਾਂ ਅਖੰਡ ਪਾਠ ਕਰਾ ਲੈਂਦੇ ਹਾਂ। ਤੇ ਜਦੋਂ ਵਿਆਹ ਹੁੰਦਾ ਹੈ ਨਾ, ਜਿਸ ਦਿਨ, ਜਿਹੜੇ 2-3 ਦਿਨ ਵਿਆਹ ਚੱਲਣਾ ਹੈ, ਉਹਨਾਂ 3 ਦਿਨਾਂ 'ਚ ਗੁਰੂ ਸਾਹਿਬ ਸਾਨੂੰ ਚੇਤੇ ਨਹੀਂ ਆਉਂਦੇ। ਇਹਦਾ ਮਤਲਬ ਇਹੀ ਹੋਇਆ ਨਾ ਵੀ ਅਸੀਂ ਵਰਤਦੇ ਹਾਂ ਗੁਰੂ ਸਾਹਿਬ ਜੀ ਨੂੰ। ਅਸੀਂ ਗੁਰੂ ਸਾਹਿਬ ਜੀ ਦਾ ਇਹ ਪੱਖ ਕਿੱਥੇ ਮੰਨਦੇ ਹਾਂ ਵੀ ਇਹ ਸਭ ਤੋਂ ਸ੍ਰੇਸ਼ਟ ਹੈ? ਸਾਰਾ ਟੱਬਰ ਵਿਆਹ ਵਾਲੇ ਦਿਨ ਗੁਰੂ ਸਾਹਿਬ ਕੋਲ ਜਾਣ ਲਈ ਕਾਹਲਾ ਪੈ ਰਿਹਾ ਹੁੰਦਾ ਹੈ ਕਿ ਜਿੱਥੇ ਗਾਉਣ ਵਾਲੀ ਜਾਂ ਗਾਉਣ ਵਾਲਾ, ਜਿੱਥੇ ਡੀਜੇ ਚੱਲ ਰਿਹਾ ਹੁੰਦਾ, ਉੱਥੇ ਜਾਣ ਲਈ ਕਾਹਲਾ ਪੈ ਰਿਹਾ ਹੁੰਦਾ? ਬੋਲੋ, ਜਿੱਥੇ ਗਾਉਣ ਵਾਲਾ ਲੱਗਾ ਉੱਥੇ ਗੁਰੂ ਕੋਲ ਜਾਣ ਲਈ ਤੇ 4 ਬੰਦੇ ਲੱਭਣੇ ਵੀ ਔਖੇ ਹੁੰਦੇ ਨੇ। ਉਹ ਵੀ ਬੰਦਾ ਕਹਿੰਦਾ ਸਾਰਿਆਂ ਨੇ ਜਾ ਕੇ ਉੱਥੇ ਕੀ ਕਰਨਾ ਹੈ? 2-3 ਜਾਣੇ ਜਾਓ, ਲਾਵਾਂ ਹੀ ਨੇ ਬਸ, ਭਾਈ ਨੇ ਪੜ੍ਹ ਦੇਣੀਆਂ ਨੇ, ਆਪਣਾ ਕੰਮ ਕੀ ਹੈ ਉੱਥੇ? ਹੁਣ ਤੁਸੀਂ ਅੰਦਾਜ਼ਾ ਲਾਓ, ਇੱਕ ਬੰਨੇ ਤੇ ਅਸੀਂ ਕਹਿੰਦੇ ਆ ਵੀ ਸਭ ਤੋਂ ਵੱਧ ਅਸੀਂ ਪਿਆਰ ਇਹਨੂੰ ਕਰਦੇ ਆ, ਨਾਲੇ ਇਹ ਕਹਿੰਦੇ ਆ ਵੀ ਇਹਦੇ ਮੁਕਾਬਲੇ ਤੇ ਹੈ ਹੀ ਕੁਝ ਨਹੀਂ ਸਾਡੇ ਕੋਲ। 1604 ਤੋਂ ਬਾਅਦ ਮਹਾਰਾਜ ਨੇ ਕਿਹਾ, ਇਹ ਪਹਿਲਾ ਪ੍ਰਕਾਸ਼ ਕਰਕੇ ਸਾਨੂੰ ਦੱਸਿਆ ਵੀ ਅੱਜ ਤੋਂ ਬਾਅਦ ਤੁਸੀਂ ਇਹਦੇ ਲੜ ਹੀ ਲੱਗਣਾ। ਪਰ ਸਿੱਖ ਅਜੇ ਤੱਕ ਵੀ ਉਹਦੇ ਲੜ ਨਹੀਂ ਲੱਗਾ। ਅਸੀਂ ਉਹਦੇ ਲੜ ਲੱਗੇ ਕਦੋਂ ਆ? ਜੇ ਸਿੱਖ ਉਹਦੇ ਲੜ ਲੱਗਾ ਹੈ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਅਸੀਂ ਸਾਰੇ ਲੱਗੇ ਆ ਜੇ, ਤੇ ਧਿਆਨ ਨਾਲ ਵੇਖੋ, ਅੱਜ ਸਿੱਖ ਕਈ ਹਿੱਸਿਆਂ 'ਚ ਵੰਡਿਆ ਨਹੀਂ ਸੀ ਚਾਹੀਦਾ। ਸਿੱਖ ਦੇ ਹੀ ਕਿੰਨੇ ਹਿੱਸੇ ਹੋਏ ਪਏ ਨੇ। ਖੰਡੇ ਬਾਟੇ ਦੀ ਪੌਲ ਮੇਰੇ ਗੁਰੂ ਨੇ 1699 ਨੂੰ ਦਿੱਤੀ। ਅਸੀਂ 5 ਕਕਾਰੀ ਵਰਦੀ ਦੇ ਧਾਰਨੀ ਹੋ ਗਏ। ਤੇ ਇਸ ਵੇਲੇ ਖੰਡੇ ਬਾਟੇ ਦੀ ਪੌਲ ਸਾਡੀ ਕੌਮ ਵਿੱਚ ਘੱਟੋ ਘੱਟ 7-8 ਤਰ੍ਹਾਂ ਦੀ ਹੈ। 1699 ਵਾਲੀ ਖੰਡੇ ਕੀ ਬੌਲ ਭੁੱਲ ਗਈ ਸਾਨੂੰ। ਇਸ ਵੇਲੇ ਕਿੰਨੇ ਤਰ੍ਹਾਂ ਦਾ ਅੰਮ੍ਰਿਤ ਹੈ? ਘੱਟ ਤੋਂ ਘੱਟ 8, 9, 10 ਤਰ੍ਹਾਂ ਦਾ ਹੋਣਾ ਹੈ। ਹੋ ਸਕਦਾ ਮੈਂ ਘੱਟ ਵੀ ਗਿਣਤੀ ਕਰ ਰਿਹਾ ਹੋਵਾਂ। ਇਹ ਮਿਸ਼ਨਰੀਆਂ ਦਾ ਅੰਮ੍ਰਿਤ, ਇਹ ਖੰਡ ਕੀਰਤਨੀ ਜਥੇ ਵਾਲਿਆਂ ਦਾ ਅੰਮ੍ਰਿਤ, ਇਹ ਟਕਸਾਲੀਆਂ ਦਾ ਅੰਮ੍ਰਿਤ, ਇਹ ਨਾਨਕਸਰ ਵਾਲਿਆਂ ਦਾ ਅੰਮ੍ਰਿਤ, ਇਹ ਹਜ਼ੂਰ ਸਾਹਿਬ ਵਾਲਿਆਂ ਦਾ ਅੰਮ੍ਰਿਤ। ਕਿੱਡੀ ਅਜੀਬ ਗੱਲ ਹੈ। ਤੁਸੀਂ ਕਿੰਨੇ ਤਰ੍ਹਾਂ ਦੇ, ਅਸੀਂ ਜਿਹੜੇ ਅੰਮ੍ਰਿਤ ਨੇ ਸਾਨੂੰ, ਜਿਹੜੀ ਚੀਜ਼ ਨੇ ਸਾਨੂੰ ਇਹ ਕਰਨਾ ਸੀ, ਉਹ ਸਾਰੀਆਂ ਹੀ ਵੰਡੀਆਂ ਨੇ। ਅਸੀਂ ਹਰ ਇੱਕ ਚੀਜ਼ ਉਹ ਵੰਡੀ ਹੈ। ਗੁਰਦੁਆਰਾ ਸਾਨੂੰ ਇੱਕ ਕਰਦਾ ਸੀ, ਅਸੀਂ ਗੁਰਦੁਆਰੇ ਵੀ ਵੰਡ ਲਏ। ਸਾਨੂੰ ਅੰਮ੍ਰਿਤ ਇੱਕ ਕਰਦਾ ਸੀ, ਅਸੀਂ ਅੰਮ੍ਰਿਤ ਵੀ ਵੰਡ ਲਿਆ। ਸਾਨੂੰ ਬਾਣੀ ਦੀ ਮਰਿਆਦਾ ਇੱਕ ਕਰਦੀ ਸੀ, ਅਸੀਂ ਬਾਣੀਆਂ ਵੀ ਵੰਡ ਲਈਆਂ। ਸੂਝਵਾਨ ਬਾਣੀ ਪੜ੍ਹਨ ਵਾਲੇ ਗੁਰੂ ਸਾਹਿਬ ਜੀ ਦੇ ਵਜ਼ੀਰ ਤੁਹਾਡੇ 'ਚ ਬੈਠੇ ਨੇ, ਇੱਥੋਂ ਦੇ ਵਜ਼ੀਰ ਬੈਠੇ ਨੇ। ਤੁਸੀਂ ਇੱਕ ਦਿਨ ਆਪਣੇ ਇਲਾਕੇ 'ਚ ਹੀ ਨਾ, ਤੁਸੀਂ 5-7 ਦਿਨ ਕਿਤੇ ਪ੍ਰੈਕਟੀਕਲ ਕਰਕੇ, ਇੱਕ ਦਿਨ ਸਵੇਰੇ ਕਿਸੇ ਗੁਰਦੁਆਰੇ ਚਲੇ ਜਾਓ ਜਿੱਥੇ ਨਿਤਨੇਮ ਹੋ ਰਿਹਾ ਹੋਵੇ। ਦੂਜੇ ਦਿਨ ਤੁਸੀਂ ਨਾ ਬਾਈਕ ਚੁੱਕਿਓ, ਕਿਸੇ ਦੂਜੇ ਗੁਰਦੁਆਰੇ ਚਲੇ ਜਾਇਓ ਜਿੱਥੇ ਨਿਤਨੇਮ ਹੋ ਰਿਹਾ ਹੋਵੇ। ਤੀਜੇ ਦਿਨ ਕਿਸੇ ਤੀਜੇ ਗੁਰਦੁਆਰੇ ਚਲੇ ਜਾਇਓ। ਤੁਸੀਂ 5 ਦਿਨ ਲਗਾਤਾਰ ਜਾ ਕੇ ਵੇਖੋ, 5 ਗੁਰਦੁਆਰਿਆਂ 'ਚ ਸਵੇਰੇ ਨਿਤਨੇਮ ਅਲੱਗ ਹੋ ਰਹੇ ਨੇ। 5 ਗੁਰਦੁਆਰਿਆਂ 'ਚ ਇੱਕੋ ਨਿਤਨੇਮ। ਕਿੱਡੀ ਅਜੀਬ ਗੱਲ ਹੈ ਵੀ ਸਾਡਾ ਕੁਝ ਤਾਂ ਇੱਕ ਹੋਵੇ ਨਾ ਘੱਟੋ। ਤੁਸੀਂ ਸ਼ਾਮ ਨੂੰ ਬਹਿ ਜਾਓ, TV ਚੈਨਲ ਲਾ ਲਿਓ, ਹਜ਼ੂਰ ਸਾਹਿਬ ਦੀ ਸੋਦਰ ਸੁਣ ਲਓ, ਦਰਬਾਰ ਸਾਹਿਬ ਤੋਂ ਸੋਦਰ ਸੁਣ ਲਿਓ, ਰਹਿਰਾਸ ਜਿਹਨੂੰ ਅਸੀਂ ਕਹਿੰਦੇ ਹਾਂ, ਬੰਗਲਾ ਸਾਹਿਬ ਤੋਂ ਸੋਦਰ ਸੁਣ ਲਿਓ। ਜੇ ਕਿਤੇ ਤੁਹਾਡੇ ਲਾਗੇ ਬੰਨੇ ਚੱਲਦੀ ਹੈ, ਇੱਥੋਂ ਸੁਣ ਲਿਓ, ਸ਼ਹੀਦਾਂ ਤੋਂ ਸੁਣ ਲਿਓ। ਸਾਡੇ ਕੇਂਦਰੀ ਸਥਾਨ ਨੇ ਨਾ, ਸ਼ਹੀਦਾਂ, ਦਰਬਾਰ ਸਾਹਿਬ, ਦਿੱਲੀ ਵਾਲੇ ਗੁਰਦੁਆਰੇ, ਇਹ ਸਾਰੇ ਇੱਕੋ ਹੀ ਮਰਿਆਦਾ 'ਚ ਆਉਣੇ ਚਾਹੀਦੇ ਸੀ ਨਾ। ਤੁਸੀਂ ਲਾ ਕੇ TV ਚੈਨਲਾਂ 'ਤੇ ਸੁਣਿਓ, 3-4 ਗੁਰਦੁਆਰਿਆਂ ਤੋਂ ਨਿਤਨੇਮ ਹੋ ਰਿਹਾ, 3-4 ਗੁਰਦੁਆਰਿਆਂ ਦਾ ਨਿਤਨੇਮ ਰਲ ਹੀ ਨਹੀਂ ਰਿਹਾ। ਕਿਤੇ ਉਹ ਸ਼ੁਰੂ ਹੋ ਰਿਹਾ ਤੇ ਕਿਤੇ ਸਮਾਪਤ ਹੋ ਰਿਹਾ, ਕਿਤੇ ਉਹ ਸ਼ੁਰੂ ਹੋ ਰਿਹਾ ਤੇ ਕਿਤੇ ਸਮਾਪਤ ਹੋ ਰਿਹਾ।
ਔਰ ਖਾਸ ਕਰਕੇ ਮੈਂ ਕਿਉਂਕਿ ਧਾਰਮਿਕ ਲਾਈਨ ਵਿੱਚ ਵਿਚਰਨ ਕਈ ਥਾਵਾਂ ਤੇ ਗੁਰਦੁਆਰੇ ਦੇ ਵਜ਼ੀਰਾਂ ਦੀ ਵਿਚਾਰਿਆਂ ਦੀ ਇੰਨੀ ਮਾੜੀ ਹਾਲਤ ਹੈ ਨਾ, ਇੰਨੀ ਬੁਰੀ ਹਾਲਤ ਅਸੀਂ ਕਰਦੇ ਆ। ਉਹ ਇੱਕ ਮਰਿਆਦਾ ਪੜ੍ਹਦੇ ਨੇ, ਉਹਦੇ ਹਿਸਾਬ ਨਾਲ ਜੇ ਉਹ ਸੋਦਰ ਕਰਦੇ ਨੇ ਤੇ ਦੂਜੀ ਮਰਿਆਦਾ ਵਾਲੇ ਆ ਜਾਂਦੇ ਨੇ, ਭਾਈ ਸਾਹਿਬ ਜੀ ਇਹ ਨਹੀਂ ਕਰਨੀ, ਇੱਥੇ ਆਹ ਕਰਿਆ ਕਰੋ। ਜੇ ਉਹ ਕਰਦੇ ਨੇ ਫਿਰ ਦੂਜੀ ਵਾਲੇ ਆ ਜਾਂਦੇ ਨੇ, ਭਾਈ ਸਾਹਿਬ ਇਹ ਕਿਉਂ ਕਰਤੀ ਤੁਸੀਂ, ਸਾਡੇ ਤੇ ਆਹ ਚੱਲਦੀ ਹੈ। ਹੁਣ ਭਾਈ ਵਿਚਾਰੇ ਦੀ ਇੰਨੀ ਜ਼ੁਰਤ ਹੈ ਵੀ ਮਰਜ਼ੀ ਕਰ ਲੈ ਆਪਣੀ। ਅਸੀਂ ਇੰਨਾ ਰੁਤਬਾ ਰੱਖਿਆ ਭਾਈ ਦਾ ਭਲਾ। ਸਾਡਾ ਸਮਾਜ ਬਦਲੂਗਾ ਕਿਵੇਂ, ਸਾਡੇ ਸਮਾਜ ਵਿੱਚ ਚੇਂਜ ਕਿਵੇਂ ਆਊਗੀ? ਅਸੀਂ ਬੇਸਿਕ ਚੀਜ਼ਾਂ ਨਹੀਂ ਸਮਝੀਆਂ ਅਜੇ। ਬੇਸਿਕ ਚੀਜ਼ਾਂ, ਬਹੁਤ ਵੱਡੀਆਂ ਗੱਲਾਂ ਨਹੀਂ। ਵੈਸੇ ਅੱਜ 21ਵੀਂ ਸਦੀ ਹੈ, ਸਾਰੀ ਦੁਨੀਆ ਨੂੰ ਚਾਹੀਦਾ ਸੀ ਤੁਹਾਡੇ ਗੁਰੂ ਗ੍ਰੰਥ ਸਾਹਿਬ ਵਾਲੇ ਬੰਨੇ ਧਿਆਨ ਜਾਂਦਾ। ਜਿੱਡਾ ਕੀਮਤੀ ਅਸੀਂ ਗ੍ਰੰਥ ਹੈ ਸਾਡੇ ਕੋਲ, ਜਿੱਡਾ ਕੀਮਤੀ ਅਸੀਂ ਖਜ਼ਾਨਾ ਲਈ ਫਿਰਦੇ ਆ ਨਾ, ਅੱਜ ਪੂਰੀ ਦੁਨੀਆ ਪੁੱਛਦੀ ਸਾਡੇ ਇਸ ਗੁਰੂ ਗ੍ਰੰਥ ਸਾਹਿਬ ਬਾਰੇ, ਪਰ ਅੱਜ ਅਸੀਂ ਆਪਣੇ ਆਪ ਨੂੰ ਨਹੀਂ ਦੱਸ ਪਾਏ। ਪੜ੍ਹਨ ਦਾ ਸੁਭਾਅ ਸਾਡਾ ਨਹੀਂ, ਪੜ੍ਹਨ ਦੀ ਰੁਚੀ ਸਾਡੀ ਨਹੀਂ, ਪੜ੍ਹਨ ਦਾ ਇੰਟਰਸਟ ਸਾਡਾ ਭੋਰਾ ਵੀ ਨਹੀਂ ਹੈ। ਸਾਡੇ ਘਰਾਂ ਦੇ ਵਿੱਚ ਬੱਚਿਆਂ ਦੇ ਖੇਡਣ ਵਾਲੇ ਸਮਾਨ ਨਾਲ ਘਰ ਦੇ ਕਮਰੇ ਭਰੇ ਪਏ ਨੇ। ਬੱਚਿਆਂ ਦੇ ਟੋਏ ਨੇ, ਜਿਹੜੇ ਖੇਡਣ ਵਾਲੇ ਖਿਡੌਣੇ ਨੇ, ਘਰ ਭਰੇ ਪਏ ਨੇ ਨਾ। ਬੱਚਿਆਂ ਨੂੰ ਅਕਲ ਦੇਣ ਵਾਲੀ ਕੋਈ ਚੀਜ਼ ਇੱਕ ਦੱਸੋ ਘਰ ਪਈ ਹੋਵੇ ਤੇ ਨਹੀਂ ਹੈ। ਸਿਆਣਿਆਂ ਦੇ ਇੰਟਰਟੇਨਮੈਂਟ ਲਈ ਹੁਣ ਤਾਂ ਵੈਸੇ ਕਿਸੇ ਕੋਲ ਜਾਣ ਦੀ, ਪਹਿਲਾਂ ਤੇ ਹੁੰਦਾ ਸੀ ਸਾਰਾ ਟੱਬਰ ਇੱਕ ਥਾਂ ਤੇ ਬਹਿ ਕੇ ਘੱਟੋ ਘੱਟ ਇੰਟਰਟੇਨਮੈਂਟ ਦੇ ਨਾਂ ਤੇ ਟੀਵੀ ਦੇ ਆਸਰੇ ਤੇ ਇੱਕ ਥਾਂ ਤੇ ਬਹਿ ਜਾਂਦੇ ਸੀ। ਹੁਣ ਤਾਂ ਆਪਣੇ ਆਪਣੇ ਕਮਰੇ 'ਚ, ਆਪਣੇ ਆਪਣੇ ਮੰਜੇ ਦੇ ਸਰਾਣੇ ਤੇ ਬਸ ਆਪਣੇ ਕੋਲ ਹੀ ਇੰਟਰਟੇਨਮੈਂਟ ਹੈ। ਹਰ ਬੰਦਾ ਆਪਣੀ ਮਸਤੀ 'ਚ ਲੱਗਾ। ਕਿਸੇ ਰਿਸ਼ਤੇਦਾਰੀ 'ਚ ਚਲੇ ਜਾਓ, ਕਿਸੇ ਵਿਆਹ ਸ਼ਾਦੀ 'ਚ ਚਲੇ ਜਾਓ, ਕਿਸੇ ਚਾਰ ਬੰਦਿਆਂ 'ਚ ਚਲੇ ਜਾਓ, ਜਿੰਨੀ ਮਰਜ਼ੀ ਕੀਮਤੀ ਗੱਲ ਕਰ ਲਓ, ਬਸ ਆਹ ਥਿਆਲੀ ਤੇ ਨਿਗਾਹ ਟਿਕੀ ਹਰ ਬੰਦੇ ਦੀ, ਬਸ ਇੱਥੇ ਹੀ ਲੱਗਾ। ਇੱਥੋਂ ਤਾਂ ਸਿਰ ਹੀ ਨਹੀਂ ਚੁੱਕਦੇ ਬੰਦੇ। ਮੋਬਾਈਲ ਦੀ ਕਾਢ ਪਤਾ ਕਿਉਂ ਕੱਢੀ ਸੀ ਅਗਲਿਆਂ ਨੇ? ਵੀ ਬੰਦਿਆਂ ਦਾ ਟਾਈਮ ਬਚੇ। ਮੋਬਾਈਲ ਕਾਹਦੇ ਲਈ ਆਇਆ ਸੀ? ਬੰਦਿਆਂ ਦਾ ਟਾਈਮ, ਚਿੱਠੀ ਨਾ ਲਿਖਣੀ ਪਵੇ, ਚਿੱਠੀ ਪਾਉਣ ਨਾ ਜਾਣਾ ਪਵੇ, ਚਿੱਠੀ ਲੈਣ ਨਾ ਜਾਣਾ ਪਵੇ, ਚਿੱਠੀ ਪੜਾਉਣੀ ਨਾ ਪਵੇ। ਬੰਦਿਆਂ ਕੋਲ ਫੋਨ ਹੋਣਾ, ਆਪਣੀ ਗੱਲ ਮਿੰਟ 'ਚ ਕਹਿ ਲੈਣ, ਟਾਈਮ ਬਚੇ। ਇਸ ਲਈ ਮੋਬਾਈਲ ਦੀ ਕਾਢ ਕੱਢੀ ਸੀ ਅਗਲਿਆਂ ਨੇ। ਤੇ ਅੱਜ ਸਭ ਤੋਂ ਵੱਧ ਟਾਈਮ ਖਰਾਬ ਕੌਣ ਕਰ ਰਿਹਾ? ਬੋਲੋ ਬੋਲੋ, ਮੋਬਾਈਲ। ਹੁਣ ਜਿਹਨੇ ਕਾਢ ਕੱਢੀ ਸੀ ਮੱਥੇ ਤੇ ਹੱਥ ਨਹੀਂ ਮਾਰਦਾ ਹੋਣਾ ਵੀ ਕਿਹੜੇ ਕਮਲਿਆਂ ਦੇ ਹੱਥ ਆ ਗਿਆ ਵੀ ਮੈਂ ਤੇ ਸੋਚਿਆ ਸੀ ਲੋਕ ਸੌਖੇ ਹੋਣਗੇ ਇਹਦੇ ਨਾਲ, ਲੋਕਾਂ ਦੀਆਂ ਦੂਰੀਆਂ ਘਟਣਗੀਆਂ, ਮੋਬਾਈਲਾਂ ਨਾਲ ਦੂਰੀਆਂ ਵਧੀਆਂ ਨੇ। ਅੱਗੇ ਬੰਦਾ, ਮੈਂ ਬੜੀ ਵਾਰ ਹੱਸਦਾ ਹੁੰਦਾ, ਜਦੋਂ ਦੇ ਮੋਬਾਈਲ ਆਏ ਨੇ ਉਦੋਂ ਦੇ ਤਲਾਕ ਵੱਧ ਗਏ ਨੇ। ਹੁਣ ਤੁਸੀਂ ਕਈਆਂ ਨੇ ਕਹਿਣਾ ਵੀ ਮੋਬਾਈਲ ਨਾਲ ਤਲਾਕ ਦਾ ਕੀ ਸੰਬੰਧ ਹੈ ਭਲਾ? ਮੋਬਾਈਲ ਥੋੜੀ ਤਲਾਕ ਕਰਾਉਂਦਾ ਹੈ। ਤੁਸੀਂ ਧਿਆਨ ਨਾਲ ਸਰਵੇ ਕਢਾ ਕੇ ਵੇਖ ਲਿਓ, ਸਿਆਣੇ ਬਜ਼ੁਰਗ ਤੁਹਾਡੇ 'ਚ ਬੈਠੇ ਨੇ, ਕਿਤੇ ਇਹਨਾਂ ਨਾਲ ਗੱਲਾਂ ਕਰਕੇ ਵੇਖਿਓ ਵੀ ਅੱਜ ਤੋਂ 15-20 ਸਾਲ ਪਹਿਲਾਂ ਨਾ ਮੋਬਾਈਲ ਹੁੰਦੇ ਸੀ ਤੇ ਨਾ ਤਲਾਕ ਹੁੰਦੇ। ਇਹ ਨਹੀਂ ਵੀ ਇਕੱਲੇ ਮੋਬਾਈਲ, ਹੁਣ ਕਸੂਰ ਮੋਬਾਈਲ ਦਾ ਨਹੀਂ ਹੈ। ਮੋਬਾਈਲ ਭੰਨਿਆ ਨਹੀਂ ਗੁਜ਼ਾਰਾ ਹੋਣਾ ਕਿ ਜੇ ਤੁਸੀਂ ਇਹ ਕਹੋ ਵੀ ਮੋਬਾਈਲ ਭੰਨ ਦਈਏ ਫਿਰ ਤਲਾਕ ਬੰਦ ਹੋ ਜਾਣਗੇ। ਇਹ ਨਹੀਂ, ਸਾਨੂੰ ਚੀਜ਼ਾਂ ਦੀ ਵਰਤੋਂ ਕਰਨ ਦੀ ਜਾਚ ਨਹੀਂ ਆਉਂਦੀ। ਜਦੋਂ ਫੋਨ ਨਹੀਂ ਹੁੰਦੇ ਸੀ, ਗੁੱਸਾ ਉਦੋਂ ਵੀ ਆਉਂਦਾ ਸੀ ਲੋਕਾਂ ਨੂੰ। ਗੁੱਸਾ ਤਾਂ ਪੰਜਾਬੀਆਂ ਨੂੰ ਪਹਿਲੇ ਦਿਨ ਤੋਂ ਹੀ ਆਉਂਦਾ, ਇਹ ਨਵਾਂ ਥੋੜ੍ਹੀ ਆਉਣ ਲੱਗਾ। ਪਰ ਜਦੋਂ ਗੁੱਸਾ ਮੋਬਾਈਲ ਤੋਂ ਬਿਨਾਂ ਆਉਂਦਾ ਸੀ ਨਾ, ਉਦੋਂ ਬੰਦਾ ਗੁੱਸੇ 'ਚ ਅੰਦਰ ਵੜ ਕੇ ਘੜੀ ਅੱਧਾ ਘੰਟਾ ਬਹਿ ਜਾਂਦਾ ਸੀ। ਅੱਧੇ ਘੰਟੇ ਬਾਅਦ ਫਿਰ ਦਿਮਾਗ ਥੋੜ੍ਹਾ ਜਿਹਾ ਠੰਡਾ ਹੋ ਜਾਂਦਾ ਸੀ। ਜਦੋਂ ਦਿਮਾਗ ਠੰਡਾ ਹੋ ਜਾਂਦਾ ਸੀ ਫਿਰ ਰਿਸ਼ਤੇਦਾਰਾਂ 'ਚ ਘੁਲ ਮਿਲ ਜਾਂਦਾ ਸੀ ਵੀ ਚੱਲ ਕੋਈ ਨਹੀਂ, ਨਿਬੜੀ ਗੱਲ। ਜੇ ਮਾਂ ਨੇ ਕਿਤੇ ਧੀ ਨੂੰ ਕੁਝ ਕਿਹਾ, ਸੱਸ ਨੇ ਨਹੁੰ ਨੂੰ ਕਿਹਾ, ਨਹੁੰ ਨੇ ਸੱਸ ਨੂੰ ਕਿਹਾ, ਗੁੱਸਾ ਤੇ ਬਹੁਤ ਆਇਆ, ਪਰ ਅੰਦਰ ਵੜ ਕੇ ਘੜੀ ਰੋ ਲਿਆ ਵਿਚਾਰੀ ਨੇ, ਮਾੜਾ ਜਿਹਾ ਦਿਲ ਦੁਲ ਹੌਲਾ ਕਰ ਲਿਆ। ਫਿਰ ਹੌਲੀ ਹੌਲੀ ਸ਼ਾਮਾਂ ਜੀਆਂ ਪੈ ਗਈਆਂ, ਚਾਹ ਦਾ ਟਾਈਮ ਹੋ ਗਿਆ। ਮਾਂ ਨੇ ਵੀ ਆਵਾਜ਼ ਮਾਰ ਲਈ ਵੀ ਪੁੱਤ ਚਾਹ ਬਣਾ। ਉਹਨੇ ਚਾਹ ਬਣਾ ਲਈ, ਬਹਿ ਕੇ ਇੱਕ ਥਾਂ ਤੇ ਪੀ ਲਈ, ਗੱਲ ਨਿਬੜ ਗਈ। ਹੁਣ ਜਦੋਂ ਕਿਹਾ ਸੱਸ ਨੇ ਨਹੁੰ ਨੂੰ ਕੁਝ, ਨਾਲੇ ਤੇ ਉਹ ਵੜ ਗਈ ਅੰਦਰ ਦੇ ਨਾਲੇ ਚੁੱਕ ਕੇ ਫੋਨ ਲਾ ਲਿਆ ਮਾਂ ਨੂੰ। ਹੁਣ ਵੇਟ ਨਹੀਂ ਨਾ ਕਰਨੀ ਪੈਣੀ, ਹੱਥ 'ਚ ਤੇ ਮਸ਼ੀਨ ਹੈ। ਤੇ ਅੱਗੋਂ ਜਿਹਨੂੰ ਫੋਨ ਲਾਇਆ ਫਿਰ ਉਹ ਤਾਂ, ਉਹਦੀ ਤਾਂ ਅੱਗੇ ਕੁੜਮਣੀ ਨਾਲ ਬਣਦੀ ਨਹੀਂ ਸੀ।
ਉਹਨੇ ਕਿਹੜਾ ਕਹਿਣਾ ਵੀ ਚੱਲ ਪੁੱਤ ਕੋਈ ਨਹੀਂ ਫਿਰ ਕੀ, ਮੈਂ ਵੀ ਕਿੰਨੀ ਵਾਰ ਤੈਨੂੰ ਕਿਹਾ ਹੈ, ਜੇ ਮਾਂ ਨੇ ਕਹਿ ਤਾ ਫਿਰ ਕੀ ਹੋ ਗਿਆ, ਸਿਆਣੀ ਹੈ, ਵੱਡੀ ਹੈ ਤੇਰੇ ਥਾਂ ਤੇ, ਕਹਿ ਹੀ ਦਿੱਤਾ ਹੈ ਨਾ, ਕੁਝ ਨਹੀਂ ਹੋਇਆ। ਕਹਿੰਦੀਆਂ ਹੁੰਦੀਆਂ ਮਾਵਾਂ, ਹੁਣ ਤੈਨੂੰ ਕਹਿ ਘੜੀ ਕੁ ਨੂੰ ਉਹਨੇ ਆਪੇ ਹੀ ਆਵਾਜ਼ ਮਾਰ ਲੈਣੀ ਹੈ, ਜੇ ਤੇ ਮਾਂ ਇਦਾਂ ਦੀ ਹੁੰਦੀ ਤਾਂ ਵੀ ਨਿਬੜ ਜਾਂਦਾ ਕੰਮ। ਉਹ ਕਹਿੰਦੀ ਤੂੰ 4 ਸੁਣਾਉਣੀਆਂ ਸੀ ਅੱਗੇ, ਤੂੰ ਸੁਣੀਆਂ ਕਿਉਂ? ਜਦੋਂ ਅਸੀਂ ਤੇਰੇ ਨਾਲ ਆ ਤੇ ਤੂੰ ਕਿਸੇ ਗੱਲੋਂ ਕਾਣੀ ਹੈ? ਤੇਰੇ 'ਚ ਕੋਈ ਕੱਜ ਹੈ? ਦੱਸੋ ਤੁਸੀਂ ਵੀ ਇਹ ਹੈ ਰਿਸ਼ਤੇਦਾਰੀਆਂ ਵਾਲੀ ਗੱਲ ਉਹਦਾ। ਔਰ ਇਹਨੇ ਇੰਨੀਆਂ ਮੁਸੀਬਤਾਂ ਖੜੀਆਂ ਕੀਤੀਆਂ ਨੇ ਨਾ, ਇੰਨੀਆਂ ਮੁਸੀਬਤ। ਸਭ ਤੋਂ ਵੱਧ ਝੂਠ ਦੁਨੀਆ 'ਚ ਮੋਬਾਈਲ ਨੇ ਵਧਾਇਆ, ਸਭ ਤੋਂ ਵੱਧ ਝੂਠ। ਅੱਜ ਬੰਦੇ ਨਾ ਝੂਠ ਬੋਲਣ ਦੇ ਆਦੀ ਕਾਹਦੇ ਨਾਲ ਹੋਏ ਨੇ ਭਲਾ? ਮੋਬਾਈਲ ਨਾਲ। ਤੇ ਮੈਂ ਬੜੀ ਵਾਰ ਕਹਿੰਦਾ ਹੁੰਦਾ ਵੀ ਜਦੋਂ ਆਦਤ ਪੈ ਜਾਏ ਨਾ, ਬੰਦਾ ਮੜਾ ਜਿਹਾ ਮਾਰ ਲਿਆ ਇੱਕ ਵਾਰ ਝੂਠ, ਫਿਰ ਕਹਿੰਦਾ ਚੱਲ ਕੋਈ ਨਹੀਂ, ਅੱਗੇ ਵੀ ਮਾਰਿਆ ਸੀ, ਥੋੜਾ ਜਿਹਾ ਹੋਰ ਮਾਰ ਲਾਂਗੇ, ਇਹਦੇ ਨਾਲ ਕੀ ਹੋਣਾ। ਸੁਭਾਅ ਹੀ ਹੈ ਨਾ ਸਾਡਾ, ਪੱਕ ਜਾਂਦਾ ਫਿਰ। ਇਸ ਲਈ ਗੁਰੂ ਬਾਬੇ ਦੀ ਬਾਣੀ ਨੇ, ਗੁਰੂ ਸਾਹਿਬ ਜੀ ਨੇ ਜੋ ਸਬਕ ਸਾਨੂੰ ਸਿਖਾਇਆ ਹੈ ਨਾ, ਉਹ ਅਸੀਂ ਸਿੱਖਿਆ ਨਹੀਂ ਹੈ। ਅਸੀਂ ਸਾਰੀਆਂ ਚੀਜ਼ਾਂ ਆਪਣੇ ਆਪਣੇ ਢੰਗ ਨਾਲ ਮੈਨੇਜ ਕੀਤੀਆਂ ਨੇ। ਔਰ ਅਸੀਂ ਉਹਦੇ ਅੰਦਰੋਂ ਪੇਸ਼ੈਂਸ ਲੈਣ ਦੀ ਬਜਾਏ, ਜਿਵੇਂ ਮੈਂ ਤੁਹਾਨੂੰ ਕਿਹਾ, ਸਮੱਸਿਆਵਾਂ ਦਾ ਹੱਲ ਕਰਨ ਲਈ ਚੀਜ਼ਾਂ ਪੈਦਾ ਹੁੰਦੀਆਂ ਨੇ। ਮਾਈਕ, ਇੰਟਰਨੈਟ। ਇੰਟਰਨੈਟ ਜਦੋਂ ਖੋਜ ਕੀਤੀ ਅਗਲਿਆਂ ਨੇ, ਤੇ ਇੰਟਰਨੈਟ ਦੀ ਖੋਜ ਇਸ ਕਰਕੇ ਕੀਤੀ ਸੀ ਅਗਲਿਆਂ ਨੇ ਵੀ ਜੇ ਕਿਸੇ ਬੰਦੇ ਕੋਲ ਬਹੁਤੇ ਸਾਧਨ ਨਾ ਵੀ ਹੋਣ ਤੇ ਥੋੜੇ ਸਾਧਨਾਂ ਨਾਲ ਆਪਣੀ ਗੱਲ ਦੂਜਿਆਂ ਤੱਕ ਪਹੁੰਚ ਜਾਏ। ਤੇ ਅੱਜ ਸਭ ਤੋਂ ਵੱਧ ਕਲੇਸ਼ ਹੀ ਇੰਟਰਨੈਟ ਦੇ ਨੇ, ਸਭ ਤੋਂ ਵੱਧ ਰੌਲਾ ਸੋਸ਼ਲ ਮੀਡੀਆ ਦਾ। ਇੰਨੀ ਗੱਲ ਨਹੀਂ ਹੁੰਦੀ ਜਿੰਨੀ ਬਣਾ ਕੇ ਇਹ ਸੋਸ਼ਲ ਮੀਡੀਆ ਵਾਲੇ ਦੁਨੀਆ ਦੇ ਸਾਹਮਣੇ ਲੈ ਆਉਂਦੇ। ਤੇ ਜੇ ਇੱਕ ਵਾਰ ਗੱਲ ਇਹਨਾਂ ਦੇ ਹੱਥ ਆ ਜਾਏ, ਫਿਰ ਉਹ ਗੱਲ ਟਿਕ ਕਿੱਦਾਂ ਜਾਏਗੀ ਭਲਾ? ਕਿਤੇ ਟਿਕਾ ਹੋ ਕਿੱਦਾਂ ਜਾਏਗਾ? ਮਸਾਲੇ ਲਾ ਲਾ ਕੇ ਆਪਣੀਆਂ ਚੀਜ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ। ਕਿਉਂਕਿ ਇਹਦੇ 'ਚ ਦੌੜ ਇਹ ਹੈ, ਤੁਹਾਡੇ 'ਚ ਸਿਆਣੇ ਵੀਰ ਜਾਣਦੇ ਹੋਣਗੇ, ਇੰਟਰਨੈਟ ਦੀ ਦੁਨੀਆ 'ਚ ਇਹ ਬਿਮਾਰੀ ਹੈ ਵੀ ਜਿਹਦੀ ਕੋਈ ਵੀ ਚੀਜ਼ ਵੱਧ ਵੇਖੀ ਜਾਏਗੀ ਨਾ, ਓਨਾ ਹੀ ਉਹਨੂੰ ਫਾਇਦਾ ਹੋਣਾ ਹੈ। ਤੇ ਕਿਸੇ ਦਾ ਘਰ ਉਜੜਦਾ ਹੈ, ਤਬਾਹ ਹੁੰਦਾ ਹੈ, ਬੇੜਾ ਗਰਕ ਹੁੰਦਾ, ਇਹਦੇ ਨਾਲ ਫਰਕ ਨਹੀਂ ਪੈਂਦਾ, ਉਹਨੂੰ ਫਰਕ ਪੈਂਦਾ ਆਪਣੇ ਵਿਊ ਨਾਲ। ਤੇ ਜਿਹੜੀ ਵੀ ਤਰ੍ਹਾਂ ਨਾਲ ਉਹਦੇ ਆਪਣੇ ਵਿਊ ਵੱਧ ਸਕਦੇ ਨਾ, ਵਧਾ ਰਿਹਾ ਹੈ ਉਹ। ਦੁਨੀਆ ਉਜੜਦੀ ਉਜੜ ਜਾਏ। ਸੋ ਸਮਾਜ ਦੇ ਅੰਦਰ ਜਿੰਨਾ ਵੀ ਅੱਜ ਵਿਗਾੜ ਪੈਦਾ ਹੋਇਆ ਹੈ ਨਾ, ਉਹ ਚੀਜ਼ਾਂ ਵਿਗਾੜ ਲਈ ਨਹੀਂ ਆਈਆਂ ਸਨ। ਮਾਈਕ ਸਿਸਟਮ, ਮੋਬਾਈਲ, ਇੰਟਰਨੈਟ, ਇਹ ਸਾਰੀਆਂ ਚੀਜ਼ਾਂ ਸਮਾਜ ਨੂੰ ਸੌਖਿਆਂ ਕਰਨ ਲਈ ਆਈਆਂ ਸਨ। ਪਰ ਸਭ ਤੋਂ ਵੱਧ ਔਖੇ ਇਹਨਾਂ ਕਰਕੇ ਹੋਏ ਪਏ ਆ ਅੱਜ ਅਸੀਂ। ਸਭ ਤੋਂ ਵੱਧ ਬਿਮਾਰੀਆਂ ਇਹਨਾਂ ਕਰਕੇ ਮੁੱਲ ਖਰੀਦੀਆਂ। ਸਰੀਰਕ ਸਮੱਸਿਆਵਾਂ। ਕਈ ਬੰਦੇ ਮੈਂ ਵੇਖਿਆ ਪੁਰਾਣੇ ਸਮੇਂ 'ਚ ਨਾ, ਜਿਹੜੇ ਸ਼ਰਾਬੀ ਹੁੰਦੇ ਸੀ, ਸ਼ਰਾਬੀ ਤੋਂ ਸਰਾਣੇ ਸ਼ਰਾਬ ਦੀ ਬੋਤਲ ਰੱਖ ਕੇ ਸੌਂਦੇ ਹੁੰਦੇ। ਉਹਨਾਂ ਨੂੰ ਪਤਾ ਹੁੰਦਾ ਸੀ ਪਤਾ ਨਹੀਂ ਕਦੋਂ ਦੌਰਾ ਪੈ ਜਾਏ, ਤੇ ਜਦੋਂ ਪਿਆ ਉਦੋਂ ਹੀ ਉੱਠ ਕੇ। ਤੇ ਹਾਲਤ ਵੀ ਇਦਾਂ ਦੀ ਹੁੰਦੀ ਸੀ, ਦੂਰੋਂ ਫੜਨ ਜਾਣ ਜੋਗੇ ਨਹੀਂ, ਉਹ ਸਰਾਣੇ ਹੀ ਰੱਖਦੇ ਹੁੰਦੇ ਸੀ। ਤੇ ਇਸ ਵੇਲੇ ਕਿਹੜਾ ਦੁਨੀਆ ਦਾ ਬੰਦਾ ਜਿਹੜਾ ਮੋਬਾਈਲ ਸਰਾਣੇ ਰੱਖ ਕੇ ਨਹੀਂ ਸੌਂਦਾ? ਸਭ ਤੋਂ ਵੱਧ ਇਹਨੂੰ ਦਿਮਾਗੀ ਤਾਂ ਹੈਗਾ, ਇਹ ਫਿਜ਼ੀਕਲੀ ਬਿਮਾਰੀਆਂ ਪੈਦਾ ਕਰਦਾ। ਜਿਹੜੇ ਆ ਬਹੁਤੇ ਬੰਦੇ ਨੇ ਸਿਰ ਪੀੜ, ਹਾਰਟ ਅਟੈਕ ਜਿਹੜਾ ਇੰਨਾ ਵੱਧ ਰਿਹਾ, ਕਿੱਥੋਂ ਆ ਰਹੀਆਂ ਨੇ ਬਿਮਾਰੀਆਂ? ਰੱਬ ਨੇ ਨਹੀਂ ਵਧਾਤੇ ਹਾਰਟ ਅਟੈਕ ਹੁਣ। ਮੋਬਾਈਲ ਵਰਤੋ ਭਰਾਓ, ਸਾਰੇ ਹੀ ਵਰਤਦੇ ਆ, ਅਸੀਂ ਵੀ ਵਰਤਦੇ ਆ, ਸਾਡੇ ਕੋਲ ਵੀ ਮੋਬਾਈਲ ਹੈ। ਵਰਤੋਂ ਕਰੋ ਇਹਦੀ, ਮੋਬਾਈਲ ਦੀ, ਪਰ ਇਹਦੀ ਕੋਈ ਲਿਮਿਟ ਰੱਖੋ। ਦਿਨ 'ਚ ਅੱਧਾ ਘੰਟਾ ਵਰਤਣਾ ਹੈ, ਘੰਟਾ ਵਰਤਣਾ ਹੈ, 2 ਘੰਟੇ ਵਰਤਣਾ ਹੈ। ਕਾਲ ਕਰਨ ਲਈ ਸੁਣਨਾ ਹੈ, ਵੇਖਣਾ ਹੈ, ਜਾਂ ਕੋਈ ਦੁਨੀਆ ਦਾ ਸਿਲਸਿਲਾ ਇਹਦੇ 'ਚ ਵੇਖਣਾ ਹੈ, ਅੱਧਾ ਪੌਣਾ ਘੰਟਾ ਲਾ ਲਓ ਇਹਦੇ 'ਤੇ, ਘੰਟਾ ਲਾ ਲਓ ਇਹਦੇ 'ਤੇ। ਇੱਕ ਦਿਨ 'ਚ 1 ਘੰਟਾ ਇਹਨੂੰ ਦੇ ਦਿਓ। ਜਦੋਂ ਬੱਚਿਆਂ 'ਚ ਬਹਿੰਦੇ ਆ, ਬੱਚਿਆਂ ਲਈ ਗੱਲ ਕਰਿਆ ਕਰੋ। ਜਦੋਂ ਪਰਿਵਾਰਾਂ 'ਚ ਬਹਿੰਦੇ ਆ, ਪਰਿਵਾਰ ਨਾਲ ਗੱਲ ਕਰਕੇ ਵੇਖਿਆ ਕਰੋ। ਪਰ ਅਸੀਂ ਸਾਰੇ ਦਾ ਸਾਰਾ ਟਾਈਮ ਇਹਨੂੰ ਦਿੱਤਾ ਹੈ। ਗੁਰਦੁਆਰੇ ਬਹਿ ਕੇ ਵੀ ਬਹੁਤੇ ਬੰਦੇ, ਗੁਰਦੁਆਰੇ ਦੇ ਅੰਦਰ ਬੈਠੇ ਬੰਦੇ ਵੀ, ਕੀਰਤਨ ਹੋ ਰਿਹਾ ਹੁੰਦਾ, ਉਹ ਕਿਸੇ ਹੋਰ ਹੀ ਦੋਸਤ ਨਾਲ ਗੱਲਾਂ ਮਾਰ ਰਹੇ ਹੁੰਦੇ ਨੇ। ਤੇ ਉਹਨੂੰ ਇਹ ਥੋੜ੍ਹੀ ਦੱਸ ਰਹੇ ਹੁੰਦੇ ਨੇ ਵੀ ਮੈਂ ਕੀਰਤਨ ਸੁਣ ਰਿਹਾ, ਆਹ ਸ਼ਬਦ ਚੱਲ ਰਹੇ, ਇਹ ਦੱਸਦੇ ਹੋਣਗੇ ਭਲਾ। ਜੇ ਇਹ ਦੱਸਦੇ ਹੋਣ ਤੇ ਧਿਆਨ ਨਾਲ ਸ਼ਬਦ ਨਾ ਸੁਣ ਲੈਣ। ਸਮਾਜ ਦੀਆਂ ਸਮੱਸਿਆਵਾਂ ਨੂੰ ਸਮਝੋ। ਸੂਝਵਾਨ ਵੀਰੋ ਭੈਣੋ, ਬਜ਼ੁਰਗੋ, ਬਚਾ ਲਓ ਆਪਣੀ ਪਨੀਰੀ ਜੇ ਬਚਦੀ ਹੈ ਤੇ। ਕਿਸਾਨੀ ਮਸਲਾ ਚੱਲ ਰਿਹਾ, ਮੈਂ ਹਰ ਥਾਂ ਤੇ ਜ਼ਿਕਰ ਕਰਦਾ। ਇਹ ਫਸਲਾਂ ਦੇ ਰੌਲੇ ਨਹੀਂ, ਨਸਲਾਂ ਦੇ ਰੌਲੇ ਨੇ। ਫਸਲ ਦੀ ਸਮੱਸਿਆ ਨਹੀਂ, ਨਸਲ ਦੀ ਸਮੱਸਿਆ ਹੈ।
ਜੇ ਇਹ ਘੋਲ ਹਾਰ ਗਏ ਭਾਰਤ ਵਾਸੀ ਤੇ ਭਾਰਤ ਦੀ ਹਰ ਵਰਗ ਦੀ ਨਸਲ ਗੁਲਾਮ ਹੋਏਗੀ ਉਹਨਾਂ ਇੰਡਸਟਰੀ ਵਾਲੇ ਬੰਦਿਆਂ ਦੀ ਜਿਹੜੀ ਇੰਡਸਟਰੀ ਤੁਹਾਡੇ ਬਜ਼ੁਰਗਾਂ ਨੇ ਆਪਣੇ ਪਿੱਠ ਤੇ ਡਾਂਗਾ ਖਾ ਖਾ ਕੇ ਕੱਢੀ ਸੀ। ਇੱਥੋਂ ਰੂਪ ਬਦਲ ਕੇ ਆ ਗਏ ਅਗਲੇ, ਕੁਛ ਨਹੀਂ ਫਰਕ ਪਿਆ, ਰੂਪ ਬਦਲ ਲਿਆ ਉਹਨਾਂ ਨੇ। ਗੁਲਾਮ ਅਸੀਂ ਉੱਦਾਂ ਹੀ ਹੋਣਾ, ਆਪਣੇ ਖੇਤਾਂ 'ਚ ਕਾਮੇ ਅਸੀਂ ਉੱਦਾਂ ਹੀ ਬਣਨਾ। ਆਪਣੀਆਂ ਪੀੜ੍ਹੀਆਂ ਸਾਡੀਆਂ ਗੁਲਾਮ ਹੁੰਦੀਆਂ, ਅਸੀਂ ਆਪ ਆਪਣੀਆਂ ਅੱਖਾਂ ਨਾਲ ਵੇਖਣੀਆਂ ਨੇ। ਅਜੇ ਸਾਨੂੰ ਲੱਗਦਾ ਕੋਈ ਗੱਲ ਨਹੀਂ, ਕੀ ਹੋਏਗਾ ਵੱਧ ਤੋਂ ਵੱਧ। ਤੇ ਗੱਲ ਸੱਚੀ ਇਕੱਲੀ ਫਸਲਾਂ ਦੀ ਨਹੀਂ ਹੈ। ਧਿਆਨ ਨਾਲ ਬੈਠ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ, ਪੜ੍ਹੇ ਲਿਖੇ ਸੂਝਵਾਨ ਵੀਰ ਧਿਆਨ ਨਾਲ ਇਹਨਾਂ ਚੀਜ਼ਾਂ ਨੂੰ ਵੇਖੋ, ਤੁਹਾਨੂੰ ਸਮਝ ਲੱਗੇਗੀ ਹਾਲਾਤ ਬਣ ਕੀ ਰਹੇ ਨੇ, ਕਹਾਣੀ ਜਾ ਕਿੱਧਰ ਨੂੰ ਰਹੀ ਹੈ। ਸਮਾਜ ਬਦਲਣ ਦੇ ਨਾਂ ਤੇ, ਸਮਾਜ ਬਦਲ ਦੇ ਨਾਂ ਤੇ ਕਿੰਨੀਆਂ ਗੁਲਾਮੀਆਂ ਸਾਡੇ ਗਲ ਪਾਤੀਆਂ ਨੇ ਅਗਲਿਆਂ ਨੇ, ਔਰ ਅਸੀਂ ਇੰਨੇ ਡਿਪੈਂਡ ਹੁੰਦੇ ਜਾਂਦੇ ਹਾਂ ਦਿਨੋਂ ਦਿਨ ਵੀ ਸ਼ਾਇਦ ਆਉਣ ਵਾਲੇ ਸਮੇਂ 'ਚ ਸਾਡਾ ਰਿਮੋਟ ਕੰਟਰੋਲ ਵੀ ਕਿਸੇ ਦੂਜੇ ਦੇ ਹੱਥ ਵਿੱਚ ਹੀ ਹੋਏਗਾ। ਤੁਹਾਡੇ ਕੋਲ ਕੁਝ ਨਹੀਂ ਹੋਣਾ, ਵੈਸੇ ਵੀ ਕੁਝ ਨਹੀਂ ਹੈ ਤੁਹਾਡੇ ਕੋਲ। ਹੁਣ ਅੱਜ ਦੀ ਜਿਹੜੀ ਦੁਨੀਆ ਹੈ ਨਾ, ਕੁਝ ਗੱਲਾਂ ਧਿਆਨ ਨਾਲ ਆਪਸ ਵਿੱਚ ਬਹਿ ਕੇ ਵਿਚਾਰਨ ਵਾਲੀਆਂ ਹੁੰਦੀਆਂ। ਤੁਸੀਂ ਪੁੱਛ ਵੀ ਸਕਦੇ ਹੋ, ਤੁਹਾਡੀ ਇੱਕ ਵੀ ਚੀਜ਼ ਆਪਣੀ ਨਹੀਂ ਹੈ। ਤੁਹਾਨੂੰ ਭੁਲੇਖਾ ਹੀ ਹੈ ਵੀ ਅਸੀਂ ਕਿਸੇ ਕਿਸੇ ਚੀਜ਼ ਦੇ ਹੁਣ ਮਾਲਕ ਹਾਂ, ਤੁਸੀਂ ਕਿਸੇ ਵੀ ਚੀਜ਼ ਦੇ ਮਾਲਕ ਨਹੀਂ ਆ। 90% ਤੁਹਾਡੀ ਮਲਕੀਅਤ ਅਗਲਿਆਂ ਦੇ ਹੱਥ ਚਲੇ ਗਈ ਹੈ। ਤੁਹਾਡਾ ਸਿਰਫ ਸਾਈਨ ਹੀ ਚੱਲਦਾ, ਨਹੀਂ ਵੀ ਕਰੋਗੇ ਸਾਈਨ ਤੇ ਸਾਈਨ ਵੀ ਪ੍ਰਿੰਟ ਪਿਆ ਹੈ ਉਹਨਾਂ ਕੋਲ, ਲੋੜ ਨਹੀਂ ਪੈਣੀ ਤੁਹਾਡੇ ਸਾਈਨ ਦੀ ਵੀ। ਤੁਹਾਡੇ ਸਾਰੇ ਡਾਟੇ ਹੈਗੇ ਨੇ ਉਹਨਾਂ ਕੋਲ, ਸਾਰੀਆਂ ਚੀਜ਼ਾਂ ਹੈਗੀਆਂ ਨੇ। ਐਵੇਂ ਨਹੀਂ 9 ਮਹੀਨਿਆਂ ਤੋਂ ਵੜੇ ਬੈਠੇ ਅਗਲੇ, ਬਿੱਲ ਰੱਦ ਕਰਨ ਦਾ, ਫਸਲ ਵੇਚਣ ਦਾ ਰੌਲਾ ਹੁੰਦਾ ਤੇ ਅਗਲਿਆਂ ਨੇ ਮਹੀਨੇ 'ਚ ਬਦਲ ਦੇਣੀ ਸੀ। ਜੇ ਏਡੇ ਵੱਡੇ ਇਕੱਠ ਕਰਕੇ ਇੰਨੇ ਲੋਕਾਂ ਨਾਲ ਵਰਲਡ ਵਾਈਡ ਦੁਨੀਆ ਇਸ ਕਿਸਾਨੀ ਸੰਘਰਸ਼ ਨਾਲ ਜੁੜੀ ਹੋਵੇ ਤੇ ਸੈਂਟਰ ਦੀ ਗੌਰਮੈਂਟ ਟਸ ਤੋਂ ਮਸ ਨਾ ਹੋਵੇ, ਤੇ ਮਤਲਬ ਸਮਝ ਆਉਂਦਾ ਹੈ ਵੀ ਕਹਾਣੀ ਫਸਲ ਦੀ ਨਹੀਂ ਹੈ ਇਕੱਲੀ ਦੀ, ਕਹਾਣੀ ਬਹੁਤ ਵੱਡੀ ਹੈ ਜਿਹੜੀ ਆਮ ਬੰਦਿਆਂ ਦਾ ਵਿਸ਼ਾ ਵੀ ਨਹੀਂ ਹੁੰਦਾ ਤੇ ਅਸੀਂ ਸਮਝਣਾ ਵੀ ਨਹੀਂ ਚਾਹੁੰਦੇ ਹੁੰਦੇ। ਖੈਰ, ਮੈਂ ਬੇਨਤੀ ਕਰਦਾ ਸੀ ਵੀ ਅਸੀਂ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਨਹੀਂ ਸਮਝੀਆਂ, ਇਹ ਤਾਂ ਕਦੋਂ ਸਮਝਾਂਗੇ। ਸਾਡੇ ਤਾਂ ਨਿਤਨੇਮ ਆਪਣੇ ਆਪਣੇ, ਸਾਡੇ ਅੰਮ੍ਰਿਤ ਆਪਣੇ। ਇੱਕ ਅੰਮ੍ਰਿਤ ਛਕ ਕੇ ਇਸ ਸੰਸਥਾ ਤੋਂ ਬੰਦਾ ਦੂਜੀ ਸੰਸਥਾ ਵਾਲੇ ਬੰਦੇ ਨੂੰ ਫਤਿਹ ਬੁਲਾ ਕੇ ਰਾਜੀ ਨਹੀਂ। ਇੱਕ ਸੰਸਥਾ 'ਚ ਬੰਦਾ ਅੰਮ੍ਰਿਤ ਛਕ ਆਵੇ ਨਾ ਤੇ ਉਹ ਦੂਜੀ ਸੰਸਥਾ ਵਾਲੇ ਬੰਦੇ ਨੂੰ ਵੇਖ ਰਾਜੀ ਨਹੀਂ ਹੁੰਦਾ। ਉਹ ਕਹਿੰਦੇ ਇਹ ਤਾਂ ਬੰਦਾ ਹੀ ਹੋਰ ਦੁਨੀਆ ਦਾ। ਕਿੱਦਾਂ ਦੇ ਸਿੱਖ ਮੇਰੇ ਬਾਬੇ ਨੇ ਸਾਜੇ ਸਨ, ਮੋਢੇ ਤੇ ਮਸਕ ਪਾ ਕੇ ਭਾਈ ਕਨ੍ਹਈਆ ਆਨੰਦਪੁਰ ਦੇ ਜੰਗ ਵਿੱਚ ਜਿਹੜੇ ਅੱਗੋਂ ਤੀਰ ਮਾਰ ਰਹੇ ਨੇ ਉਹਨਾਂ ਦੇ ਮੂੰਹ 'ਚ ਪਾਣੀ ਪਾ ਰਿਹਾ। ਕੈਸੀ ਕੌਮ ਸੀ ਇਹ, ਕਿੱਦਾਂ ਦੇ ਮਰਦ ਗੰਬੜ, ਕਿਹੋ ਜੀ ਸਿਰਜਣਾ ਕੌਮ ਦੀ ਮੇਰਾ ਬਾਪੂ ਕਰਨਾ ਚਾਹੁੰਦਾ ਸੀ। ਤੇ ਭਾਈ, ਕੁਝ ਬੰਦੇ ਸੋਚਦੇ ਹੁੰਦੇ ਨੇ ਸਾਡੇ ਵਾਂਗੂ, ਭਾਈ ਕਨ੍ਹਈਆ ਜੀ ਬਾਰੇ ਵੀ ਕਈਆਂ ਨੇ ਕਿਹਾ ਵੀ ਭਾਈ ਕਨ੍ਹਈਆ ਪਾਣੀ ਕਿਉਂ ਪਿਆਉਂਦਾ, ਇਹ ਤਾਂ ਦੁਸ਼ਮਣ ਹੈ, ਸਾਡੇ ਨਾਲ ਲੜਦੇ ਨੇ। ਤੇ ਭਾਈ ਕਨ੍ਹਈਆ ਜੀ ਨੇ ਕਿਹਾ ਸੀ, ਤੁਹਾਨੂੰ ਭੁਲੇਖਾ ਹੀ ਹੈ, ਜਿਹਦੇ ਮੂੰਹ ਵਿੱਚ ਮੈਂ ਪਾਣੀ ਦਾ ਘੁੱਟ ਪਾ ਦਿੰਦਾ ਨਾ, ਉਹ ਦੁਬਾਰਾ ਸਾਡੇ ਨਾਲ ਨਹੀਂ ਲੜਦਾ। ਤੁਸੀਂ ਦੁਸ਼ਮਣ ਧਰਤੀ ਤੇ ਸੁੱਟਦੇ ਹੋ, ਮੈਂ ਦੁਸ਼ਮਣ ਦੇ ਅੰਦਰੋਂ ਦੁਸ਼ਮਣੀ ਸੁੱਟ ਦਿੰਦਾ ਬਾਹਰ ਕੱਢ ਕੇ। ਤੁਹਾਡੇ ਕੋਲ ਆਪਣੀ ਕਲਾ ਹੈ, ਮੇਰੇ ਕੋਲ ਆਪਣੀ ਕਲਾ। ਤੇ ਭਾਈ ਕਨ੍ਹਈਆ ਜੀ, ਤੁਸੀਂ ਜਿਹੜੇ ਸਾਹਮਣੇ ਤੀਰਾਂ ਤਲਵਾਰਾਂ ਨਾਲ ਸਾਡੇ ਸੀਨੇ ਵਿੰਨ ਰਹੇ ਸਨ, ਸਾਨੂੰ ਮਾਰ ਰਹੇ ਸਨ, ਤੁਸੀਂ ਉਹਨਾਂ ਦੇ ਹੱਥਾਂ 'ਚੋਂ ਹਥਿਆਰ ਸੁਟਾ ਦਿੰਦੇ ਸੀ, ਤੁਸੀਂ ਉਹਨਾਂ ਦੇ ਹੱਥਾਂ 'ਚੋਂ ਤੀਰ ਸੁਟਵਾ ਦਿੰਦੇ ਸੀ ਪਾਣੀ ਦਾ ਘੁੱਟ ਮੂੰਹ ਵਿੱਚ ਪਾ ਕੇ, ਤੇ ਅਸੀਂ ਅੱਜ ਆਪਣਿਆਂ ਦੇ ਵੈਰੀ ਬਣੇ ਪਏ। ਭਾਵੇਂ ਸੋਸ਼ਲ ਮੀਡੀਆ ਤੇ ਵੇਖ ਲਿਓ, ਭਾਵੇਂ ਗੁਰਦੁਆਰਿਆਂ 'ਚ ਵੇਖ ਲਿਓ, ਸਭ ਤੋਂ ਵੱਧ ਧਰਮ ਦੀਆਂ ਲੜਾਈਆਂ ਗੁਰਦੁਆਰਿਆਂ 'ਚ ਇਸੇ ਮਸਲੇ ਤੋਂ ਹੋਈਆਂ ਪਈਆਂ ਨੇ। ਬੰਦਾ ਲੜੀ ਜਾ ਰਿਹਾ, ਜਿੱਥੇ ਵੇਖੋ ਲੜ ਰਿਹਾ, ਜਿੱਥੇ ਵੇਖੋ ਲੜ ਰਿਹਾ। ਇਕੱਠੇ ਹੋ ਕੇ ਬਹਿਣ ਦੀ ਗੱਲ, ਵੀਰ ਕਵਿਤਾ ਦੀਆਂ ਲਾਈਨਾਂ ਪੜ੍ਹ ਰਹੇ ਸਨ ਜਦੋਂ ਅਸੀਂ ਨਮਸਕਾਰ ਕਰ ਰਹੇ ਸੀ, ਤੁਹਾਡੇ ਧਿਆਨ ਹੋਣੀਆਂ। ਜੇ ਅਸੀਂ ਇੱਕ ਪਿਤਾ ਦੇ ਬੱਚੇ ਹਾਂ ਤੇ ਸਾਨੂੰ ਰਲ ਮਿਲ ਕੇ ਰਹਿਣਾ ਚਾਹੀਦਾ। ਜੇ ਸਾਡਾ ਪਿਓ ਇੱਕ ਹੈ, ਪਰ ਅਸੀਂ ਪਿਓ ਦੇ ਇੱਕ ਦੇ ਪੁੱਤ ਹੋਣ ਦੇ ਬਾਵਜੂਦ ਵੀ ਕਿੰਨੇ ਹਿੱਸਿਆਂ 'ਚ ਵੰਡੇ ਪਏ। ਗੁਰੂ ਕੇ ਪਿਆਰਿਓ, ਇਕੱਠੇ ਹੋਏ ਆਇਆ ਘਰ ਜਸਨ ਵਾਟ ਵਟਾਇਆ। ਥੋੜਾ ਥੋੜਾ ਬਦਲੀਏ ਆਪਣੇ ਆਪ। ਗੁਰਦੁਆਰਾ ਸਿੱਖੀ ਦਾ ਸਕੂਲ ਹੈ ਤੇ ਸਿੱਖੀ ਦੇ ਸਕੂਲ ਵਿੱਚ ਸਿਲੇਬਸ ਅਹਿਮ ਹੁੰਦਾ ਹੈ। ਕੀ ਅਹਿਮ ਹੁੰਦਾ ਹੈ? ਸਿਲੇਬਸ। ਕਿਸੇ ਵੀ ਸਕੂਲ ਦਾ ਅਹਿਮ ਸਿਲੇਬਸ ਹੁੰਦਾ ਹੈ।
ਸਰਕਾਰਾਂ ਜਿਵੇਂ ਕਰਦੀਆਂ ਨੇ ਨਾ ਕਈ ਵਾਰ ਕਿ ਸਕੂਲ ਦਾ ਰੰਗ ਬਦਲ ਦਿਓ। ਕੱਲ ਮੈਨੂੰ ਕੋਈ ਸੱਜਣ ਪੁੱਛਦਾ ਸੀ, ਕਹਿੰਦਾ ਪੰਜਾਬ ਦੇ ਸਕੂਲਾਂ ਦਾ ਮਾਹੌਲ ਬਹੁਤ ਬਦਲ ਗਿਆ। ਮੈਂ ਕਿਹਾ ਮਾਹੌਲ ਨਹੀਂ ਬਦਲਿਆ, ਰੰਗ ਹੀ ਬਦਲਿਆ। ਤੁਹਾਨੂੰ ਹੀ ਲੱਗਦਾ ਵੀ ਬਹੁਤ ਬਦਲ, ਕਿਉਂਕਿ ਕੈਮਰੇ ਤਾਂ ਰੰਗ ਹੀ ਵਿਖਾਉਂਦੇ ਨੇ ਨਾ, ਕੈਮਰੇ ਨੇ ਪੜ੍ਹਾਈ ਥੋੜ੍ਹੀ ਵਿਖਾਉਣੀ ਹੈ। ਕੈਮਰਾ ਤੇ ਰੰਗ ਹੀ ਵਿਖਾਉਂਦਾ ਤੇ ਰੰਗ ਸੋਹਣੇ ਨੇ। ਰੰਗ ਬਦਲਣ ਨਾਲ, ਫਰਨੀਚਰ ਬਦਲਣ ਨਾਲ, ਫਰਸ਼ਾਂ ਬਦਲਣ ਨਾਲ ਇਹ ਚੰਗੀਆਂ ਹੋਣੀਆਂ ਚਾਹੀਦੀਆਂ ਨੇ, ਪਰ ਇਹਨਾਂ ਦੇ ਬਦਲ ਨਾਲ ਪੜ੍ਹਾਈ ਨਹੀਂ ਆ ਜਾਣੀ। ਗੁਰੂ ਨਾਨਕ ਦੇ ਧੀਓ ਪੁੱਤਰੋ, ਇਹ ਗੁਰੂ ਨਾਨਕ ਦਾ ਘਰ ਵੀ ਸਿੱਖੀ ਦਾ ਸਕੂਲ ਹੈ। ਇੱਥੇ ਅਹਿਮ ਧਿਆਨ ਦਿਆ ਕਰੋ ਵੀ ਸਿੱਖੀ ਦਾ ਸਿਲੇਬਸ ਕੀ ਹੈ। ਮਹਾਰਾਜ ਸਾਨੂੰ ਸਿਲੇਬਸ ਕੀ ਦੇ ਕੇ ਗਏ, ਤੇ ਉਹ ਸਿਲੇਬਸ ਹੈ ਜਿਹਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹੋ ਤੁਸੀਂ ਅੱਜ, ਜਿਹੜਾ ਅੱਜ ਤੋਂ 417 ਸਾਲ ਪਹਿਲਾਂ ਪ੍ਰਕਾਸ਼ ਕਰਕੇ ਮਹਾਰਾਜ ਨੇ ਸਾਡੇ ਸਾਹਮਣੇ ਰੱਖਤਾ। ਤੇ ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਬੁੱਢਾ ਲਿਹੋ ਆਵਾਜ਼, ਖੋਲੋ ਗ੍ਰੰਥ। ਬਾਬਾ ਬੁੱਢਾ ਜੀ ਗ੍ਰੰਥ ਖੋਲੋ, ਤੇ ਬਾਬਾ ਬੁੱਢਾ ਜੀ ਨੇ ਖੋਲਿਆ ਗ੍ਰੰਥ। ਤੇ ਗੁਰੂ ਨਾਨਕ ਸਾਹਿਬ ਜੀ ਨੇ ਪੰਜਵੀਂ ਜੋਤ ਨੇ ਕਿਹਾ ਲਿਓ ਆਵਾਜ਼, ਇਹਦੇ ਚੋਂ ਆਵਾਜ਼ ਲਓ। ਸੁਣੇ ਸਭ ਪੰਥ, ਸਾਰਾ ਪੰਥ ਸੁਣੇ ਇਸ ਆਵਾਜ਼ ਨੂੰ। ਤੇ ਸੱਚੀ ਸੁਣਿਆ ਸਾਰੇ ਪੰਥ ਨੇ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼, ਚੌਂ ਵਰਨਾ ਕੋ ਸਾਂਝਾ, ਸਾਰਿਆਂ ਨੇ ਸੁਣਿਆ। ਤੇ ਇੰਨੇ ਧਿਆਨ ਨਾਲ ਸੁਣਿਆ। 11 ਭੱਟਾਂ ਨੇ ਜਿਨ੍ਹਾਂ ਦਾ ਬੇਸਿਕਲੀ ਪਿਛੋਕੜ ਬ੍ਰਾਹਮਣਿਜ਼ਮ ਨਾਲ ਹੈ। ਬੇਸਿਕਲੀ 11 ਭੱਟ ਬ੍ਰਾਹਮਣ ਨੇ। ਜਿਹੜੇ ਕਈ ਵੀਰ ਕਹਿੰਦੇ ਨੇ ਨਾ ਸ਼ਾਇਦ ਸਿੱਖ ਪੰਡਤਾਂ ਦੇ ਖਿਲਾਫ ਨੇ, ਬ੍ਰਾਹਮਣਾਂ ਦੇ ਖਿਲਾਫ। 11 ਭੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਕਿਸੇ ਬ੍ਰਾਹਮਣ ਦੇ ਖਿਲਾਫ ਕਿਵੇਂ ਸਿੱਖ ਹੋ ਸਕਦਾ? 11 ਭੱਟਾਂ ਦੀ ਬਾਣੀ ਦਰਜ ਹੈ ਨਾ, ਤੇ ਸਿੱਖ ਕਿਸੇ ਖਾਸ ਫਿਰਕੇ ਦੇ ਖਿਲਾਫ ਨਹੀਂ ਹੋ ਸਕਦਾ। ਜੇ ਅਸੀਂ ਖਿਲਾਫ ਹਾਂ ਤੇ ਅਸੀਂ ਉਹਦੇ ਖਿਲਾਫ ਹਾਂ ਜਿਹੜਾ ਹੱਥ ਵੇਖ ਕੇ ਸਾਨੂੰ ਦੱਸਦਾ ਹੈ ਵੀ ਤੇਰੀ ਕਿਸਮਤ ਵਿੱਚ, ਜ਼ਿੰਦਗੀ ਵਿੱਚ ਚੇਂਜ ਆਉਣੀ ਹੈ ਕਿ ਨਹੀਂ ਆਉਣੀ। ਜਿਹੜਾ ਹੱਥ ਦੀਆਂ ਲਕੀਰਾਂ ਵੇਖ ਕੇ ਸਾਡੀ ਕਿਸਮਤ ਦੇ ਫੈਸਲੇ ਕਰਦਾ ਹੈ, ਅਸੀਂ ਉਹਦੇ ਖਿਲਾਫ। ਤੇ ਜਿਹੜਾ ਕਹਿੰਦਾ ਹੈ ਵੀ ਇਹਨਾਂ ਹੱਥਾਂ ਨਾਲ ਆਪਣੀ ਕਿਸਮਤ ਘੜਨੀ ਪੈਂਦੀ ਹੈ, ਅਸੀਂ ਉਹਦੇ ਖਿਲਾਫ ਨਹੀਂ ਆ। ਗੁਰੂ ਨਾਨਕ ਸਾਹਿਬ ਦਾ ਘਰ ਕਹਿੰਦਾ ਹੈ ਆਪਣੀ ਕਿਸਮਤ ਘੜਨ ਲਈ ਤਿਆਰੀ ਆਪ ਕਰਿਆ ਕਰ। ਕੋਈ ਖਿਲਾਫਤ ਨਹੀਂ ਕਰ ਸਕਦਾ ਐਸੇ ਬੰਦੇ ਦੀ। 11 ਭੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। 11 ਭੱਟਾਂ 'ਚੋਂ 2 ਭੱਟ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਜਿਨ੍ਹਾਂ ਦੇ ਆਪਣੇ ਸ਼ਬਦ ਦਰਜ ਨੇ, ਉਹਨਾਂ 11 ਭੱਟਾਂ 'ਚੋਂ 2 ਭੱਟ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਮੈਦਾਨੇ ਜੰਗ ਵਿੱਚ ਲੜ ਕੇ ਸ਼ਹੀਦ ਹੋਏ ਨੇ। 2 ਗੁਰੂ ਸ਼ਹੀਦ ਨੇ, 2 ਭੱਟ ਸ਼ਹੀਦ ਨੇ। ਗੁਰੂ ਤੇ ਸਾਨੂੰ ਪਤਾ ਹੈ ਜਿਹੜੇ ਸ਼ਹੀਦ ਨੇ ਗੁਰੂ ਸਾਹਿਬਾਨ, ਗੁਰੂ ਅਰਜਨ ਸਾਹਿਬ ਜੀ ਤੇ ਗੁਰੂ, ਬੋਲੋ ਗੱਜ ਕੇ, ਕਿਹੜੇ ਗੁਰੂ ਸਾਹਿਬ ਨੇ ਦੂਜੇ? ਗੁਰੂ ਤੇਗ ਬਹਾਦਰ ਜੀ। 2 ਗੁਰੂ ਸਾਹਿਬਾਨ ਸ਼ਹੀਦਾਂ ਦੀ ਬਾਣੀ। ਤੇ 2 ਭੱਟ, ਭੱਟ ਮਥੁਰਾ ਜੀ ਤੇ ਭੱਟ ਕੀਰਤ ਜੀ। ਔਰ ਇਹਨਾਂ ਭੱਟਾਂ ਦੇ, ਇਹਨਾਂ ਦਾ ਵੱਡਾ ਵਡੇਰਾ ਭਗਤ ਭੱਟ ਭਿੱਖਾ ਜੀ। ਤੇ ਜਿਹੜੇ ਬਾਕੀ 11 ਭੱਟ ਨੇ ਭਗਤ ਭਿੱਖਾ ਜੀ ਦਾ ਅੰਸ਼ ਬੰਸੀ ਹੈ। ਅਲੱਗ-ਅਲੱਗ 11 ਭੱਟ ਨਹੀਂ ਆਏ। ਭਗਤ ਭਿੱਖਾ ਜੀ ਦਾ ਅੰਸ਼ ਬੰਸੀ ਗੁਰੂ ਨਾਨਕ ਦੇ ਘਰ ਵਿੱਚ ਆਇਆ। ਔਰ ਇਹ ਆਇਆ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੇਲੇ, ਜਿਹਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਮਿਲ ਜਾਂਦੀ ਹੈ। ਡਿੱਠੇ ਜਦੋਂ ਇਹਨਾਂ ਨੇ ਗੁਰੂ ਸਾਹਿਬ ਜੀ ਕੋਲ ਆਣ ਕੇ ਦੀਦਾਰ ਕੀਤੇ ਨਾ, ਤੇ ਇਹਨਾਂ ਨੇ ਆਣ ਕੇ ਕਹਿਆ ਤੈਂ ਪੜ੍ਹਿਓ ਇੱਕ ਮਨ ਧਰਿਓ, ਇੱਕ ਇਕਸ ਮੈਂ ਲੀਣੋ। ਗੁਰੂ ਅਮਰਦਾਸ ਪਾਤਸ਼ਾਹ ਜੀ ਸਲੋ, ਜਿਹੜੇ ਸਵਈਏ ਮਹਲੇ ਤੀਜੇ ਕੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ। 5 ਪਾਤਸ਼ਾਹਾਂ ਦੇ ਨਾਲ ਉਹਨਾਂ ਨੇ ਇਹ ਸਵਈਆਂ ਦਾ ਜ਼ਿਕਰ ਕੀਤਾ ਹੈ। ਔਰ ਉਹਨਾਂ ਨੇ ਆਣ ਕੇ ਗੁਰੂ ਸਾਹਿਬ ਜੀ ਦੇ ਕੋਲ ਬਾਣੀ ਦਾ ਉਚਾਰਨ ਕੀਤਾ ਹੈ। ਉਹ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਅਸੀਂ ਸਮਾਪਤੀ ਵਾਲੇ ਦਿਨ ਉਹਨੂੰ ਪੜ੍ਹਦੇ ਹਾਂ, ਬਹੁਤ ਸਾਰਿਆਂ ਨੂੰ ਤੁਹਾਨੂੰ ਪਤਾ ਹੈ। ਔਰ ਇਹਨਾਂ ਦੇ ਭਗਤ ਦੇ ਵਿੱਚ ਭੱਟਾਂ ਵਿੱਚੋਂ 7 ਮੈਂਬਰ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਹੀਦ ਹੋਏ ਨੇ। ਭੱਟਾਂ 'ਚੋਂ 7 ਮੈਂਬਰ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਵੀ ਸ਼ਹੀਦ ਹੋਏ। ਇਹਦਾ ਮਤਲਬ ਹੈ ਇਹ ਅੰਸ਼ ਬੰਸ ਗੁਰੂ ਨਾਨਕ ਦੇ ਘਰ ਨਾਲ ਜੁੜਿਆ ਹੋਇਆ ਸੀ। ਬੜਾ ਵੱਡਾ ਪਿਛੋਕੜ ਇਹਨਾਂ ਦਾ ਗੁਰੂ ਨਾਨਕ ਦੇ ਘਰ ਨਾਲ ਜੁੜਿਆ ਹੈ। ਪਰ ਅਸੀਂ ਕੀ ਕੀਤਾ ਹੈ? ਅਸੀਂ ਇਹ ਸਾਰੀਆਂ ਚੀਜ਼ਾਂ ਧਿਆਨ ਨਾਲ, ਗੌਰ ਨਾਲ ਕਦੇ ਨਹੀਂ ਵੇਖੀਆਂ, ਜਾਂ ਇਹਨਾਂ ਨੂੰ ਅਸੀਂ ਰਲ ਮਿਲ ਕੇ ਇੱਦਾਂ ਬਹਿਣ ਦਾ ਯਤਨ ਨਹੀਂ ਕੀਤਾ। ਮਾਫ ਕਰਿਓ, ਆ ਥੋੜਾ ਹੁਣ ਚੇਂਜ ਆ ਰਹੀ ਹੈ। ਸਾਡੀ ਜਿਹੜੀ ਯੂਥ ਜਨਰੇਸ਼ਨ ਹੈ ਪੜ੍ਹ ਰਹੀ ਹੈ, ਬਜ਼ੁਰਗ ਵੀ ਥੋੜੇ ਸਮਝ ਰਹੇ ਨੇ। ਹੌਲੀ ਚੇਂਜ, ਤੁਹਾਡੇ 'ਚ ਬਹੁਤ ਸਾਰੇ ਵੀਰ ਭਰਾ ਇੱਦਾਂ ਦੇ ਬੈਠੇ ਹੋਣਗੇ ਜਿਨ੍ਹਾਂ ਨੂੰ ਸਾਨੂੰ ਪਤਾ, ਅਸੀਂ ਗੁਰਦੁਆਰੇ ਗੁਰਪੁਰਬ ਪਤਾ ਕਿੱਦਾਂ ਮਨਾਉਂਦੇ ਹੁੰਦੇ ਸੀ। ਕਦੇ ਅਖੰਡ ਪਾਠ ਰੱਖਦੇ ਸੀ, ਪਿੰਡ 'ਚ ਗਰਾਈ ਕਰਦੇ ਸੀ, ਅਖੰਡ ਪਾਠ ਦਾ ਭੋਗ ਪਾ ਦਿੰਦੇ ਸੀ ਤੇ ਲੰਗਰ ਛਕਾ ਕੇ ਘਰਾਂ ਨੂੰ ਚਲੇ ਜਾਂਦੇ ਸੀ। ਆਪਾਂ ਇਹ ਤੋਂ ਅਗਲੀ ਕੋਈ ਗੱਲ ਨਹੀਂ ਸੀ ਕਰਦੇ।
ਇਹ ਤਾਂ ਹੌਲੀ ਹੌਲੀ ਸ਼ੁਰੂ ਹੋਇਆ ਵੀ ਆਪਾਂ ਜਿਹਦਾ ਅਖੰਡ ਪਾਠ ਰੱਖਦੇ ਆ ਉਹਦਾ ਕੋਈ ਸ਼ਬਦ ਤਾਂ ਵੇਖੀਏ ਪੜ੍ਹ ਕੇ। ਫਿਰ ਕੀਰਤਨ ਹੋਣੇ ਸ਼ੁਰੂ ਹੋਏ। ਅੱਜ ਤੋਂ 5 7 10 ਸਾਲ ਪਹਿਲਾਂ ਨਾ, ਜਦੋਂ ਵਿਚਾਰ ਦੀ ਗੱਲ ਚੱਲਦੀ ਹੁੰਦੀ ਸੀ ਤੇ ਲੋਕ ਕਹਿੰਦੇ ਸੀ ਨਹੀਂ ਵਿਚਾਰ ਨਹੀਂ, ਕੀਰਤਨ ਤਾਂ ਹੋ ਸਕਦਾ ਪਰ ਵਿਚਾਰ ਨਹੀਂ। ਕੀਰਤਨ ਤਾਂ ਚੱਲ ਠੀਕ ਹੈ, ਗੱਲ ਸਮਝ ਆਉਂਦੀ, ਵਿਚਾਰ ਕੀ ਕਰਨੀ ਹੈ ਬਾਣੀ ਦੀ, ਕੌਣ ਕਰ ਸਕਦਾ? ਤੇ ਸਾਡੇ ਕਈ ਧਾਰਮਿਕ ਬੰਦੇ ਵੀ ਕਹਿ ਦਿੰਦੇ ਹੁੰਦੇ ਸੀ, ਲੈ ਕੋਈ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਥੋੜ੍ਹੀ ਕਰ ਸਕਦਾ, ਮਹਾਰਾਜ ਦੀ ਅਗਾਧ ਬੋਧ ਬਾਣੀ ਹੈ, ਇਹ ਤਾਂ ਬਹੁਤ ਮਹਿੰਗੀ ਮਹਾਰਾਜ ਨੇ ਲਿਖੀ ਹੈ, ਤੇ ਆਮ ਬੰਦਾ ਕਿੱਥੇ ਇਹਦੀ ਕੋਈ ਵਿਚਾਰ ਕਰ ਸਕਦਾ? ਤੇ ਸਾਨੂੰ ਗੱਲ ਵੀ ਬੜੀ ਚੰਗੀ ਲੱਗਦੀ ਸੀ ਵੀ ਗੱਲ ਤਾਂ ਠੀਕ ਹੈ ਵੀ ਕੋਈ ਦੁਨਿਆਵੀ ਬੰਦਾ ਜਿਹੜਾ ਆਮ ਸੰਸਾਰਿਕ ਪੈਦਾ ਹੋਇਆ ਉਹਦੇ ਕੋਲ ਇੰਨੀ ਅਕਲ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਕਰੇ। ਗੱਲ ਕਿੰਨੀ ਵਧੀਆ ਲੱਗਦੀ, ਕਿੰਨੀ ਸਤਿਕਾਰ ਵਾਲੀ ਗੱਲ ਲੱਗਦੀ ਹੈ। ਪਰ ਅਸਲ ਵਿੱਚ ਇੱਕ ਉਦਾਹਰਣ ਦਿੰਦਾ, 1604 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, 1 ਸਤੰਬਰ 1604 ਵਿੱਚ। 1606 ਵਿੱਚ ਗੁਰੂ ਅਰਜਨ ਸਾਹਿਬ 30 ਮਈ 1606, ਇਹ ਤਰੀਕਾਂ ਬਦਲਦੀਆਂ ਰਹਿੰਦੀਆਂ ਅੱਗੇ ਦੀ ਅੱਗੇ, 30 ਮਈ 1606 ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ। ਤੇ ਸ਼ਹਾਦਤ ਦਾ ਕਾਰਨ ਜਿਹੜਾ ਸਾਨੂੰ ਅਜੇ ਤੱਕ ਦੱਸਿਆ ਗਿਆ ਉਹ ਇਹ ਦੱਸਿਆ ਗਿਆ ਵੀ ਗੁਰੂ ਸਾਹਿਬ ਜੀ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਮੋੜਤਾ ਸੀ, ਇਸ ਕਰਕੇ ਸ਼ਹਾਦਤ। ਇਹੋ ਹੀ ਸੁਣਿਆ ਨਾ ਆਪਾਂ, ਬਹੁਤਾ ਜ਼ਿਆਦਾ ਜ਼ੋਰ ਇਹਦੇ ਤੇ ਹੀ ਦਿੱਤਾ। ਪਹਿਲੀ ਗੱਲ ਤਾਂ ਇਹ ਧਿਆਨ ਨਾਲ ਸਮਝੋ ਵੀ ਇੱਕ ਲੜਕੀ ਦੇ ਰਿਸ਼ਤੇ ਦੇ ਬਦਲੇ ਏਡੀ ਵੱਡੀ ਗੱਲ ਨਹੀਂ ਹੋ ਸਕਦੀ, ਏਡਾ ਵੱਡਾ ਸਿਲਸਿਲਾ ਨਹੀਂ ਵਾਪਰ ਸਕਦਾ ਵੀ ਇੱਕ ਵਿਆਹ ਦਾ ਰੌਲਾ ਹੋਵੇ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਵਰਗੀ ਮਹਾਨ ਸ਼ਖਸੀਅਤ ਇੱਕ ਵਿਆਹ ਦੇ ਰਿਸ਼ਤੇ ਬਦਲੇ ਸ਼ਹਾਦਤ ਦਾ ਜਾਮ ਪੀ ਜਾਏ। ਤੇ ਜੇ ਕੱਲ ਨੂੰ ਸਿੱਖ ਸਮਝ ਵੀ ਲੈਣ, ਕਿਤੇ ਧਿਆਨ ਨਾਲ ਇਕੱਠੇ ਹੋ ਕੇ ਜਾਣ ਵੀ ਲੈਣ, ਤੇ ਸ਼ਹਾਦਤ ਇੱਕ ਪਰਿਵਾਰ ਦੇ ਨਾਲ ਜੁੜ ਕੇ ਰਹਿ ਜਾਏ ਵੀ ਰੌਲਾ ਤੇ ਵਿਆਹ ਦਾ ਸੀ। ਹੁਣ ਇੱਕ ਟੱਬਰ ਦੀ ਗੱਲ ਰਹਿ ਜਾਏਗੀ ਨਾ ਫਿਰ ਕੱਲੀ, ਜੇ ਵਿਆਹ ਵਾਲੀ ਗੱਲ ਹੈ ਤੇ ਫਿਰ ਕਈ ਬੰਦੇ ਇਦਾਂ ਦੇ ਵੀ ਹੋ ਸਕਦੇ ਨੇ ਵੀ ਨਾ ਜਵਾਬ ਦਿੰਦੇ ਵਿਆਹ ਦਾ, ਨਹੀਂ ਦੇਣਾ। ਹੋ ਸਕਦਾ ਕੱਲ ਨੂੰ ਕੋਈ ਬੰਦਾ ਦਲੀਲ ਦੇ ਦੇ ਵੀ ਨਾ, ਨਹੀਂ ਦੇਣਾ ਚਾਹੀਦਾ ਸੀ ਜਵਾਬ, ਜਦੋਂ ਮਹਾਰਾਜ ਇਸ ਗੱਲ ਦੀ ਪਰਵਾਹ ਹੀ ਨਹੀਂ ਕਰਦੇ। ਬਾਣੀ 'ਚ ਸ਼ਬਦ ਲਿਖਿਆ ਵੀ ਕੋਈ ਬੋਲ ਉੱਚੇ ਮਾੜੇ ਕਹਿ ਵੀ ਦੇਵੇ, ਸਿੱਖ ਨਹੀਂ ਪਰਵਾਹ ਕਰਦਾ। ਤੇ ਜੇ ਕਹਿ ਤੇ ਸੀ ਚੰਦੂ ਨੇ 2 ਬੋਲ, ਫਿਰ ਕੀ ਹੋ ਗਿਆ? ਇਹਨਾਂ 2 ਬੋਲਾਂ ਬਦਲੇ ਰਿਸ਼ਤਾ ਛੱਡਤਾ। ਧੀ ਦਾ ਕਸੂਰ ਕੋਈ ਨਹੀਂ, ਤੇ ਇੱਕ ਪਰਿਵਾਰ ਦਾ ਮਸਲਾ ਸੀ ਜਿਹਦੇ 'ਚ ਗੁਰੂ ਸਾਹਿਬ ਜੀ ਦੀ ਇੱਕ ਬੇਨਤੀ ਹੋਰ ਕਰਦਾ, ਪਤਾ ਨਹੀਂ ਤੁਹਾਡੇ ਇੱਥੇ ਸ਼ੁਰੂ ਹੋਇਆ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਹਿਸਟਰੀ ਦਾ ਸਿਲੇਬਸ ਹੈ ਨਾ, 1-2 ਬੇਨਤੀਆਂ ਜ਼ਰੂਰੀ ਕਰਨੀਆਂ ਨੇ। ਇਸ ਵੇਲੇ ਪੰਜਾਬ ਦੀਆਂ ਜਿੰਨੀਆਂ ਯੂਨੀਵਰਸਿਟੀਆਂ ਨੇ ਸਾਰਿਆਂ 'ਚ ਵਾਈਸ ਚਾਂਸਲਰ ਉਹ ਲੱਗੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀ ਨੇ। ਜੇ ਤੁਸੀਂ ਧਿਆਨ ਨਾਲ ਸਮਝੋਗੇ ਇਹਨਾਂ ਗੱਲਾਂ ਨੂੰ, ਪੰਜਾਬ ਦੀਆਂ ਜਿੰਨੀਆਂ ਯੂਨੀਵਰਸਿਟੀਆਂ ਨੇ ਉਹਨਾਂ 'ਚ ਸਾਰੇ ਵਾਈਸ ਚਾਂਸਲਰ ਉਹ ਬੰਦੇ ਲਾਏ ਨੇ, ਉਹ VC ਸਾਰੇ ਉਹ ਲਾਏ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧੀ ਨੇ। ਕਿਉਂ ਭਲਾ? ਕਿਉਂਕਿ ਜੇ ਯੂਨੀਵਰਸਿਟੀ ਦਾ ਕੋਈ ਸਿਲੇਬਸ ਅਸੀਂ ਤਿਆਰ ਕਰਨਾ ਹੋਵੇ ਜਿਹੜਾ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਵਿਰੋਧ ਵਿੱਚ ਜਾਂਦਾ ਹੋਵੇ ਤੇ ਘੱਟੋ ਘੱਟ VC ਉਹਦਾ ਵਿਰੋਧ ਨਾ ਕਰੇ। ਇਸ ਕਰਕੇ ਸਿੱਖ ਮਾਨਸਿਕਤਾ ਵਾਲਾ ਬੰਦਾ ਨਹੀਂ ਲਾਉਣਾ ਉੱਥੇ। ਬੜੀਆਂ ਮੈਂ ਤਾਂ ਕਿਹਾ ਸੀ ਵੀ ਜੇ ਆਪਾਂ ਇਦਾਂ ਸਮਝਾਂਗੇ ਨਾ ਧਿਆਨ ਨਾਲ, ਬਹੁਤ ਕੁਝ ਸਾਨੂੰ ਲੱਗਦਾ ਵਧੀਆ ਚੱਲੀ ਜਾਂਦਾ, ਵਧੀਆ ਨਹੀਂ ਚੱਲ ਰਿਹਾ ਕੁਝ ਵੀ, ਬਹੁਤ ਕੁਝ ਵਿਗੜਿਆ ਹੋਇਆ ਹੈ। ਮਤਾ ਸੋਚਿਓ ਠੀਕ ਚੱਲ ਰਿਹਾ ਹੈ। ਜਿਸ ਤਰ੍ਹਾਂ ਦੇ ਹਾਲਾਤ ਨੇ, ਜਿਸ ਤਰ੍ਹਾਂ ਦੀ ਸਿਚੁਏਸ਼ਨ ਹੈ, ਜਿਸ ਬੰਨੇ ਨੂੰ ਸਾਨੂੰ ਹੌਲੀ ਹੌਲੀ ਖਤਮ ਕਰਨ ਦੀਆਂ ਪਲੈਨਿੰਗਾਂ ਹੋ ਰਹੀਆਂ ਨੇ, ਔਰ ਇਸ ਵਾਰ ਜਿਹੜੀ ਖਤਮ ਕਰਨ ਦੀ ਪਲੈਨਿੰਗ ਹੈ ਨਾ, ਉਹ ਇਦਾਂ ਦੀ ਨਹੀਂ ਹੋਣੀ ਵੀ ਤੁਹਾਡੇ ਤੇ ਅਗਲੇ ਸਿੱਧਾ ਹਮਲਾ ਕਰਨਗੇ। ਜਦੋਂ ਸਿੱਧਾ ਹਮਲਾ ਕਰਦੇ ਨੇ ਸਿੱਖ ਨਹੀਂ ਮਰਦਾ ਕਦੇ ਵੀ। 84 'ਚ ਆਇਆ ਸੀ ਸਾਨੂੰ ਮਾਰਨਾ, ਮਰ ਗਏ ਕਿਤੇ ਅਸੀਂ। ਸ਼ਾਇਦ ਸਾਡੇ ਹੱਡਾਂ 'ਚ ਇਹ ਗੱਲ ਪਈ ਹੈ, ਜਿਉਂ-ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ, ਜਿਹੜਾ ਸਾਨੂੰ ਮਾਰਦਾ, ਵੱਢਦਾ, ਖਤਮ ਕਰਦਾ, ਅਸੀਂ ਉਨੇ ਹੀ ਦੂਣੇ ਸਵਾਏ ਹੁੰਦੇ ਜਾਂਦੇ ਹਾਂ। ਫਿਰ ਇਸ ਕਰਕੇ ਮਾਰੋ ਨਾ ਇਹਨਾਂ ਨੂੰ ਬਦਲ ਦਿਓ। ਬਦਲੇ ਦਾ ਕੀ ਹੋਏਗਾ? ਇਹਨਾਂ ਦਾ ਨਕਸ਼ਾ ਹੀ ਬਦਲ ਦਿਓ, ਇਹਨਾਂ ਦੀ ਦਿਸ਼ਾ ਨਿਰਦੇਸ਼ ਹੀ ਚੇਂਜ ਕਰ ਦਿਓ। ਇਹ ਉੱਡਣ ਜਿੰਨੇ ਮਰਜ਼ੀ ਉੱਚੇ, ਪਰ ਇਹਨਾਂ ਨੂੰ ਇਹ ਨਾ ਪਤਾ ਲੱਗੇ ਅਸੀਂ ਜਾ ਕਿੱਧਰ ਨੂੰ ਰਹੇ ਹਾਂ। ਇਹਨਾਂ ਦਾ ਕੰਪਾਸ ਸਿਸਟਮ ਹੈ ਨਾ ਜਿਹੜਾ, ਜਿਹਨੇ ਦਿਸ਼ਾ ਨਿਰਦੇਸ਼ ਦੇਣੀ ਹੈ ਸਾਨੂੰ, ਉਹਦੇ ਤੇ ਪਾਬੰਦੀਆਂ ਲਾ ਦਿਓ। ਔਰ ਲੱਗੀਆਂ ਹੌਲੀ ਹੌਲੀ ਸ਼ਬਦ ਬੜੇ ਚੰਗੇ ਲੱਗਦੇ ਸੀ ਵੀ ਵੇਖੋ ਆਮ ਬੰਦਾ ਬਾਣੀ ਦੀ ਵਿਚਾਰ ਨਹੀਂ ਕਰ ਸਕਦਾ, ਪਰ 1604 ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ। ਇਸ ਬਾਬੇ ਦੀ ਬਾਣੀ ਦੇ ਬੋਲਾਂ ਨੇ ਦੁਨੀਆ ਹਿਲਾ ਕੇ ਰੱਖਤੀ। ਇਸ ਬਾਣੀ 'ਚ ਲਿਖਿਆ ਸੀ, ਤਖਤ ਰਾਜਾ ਸੋ ਬਾਹੈ ਜੋ ਤਖਤ ਹੈ
ਲਾਇਕ ਹੋਏ। ਪਹਿਲੀ ਵਾਰ ਕਿਸੇ ਧਰਮ ਗ੍ਰੰਥ ਵਿੱਚ ਰਾਜੇ ਨੂੰ ਚੈਲੰਜ ਕੀਤਾ ਗਿਆ ਸੀ। ਦੁਨੀਆ ਦੇ ਧਰਮ ਗ੍ਰੰਥ ਫਰੋਲ ਲਿਓ, ਇੰਗਲੈਂਡ ਵਰਗੇ ਮੁਲਕਾਂ, ਡਿਵੈਲਪ ਕੰਟਰੀਆਂ ਦੇ ਮੁਲਕਾਂ ਵਿੱਚ ਧਰਮ ਗ੍ਰੰਥ ਲਿਖੇ ਗਏ ਆ ਔਰ ਉਹਨਾਂ ਰਾਜਿਆਂ ਨੂੰ ਕੁਝ ਨਹੀਂ ਕਿਹਾ, ਕਿਉਂਕਿ ਰਾਜਿਆਂ ਦੀ ਛਤਰ ਛਾਇਆ ਹੇਠ ਲਿਖੇ ਜਾਂਦੇ ਆ, ਰਾਜਿਆਂ ਦੀ ਰਹਿਨੁਮਾਈ 'ਚ ਲਿਖੇ ਜਾਂਦੇ ਆ। ਇਹ ਦੁਨੀਆ 'ਚ ਇੱਕੋ ਹੀ ਇੱਕ ਗ੍ਰੰਥ ਹੈ ਜਿੱਥੇ ਲਿਖਿਆ ਰਾਜੇ ਸ਼ੀ ਮੁਕੱਦਮ ਕੁੱਤੇ ਜਾਇਜ਼ ਗਾਇਨ ਬੈਠੇ ਸੁੱਤੇ, ਜਿਹਦੇ 'ਚ ਲਿਖਿਆ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਇੰਨੇ ਸਖਤ ਸ਼ਬਦ, ਇੰਨੇ ਇੱਥੋਂ ਤੱਕ ਵੱਡੀ ਲੈ ਕੇ ਹੱਕ ਗਵਾਏ। ਆਸਾ ਕੀ ਵਾਰ ਦਾ ਕੀਰਤਨ ਸੁਣਿਓ ਕਦੀ? ਸਾਡੇ ਤੇ ਸੁੱਤਿਆ ਲੰਘ ਜਾਂਦਾ ਹੈ ਨਾ, 4 ਤੋਂ 6 ਟਾਈਮ ਹੈ ਆਸਾ ਦੀ ਵਾਰ ਦਾ, ਤੇ ਸਾਡਾ ਉੱਠਣ ਦਾ 7:30 ਟਾਈਮ ਹੈ। ਉਹ ਕਦੋਂ ਲੰਘਦੀ ਹੈ ਆਸਾ ਦੀ ਵਾਰ ਸਾਨੂੰ ਨਹੀਂ ਪਤਾ। ਤੇ ਜੇ ਕਈਆਂ ਘਰਾਂ 'ਚ ਰਿਵਾਜ ਹੈ ਵੀ ਸਵੇਰੇ ਦਰਬਾਰ ਸਾਹਿਬ ਤੋਂ ਆਸਾ ਦੀ ਵਾਰ ਦਾ ਕੀਰਤਨ ਲਾ ਦਿਓ, ਤੇ ਉਹ ਕੀਰਤਨ ਲਾ ਹੀ ਦਿੰਦੇ ਆ ਬਸ ਉੱਠ ਕੇ 4:30 ਵਜੇ। ਆਪਾਂ ਬਾਅਦ 'ਚ ਸੁਣਦਾ ਕੋਈ ਨਹੀਂ ਉਹਨਾਂ ਨੂੰ, ਲਾ ਕੇ ਤੇ ਬਾਅਦ 'ਚ ਫਿਰ ਆਪਾਂ ਨਜ਼ਾਰੇ ਨੀਂਦ ਹੀ ਲੈਨੇ। ਹੁਣ ਉਹ ਆਸਾ ਕੀ ਵਾਰ ਜਿਹੜੀ ਹੈ ਨਾ, ਉਹਦੇ ਕਦੀ ਧਿਆਨ ਨਾਲ ਸ਼ਬਦ ਵੇਖਿਓ, ਕਦੀ ਧਿਆਨ ਨਾਲ ਉਸ ਆਸਾ ਕੀ ਵਾਰ ਨੂੰ ਪੜ੍ਹਿਓ। ਕਿੱਡੇ ਗਜਬ ਦੇ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖੇ। ਅੰਧੀ ਰਈਅਤ ਗਿਆਨ ਵਿਹੂਣੀ, ਭਾ ਭਰੈ ਮੁਰਦਾਰ। ਗਿਆਨ ਤੋਂ ਵਿਹੂਣੀ ਰਈਅਤ ਮੁਰਦਿਆਂ ਦੇ ਮਗਰ ਲੱਗਦੀ ਹੈ। ਇਹ ਆਸਾ ਕੀ ਵਾਰ 'ਚ ਲਿਖਿਆ ਹੈ। ਅੰਧੀ ਰਈਅਤ, ਰਈਅਤ ਦਾ ਮਤਲਬ ਹੁੰਦਾ ਰਿਆਇਆ। ਅੰਧੀ ਰਈਅਤ ਗਿਆਨ ਵਿਹੂਣੀ, ਭਾ ਭਰੈ ਮਗਰ ਲੱਗਦੀ ਹੈ, ਆਖੇ ਲੱਗਦੀ ਹੈ। ਕਿਹਦੇ? ਮੁਰਦਿਆਂ ਦੇ। ਤੇ ਜਿਹੜੇ ਜਾਗਦੇ ਹੁੰਦੇ ਨੇ ਉਹ ਮੁਰਦਿਆਂ ਦੇ ਆਖੇ ਥੋੜੀ ਲੱਗਦੇ ਨੇ। ਤੇ ਸਾਡੇ ਸਿੱਖ ਕਿੰਨੇ ਨੇ ਜਿਹੜੇ ਮੁਰਦਿਆਂ ਦੇ ਮਗਰ ਲੱਗਦੇ ਨੇ? ਇੱਕ ਮੁਰਦਾ ਸਾਡੇ ਉੱਥੇ ਪੰਜਾਬ 'ਚ, ਇੱਥੋਂ ਖੀਰਾਂ ਲੈ ਕੇ ਜਾਂਦੇ ਨੇ ਉਸ ਮੁਰਦੇ ਤੱਕ। ਇੱਥੇ ਵੀ ਕਈ ਹੋਣੇ ਨੇ। ਜਿਉਂਦੇ ਜਾਗਦੇ ਵੀ ਮੁਰਦੇ ਹੁੰਦੇ ਆ। ਖੈਰ, ਮੈਂ ਬੇਨਤੀ ਕਰਨ ਲੱਗਾ ਸੀ ਵੀ 1604 ਵਿੱਚ ਪ੍ਰਕਾਸ਼ ਹੋਇਆ, ਤੇ ਇਸ ਪ੍ਰਕਾਸ਼ ਹੋਣ ਤੋਂ ਬਾਅਦ ਮੁਗਲ ਸਲਤਨਤ ਸੀ ਉਸ ਵੇਲੇ। ਇੱਥੇ ਮੁਗਲ ਹਕੂਮਤ ਦਾ ਰਾਜ ਸੀ। ਜੜ੍ਹਾਂ ਹਿੱਲ ਗਈਆਂ ਮੁਗਲ ਸਲਤਨਤ ਦੀਆਂ। ਮਤਲਬ ਇੱਦਾਂ ਕਹਿ ਲਓ ਤੁਸੀਂ, ਵੱਡੇ ਵੱਡੇ ਉਹਨਾਂ ਦੇ ਥੰਮ ਕਹਾਉਣ ਵਾਲੇ ਭਾਈ ਮੰਝ ਦਾ ਨਾਮ ਸੁਣਿਆ, ਜਿਹੜਾ ਸਖੀ ਸਰਵਰੀਆਂ ਦਾ ਬਹੁਤ ਵੱਡਾ ਕੱਟੜ ਪ੍ਰਚਾਰਕ ਸੀ, ਜਿਹਦਾ ਕੰਮ ਸੀ ਸਿੱਖਾਂ ਨੂੰ ਸਿੱਖੀ ਨਾਲੋਂ ਤੋੜ ਕੇ ਇਸਲਾਮ ਵਿੱਚ ਲਿਆਉਣਾ। ਤੇ ਗੁਰੂ ਨਾਨਕ ਦੀ ਸਿੱਖੀ ਨੇ ਕੀ ਕੀਤਾ? ਉਹਨੂੰ ਉਧਰ ਨਾਲੋਂ ਤੋੜ ਕੇ ਕਿੱਧਰ ਲੈ ਆਂਦਾ? ਸਿੱਖੀ ਵਿੱਚ। ਲਾਹੌਰ ਦਰਬਾਰ ਵਿੱਚ ਚਰਚਾ ਹੋਣੀ ਸ਼ੁਰੂ ਹੋਈ, ਕਿੱਧਰ ਨੂੰ ਤੁਰ ਰਿਹਾ ਸਾਰਾ ਸਿਲਸਿਲਾ। ਤੁਸੀਂ ਕਹਿੰਦੇ ਸੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਸਿੱਖ ਬਦਲ ਦੇਣੇ ਨੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਤੁਹਾਡੇ ਕਹਿੰਦੇ ਘੁਮਾਉਂਦੇ ਪ੍ਰਚਾਰਕ ਬਦਲ ਕੇ ਸੁੱਟਦੇ। ਭਾਈ ਬਹਿਲੋ ਵਰਗੇ ਬੰਦੇ, ਭਾਈ ਤਿਲਕਾ ਜੀ ਵਰਗੇ ਬੰਦੇ, ਇਹ ਤਾਂ ਸਾਰਾ ਸਿਲਸਿਲਾ ਹੀ ਬਦਲ ਗਿਆ। ਫਿਰ ਰਾਤ ਦੀ ਨੀਂਦ ਉੱਡੀ ਉਸ ਰਾਜ ਦਰਬਾਰ ਦੀ। ਉਹਨਾਂ ਨੇ ਕਿਹਾ ਛੇਤੀ ਤੋਂ ਛੇਤੀ ਇਸ ਗੁਰੂ ਨਾਨਕ ਦੇ ਘਰ ਤੇ ਪਾਬੰਦੀਆਂ ਲਾ ਦਿਓ। ਜੇ ਇਹ ਗੱਲ ਵੱਧਦੀ ਇੱਦਾਂ ਹੀ ਵੱਧਦੀ ਗਈ ਨਾ, ਤੇ ਉਹ ਦਿਨ ਦੂਰ ਨਹੀਂ ਜਿੱਦਣ ਪੂਰੀ ਦੁਨੀਆ ਤੇ ਗੁਰੂ ਨਾਨਕ ਦੀ ਸਿੱਖੀ ਦਾ ਡੰਕਾ ਵੱਜਿਆ ਕਰੇਗਾ। ਇੱਥੋਂ ਸ਼ੁਰੂ ਹੋਈ ਸੀ ਇਹ ਗੱਲ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਗਾਧ ਬੋਧ ਹੈ, ਆਮ ਬੰਦੇ ਨੂੰ ਸਮਝ ਨਹੀਂ ਸਕਦੇ। ਇੱਥੋਂ ਸ਼ੁਰੂ ਹੋਈਆਂ ਸੀ ਗੱਲਾਂ। ਇਹ ਸਾਨੂੰ ਐ ਲੱਗਦਾ ਸਤਿਕਾਰ ਵਿੱਚੋਂ ਨਿਕਲੀਆਂ ਨੇ, ਸਤਿਕਾਰ ਵਿੱਚੋਂ ਨਹੀਂ ਨਿਕਲੀ। ਸਤਿਕਾਰ ਵਾਲੀਆਂ ਬਣਾ ਕੇ ਪੇਸ਼ ਕੀਤੀਆਂ ਨੇ ਵੀ ਆਮ ਬੰਦਾ ਇਹਨੂੰ ਵਿਚਾਰੇ ਨਾ, ਆਮ ਬੰਦਾ ਇਹਦੇ ਤੇ ਧਿਆਨ ਨਾ ਦੇਵੇ, ਆਮ ਬੰਦਾ ਇਹਦੇ ਤੇ ਗੌਰ ਨਾ ਕਰੇ, ਤਾਂ ਕਿ ਇਹ ਸਾਡੇ ਘਰਾਂ 'ਚ ਆਮ ਰੂਟੀਨ ਵਿੱਚੋਂ। ਹੋਰ ਇੱਕ ਸ਼ਬਦ ਜਿਹੜਾ ਆਮ ਅਸੀਂ ਆਪਣੇ ਘਰਾਂ 'ਚ ਵਰਤਦੇ ਆ, ਸਾਡੇ ਘਰਾਂ 'ਚ ਨਾ ਹਰ ਤਰ੍ਹਾਂ ਦਾ ਸਮਾਨ ਹੈਗਾ, ਹਰ ਤਰ੍ਹਾਂ ਦਾ। ਬੱਚਿਆਂ ਵਾਲੇ ਘਰ 'ਚ ਸ਼ਰਾਬ ਰੱਖਣੀ ਚਾਹੀਦੀ ਹੈ? ਉੱਚੀ ਬੋਲ ਕੇ ਦੱਸੋ ਮੈਨੂੰ। ਬੱਚਿਆਂ ਵਾਲੇ ਘਰ 'ਚ ਸ਼ਰਾਬ ਨਹੀਂ ਰੱਖਣੀ ਚਾਹੀਦੀ, ਪਰ ਪਈ ਆ ਨਾ ਕਿਤੇ ਕਿਤੇ, ਹੈਗੀ ਆ ਨਾ ਘਰਾਂ 'ਚ। ਅੱਛਾ, ਕਹਿ ਤੁਸੀਂ ਇਹ ਰਹੇ ਹੋ ਵੀ ਰੱਖਣੀ ਨਹੀਂ ਚਾਹੀਦੀ। ਹੋ ਮੈਂ ਤੁਹਾਡੀ ਨਹੀਂ ਹੋ ਸਕਦਾ, ਤੁਹਾਡੇ 'ਚ ਕੋਈ ਰੱਖਦਾ ਹੀ ਨਾ ਹੋਵੇ। ਗੱਲ ਤੇ ਆਪਾਂ ਆਮ ਕਰ ਰਹੇ ਹਾਂ। ਹੁਣੇ ਵੀ ਆ ਕਈ, ਜ਼ਰੂਰੀ ਨਹੀਂ। ਹੁਣ ਬੱਚਿਆਂ ਵਾਲੇ ਘਰਾਂ 'ਚ ਸ਼ਰਾਬ ਨਹੀਂ ਚਾਹੀਦੀ, ਪਰ ਹੈਗੀ ਹੈ। ਅੱਛਾ, ਬੱਚਿਆਂ ਵਾਲੇ ਘਰਾਂ 'ਚ ਪੋਥੀਆਂ ਚਾਹੀਦੀਆਂ ਕਿ ਨਹੀਂ? ਬੋਲੋ, ਚਾਹੀਦੀਆਂ ਕਿ ਨਹੀਂ? ਪਰ ਹੈ ਨਹੀਂ। ਪੋਥੀ ਤੇ ਕਿਸੇ ਘਰ ਵੀ ਨਹੀਂ ਹੈ।
ਸਾਡੇ ਘਰਾਂ 'ਚ ਪੋਥੀਆਂ ਕਿਵੇਂ ਚਕਾਈਆਂ ਭਲਾ? ਇਹਨਾਂ ਦਾ ਘਰ 'ਚ ਸਤਿਕਾਰ ਨਹੀਂ ਹੁੰਦਾ। ਇਸ ਕਰਕੇ ਆਪਣੇ ਘਰ ਸੈਂਚੀ ਨਾ ਰੱਖੋ, ਜੇ ਰੱਖਣੀ ਹੋਈ ਤੇ ਸ਼ਰਾਬ ਦੀ ਪੇਟੀ ਰੱਖ ਲਿਓ। ਥੋੜੇ ਜਿਹੇ ਸੂਖਸ਼ਮ ਦਿਮਾਗ ਨਾਲ ਨਾ, ਗੰਭੀਰਤਾ ਨਾਲ ਸੋਚਿਓ ਇਹਨਾਂ ਗੱਲਾਂ। ਇਹ ਕਰਨੀਆਂ ਨਹੀਂ ਕਿਸੇ ਨੇ ਵੀ। ਇਹ ਸਾਡੇ ਪ੍ਰਚਾਰ ਪ੍ਰਸਾਰ ਦਾ ਵਿਸ਼ਾ ਨਹੀਂ ਰਹਿ ਗਿਆ ਅੱਜ। ਸੌਖਾ ਜਿਹਾ ਕੰਮ ਹੈ, ਵਧੀਆ 2 ਸ਼ਬਦ ਪੜ੍ਹੋ, 2 ਸ਼ਬਦਾਂ ਦੇ ਪ੍ਰਮਾਣ ਪੜ੍ਹੋ, ਇੱਕ ਸਾਖੀ ਯਾਦ ਕਰੋ, ਇੱਕ ਘਟਨਾ ਸੁਣਾਓ, ਆਪਣੇ ਘਰ ਨੂੰ ਜਾਓ, ਲੋਕ ਵੀ ਖੁਸ਼, ਆਪਾਂ ਵੀ ਖੁਸ਼, ਨਾ ਕੋਈ ਨਾਰਾਜ਼ ਹੋਵੇ, ਨਾ ਕੋਈ ਇਹ ਕਹੇ ਵੀ ਆਹ ਗੱਲ ਕਿਉਂ ਕਹਿਤੀ, ਇੱਦਾਂ ਭਾਈ ਸਾਹਿਬ ਨੇ ਕਿਉਂ ਕਿਹਾ, ਇਹਦੇ ਨਾਲ ਤੇ ਬੰਦਾ ਫਲਾਨਾ ਨਾਰਾਜ਼ ਹੋ ਸਕਦਾ, ਇਹਦੇ ਨਾਲ ਕੋਈ ਗੁੱਸਾ ਕਰ ਸਕਦਾ। ਸੌਖਾ, ਸਾਡੇ ਲਈ ਵੀ ਸੌਖਾ, ਤੁਹਾਡੇ ਲਈ ਵੀ ਸੌਖਾ। ਸਾਨੂੰ ਅਗਲੀ ਵਾਰ ਤੁਸੀਂ ਬੜੇ ਚਾਅ ਨਾਲ ਸੱਦਣਾ ਵੀ ਉਹ ਭਾਈ ਸਾਹਿਬ ਹੋਣਾ ਨੂੰ ਸੱਦੋ, ਵਧੀਆ, ਨਾਲੇ ਪ੍ਰਮਾਣ ਸੁਣਾ ਕੇ ਗਏ ਸੀ, ਨਾਲੇ ਸ਼ਬਦ ਸੁਣਾ ਕੇ ਗਏ ਸੀ, ਕੋਈ ਇੱਦਾਂ ਦੀ ਗੱਲ ਨਹੀਂ ਸੀ ਹੋਈ। ਤੇ ਜਿਹੜੀਆਂ ਗੱਲਾਂ ਮੈਂ ਕਰ ਰਿਹਾ, ਹੋ ਸਕਦਾ ਕਈਆਂ ਦੇ ਦਿਮਾਗ ਵਿੱਚ ਆਵੇ ਵੀ ਇਹ ਤਾਂ ਨਹੀਂ ਕਹਿਣਾ ਚਾਹੀਦਾ। ਵੇਖੋ ਜੇ ਹੁਣ ਕਿਸੇ ਨੇ ਰੱਖੀ ਹੈ ਤੇ ਅਗਲੇ ਦੀ ਮਰਜ਼ੀ ਹੈ ਨਾ। ਹੁਣ ਗੁਰਦੁਆਰੇ ਕਿਸੇ ਨੂੰ ਤੁਸੀਂ ਇੱਦਾਂ ਕਹੋਗੇ, ਕਿੱਥੇ ਕਹੀਏ ਜਾ ਕੇ? ਫਿਰ ਠੇਕੇ ਵਾਲੇ ਥੋੜ੍ਹੀ ਕਹਿਣ ਦੇਣਗੇ। ਠੇਕੇ ਦੇ ਬਾਹਰ ਖਲੋ ਕੇ ਕਹਾਂਗੇ ਵੀ ਸ਼ਰਾਬ ਨਹੀਂ ਰੱਖਣੀ, ਅਗਲੇ ਗੱਲ ਨਹੀਂ ਪੈਣਗੇ। ਆਹ ਤੇ ਆਪਣਾ ਘਰ ਹੈ ਨਾ, ਇੱਥੇ ਹੀ ਕਹਿ ਸਕਦੇ ਆ ਨਾ ਅਸੀਂ। ਨਾਲੇ ਮੈਂ ਥੋੜ੍ਹੀ ਕਿਹਾ, ਤੁਸੀਂ ਆਪ ਹੀ ਕਿਹਾ ਵੀ ਬੱਚਿਆਂ ਵਾਲੇ ਘਰਾਂ 'ਚ ਸ਼ਰਾਬ ਨਹੀਂ ਚਾਹੀਦੀ, ਪਰ ਪਈ ਹੈ। ਬੱਚਿਆਂ ਦੇ ਘਰਾਂ 'ਚ ਪੋਥੀਆਂ ਚਾਹੀਦੀਆਂ ਨੇ, ਪਰ ਹੈ ਨਹੀਂ। ਸਾਡੇ ਘਰ ਵਿੱਚ ਗੁਟਕੇ, ਸੈਂਚੀਆਂ, ਪੋਥੀਆਂ, ਇਤਿਹਾਸ ਦੀਆਂ ਕਿਤਾਬਾਂ ਬਿਲਕੁਲ ਹੀ ਹੈ ਨਹੀਂ, ਨਾਮ ਹੀ ਹੈ ਨਹੀਂ ਸਾਡੇ ਘਰਾਂ ਵਿੱਚ। ਇਸ ਵੇਲੇ ਸਭ ਤੋਂ ਜ਼ਿਆਦਾ ਪੜ੍ਹੀ ਲਿਖੀ ਸਟੇਟ ਕਿਹੜੀ ਹੈ ਇੰਡੀਆ 'ਚ? ਭਲਾ ਪਤਾ ਤੁਹਾਨੂੰ ਸਾਰਿਆਂ ਨੂੰ? ਕਿਸੇ ਵੀਰ ਨੂੰ ਪਤਾ ਸਭ ਤੋਂ ਪੜ੍ਹੀ ਲਿਖੀ ਸਟੇਟ ਇਸ ਵੇਲੇ ਇੰਡੀਆ 'ਚ ਕਿਹੜੀ ਹੈ? ਪਤਾ ਕਿਸੇ ਵੀਰ ਭਰਾ ਨੂੰ? ਤਾਮਿਲਨਾਡੂ। ਉਹ ਬਹੁਤ ਪੜ੍ਹੇ ਲਿਖੇ ਬੰਦੇ ਆ, ਬਹੁਤ ਇੰਟੈਲੀਜੈਂਟ ਬੰਦੇ ਆ, ਪਰ ਉੱਥੇ ਸ਼ਰਾਬ ਨਹੀਂ ਪੀਂਦਾ ਕੋਈ ਵੀ। ਉਹ ਸ਼ਰਾਬ ਦੇ ਲਾਗੇ ਨਹੀਂ ਜਾਂਦੇ। ਤੇ ਸਾਡੇ ਇੱਥੇ ਵਿਆਹ ਹੋਵੇ, ਸ਼ਾਦੀ ਹੋਵੇ, ਜਵਾਕ ਸਕੂਲੇ ਜਾਂਦਾ ਹੋਵੇ, ਹੱਥ 'ਚ ਕਿਤਾਬਾਂ ਹੁੰਦੀਆਂ ਨੇ, ਫੋਨ, ਹੈੱਡਫੋਨ ਇੱਥੇ ਲਾਏ ਹੁੰਦੇ ਨੇ, ਤੇ ਉਹਨੂੰ ਕਾਲਜ ਤੱਕ ਉਹ ਹੈੱਡਫੋਨ ਵਾਲੇ ਦੱਸਦੇ ਜਾਂਦੇ ਨੇ ਵੀ ਪੜ੍ਹਨ ਨਹੀਂ ਕੰਮ ਆਉਂਦਾ ਹੁੰਦਾ ਕਿਸੇ ਦੇ। ਕਾਲਜਾਂ 'ਚ ਪੜ੍ਹਨ ਨਹੀਂ ਜਾਈਦਾ। ਤੇ ਹੁਣ ਜਿਹੜਾ 1.5 ਘੰਟਾ ਦਿਮਾਗ 'ਚ ਪਾ ਕੇ ਇਹ ਗਿਆ ਵੀ ਪੜ੍ਹਾਈ ਦਾ ਮਤਲਬ ਹੀ ਕੋਈ ਨਹੀਂ ਬਣਦਾ, ਉਹ ਕਲਾਸ ਟੀਚਰ ਦੇ ਸਾਹਮਣੇ ਜਾ ਕੇ ਪੜ੍ਹ ਕੀ ਲਊਗਾ? ਤੁਸੀਂ ਅੰਦਾਜ਼ਾ ਲਾਓ ਨਾ ਵੀ ਉਹ ਪੜ੍ਹੇਗਾ ਕੀ? ਨਹੀਂ ਪੜ੍ਹ ਸਕਣਗੇ ਉਹ। ਇਸ ਲਈ ਸਾਨੂੰ ਇਹ ਸਾਰੀਆਂ ਚੀਜ਼ਾਂ ਨੂੰ ਬੜੀ ਗੰਭੀਰਤਾ ਨਾਲ ਸੋਚਣਾ ਚਾਹੀਦਾ। ਮੈਂ ਬੇਨਤੀ ਤੁਹਾਨੂੰ ਇਹ ਕਰ ਰਿਹਾ ਸੀ ਵੀ ਅਸੀਂ ਉੱਚ ਤਾਂ ਸੱਚੀ ਮੁੱਚੀ ਬਹੁਤ ਉੱਚੇ ਉੱਡ ਰਹੇ ਹਾਂ, ਪਰ ਜਾ ਕਿੱਧਰ ਨੂੰ ਰਹੇ ਹਾਂ ਇਹ ਸਾਨੂੰ ਪਤਾ ਨਹੀਂ। ਇਸੇ ਕਰਕੇ ਸਾਡੀਆਂ ਜਨਰੇਸ਼ਨਾਂ, ਸਾਡੀਆਂ ਪੀੜ੍ਹੀਆਂ, ਸਾਡੇ ਆਉਣ ਵਾਲੇ ਬੱਚੇ ਸਿੱਖੀ ਤੋਂ ਬਾਗੀ ਹੋ ਰਹੇ ਨੇ। ਸਾਡੀ ਆਉਣ ਵਾਲੀ ਪੀੜ੍ਹੀ ਸਿੱਖੀ ਦੇ ਲਾਗੇ ਹੋਣ ਲਈ ਰਾਜ਼ੀ ਨਹੀਂ ਹੈ। ਸਾਡੇ ਆਉਣ ਵਾਲੇ ਬੱਚੇ ਕਹਿੰਦੇ ਨੇ ਸਾਨੂੰ ਨਹੀਂ ਚੰਗੀਆਂ ਲੱਗਦੀਆਂ ਗੱਲਾਂ ਇਹ। ਕਿਉਂ ਨਹੀਂ ਲੱਗਦੀਆਂ? ਕਿਉਂਕਿ ਅਸੀਂ ਸਹੀ ਗੱਲਾਂ ਉਹਨਾਂ ਤੱਕ ਪਹੁੰਚਾ ਨਹੀਂ ਸਕੇ, ਸਹੀ ਗੱਲਾਂ ਉਹਨਾਂ ਨੂੰ ਦੱਸ ਨਹੀਂ ਸਕੇ। ਅਸੀਂ ਦੋਹਰੀ ਨੀਤੀ ਅਪਣਾਈ ਜਾਂਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਨ ਲਈ ਰਾਜ਼ੀ ਨਹੀਂ ਹੁੰਦੇ ਅਸੀਂ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਤਾਂ ਪਾਉਣ ਵਾਸਤੇ ਅਸੀਂ ਰਾਜ਼ੀ ਨਹੀਂ ਹੁੰਦੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਆਪਾਂ ਸਾਂਝਾ ਕਰ ਰਹੇ ਸੀ, ਘਰ ਜਾਸਨ ਵਾਟ ਵਟਾਇਆ। ਘਰ ਨੂੰ ਜਾਣਾ ਤੇ ਬਦਲ ਕੇ ਜਾਣਾ। ਸੋਚਿਓ ਅੱਜ ਤੋਂ ਬਾਅਦ, ਸਾਰੇ ਵੀਰ ਭਰਾ ਇਸ ਗੱਲ ਤੇ ਗੌਰ ਕਰਿਓ। ਛੱਡ ਦਿਓ ਸਾਰਾ ਕੁਝ, ਆਪਸ 'ਚ ਵੈਰ ਰੱਖਣੇ, ਕੋਈ ਕਿਸੇ ਦਾ ਖਾਂਦਾ ਨਹੀਂ ਇੱਥੇ, ਆਪਣਾ ਆਪਣਾ ਖਾਂਦੇ ਆ। ਪਰ ਪਤਾ ਨਹੀਂ ਸਾਡੇ ਕਾਹਦੇ ਸਾੜੇ ਨੇ, ਇੱਕ ਦੂਜੇ ਨੂੰ ਕਵਾ ਕੇ ਰਾਜ਼ੀ ਨਹੀਂ, ਮੂੰਹ ਪਤਾ ਨਹੀਂ ਕਾਹਦੇ ਤੋਂ ਫਲਾ ਛੱਡਦੇ ਆ, ਇੱਕ ਦੂਜੇ ਨਾਲ ਪਤਾ ਨਹੀਂ ਕਿਉਂ ਜ਼ਹਿਰ ਕੱਢੀ ਜਾਂਦੇ ਆ। ਜਦੋਂ ਕਿਸੇ ਦੇ ਲਾਗੇ ਖਲੋਨੇ ਆ, ਕਿਸੇ ਦਾ ਚੰਗਾ ਨਹੀਂ ਕਹਿੰਦੇ, ਮੰਦਾ ਇੰਨਾ ਸਾਡੇ ਕੋਲ ਪਿਆ ਹੈ ਨਾ ਵੀ ਅਸੀਂ ਜੇ ਕਿਸੇ ਲਾਗੇ ਖਲੋਈਏ ਤੇ ਕਿਸੇ ਦੂਜੇ ਬਾਰੇ ਅੱਧਾ ਘੰਟਾ, 2 ਘੰਟੇ ਜ਼ਹਿਰ ਭਰ ਸਕਦੇ ਹਾਂ ਉਹਦੇ ਦਿਮਾਗ ਵਿੱਚ ਵੀ ਫਲਾਨਾ ਬੰਦਾ ਇੱਦਾਂ ਦਾ। ਜੇ ਚੰਗਾ ਨਹੀਂ ਕਹਿ ਸਕਦੇ, ਚੁੱਪ ਹੀ ਰਹਿ ਲਿਆ ਕਰੋ। ਜ਼ਰੂਰੀ ਥੋੜ੍ਹੀ ਬੋਲਣਾ ਹੀ ਹੁੰਦਾ, ਛੱਡ ਦਿਓ। ਜੇ ਕਹਿ ਸਕਦੇ ਹੋ ਤੇ ਚੰਗਾ ਕਹੀਏ। ਇਸ ਲਈ ਆਪਣੇ ਸਿਲੇਬਸ ਨੂੰ ਸਮਝਣਾ ਪੈਣਾ ਹੈ, ਤੇ ਸਿਲੇਬਸ ਜਿਹੜਾ ਹੈ ਉਹਦੇ ਵਾਲੇ ਬੰਨੇ ਧਿਆਨ ਨਹੀਂ ਹੈ। ਅਸੀਂ ਅਖੰਡ ਪਾਠ ਰੱਖਦੇ ਸਾਂ, ਭੋਗ ਪਾਉਂਦੇ ਸਾਂ, ਘਰਾਂ ਨੂੰ ਚਲੇ ਜਾਂਦੇ ਸਾਂ। ਅੱਜ ਹੌਲੀ ਹੌਲੀ ਵਿਚਾਰ ਵਾਲੇ ਬੰਨੇ ਸਮਾਜ ਵਧਿਆ, ਔਰ ਫਿਰ ਵੀ ਕੋਸ਼ਿਸ਼ ਕਰੋ ਅਸੀਂ ਹੋਰ ਵਿਚਾਰੀਏ। ਜਪਜੀ ਸਾਹਿਬ ਧਿਆਨ ਨਾਲ ਘਰਾਂ 'ਚ ਬਹਿ ਕੇ ਕਦੀ ਬੈਠ ਜਿਆ ਕਰੋ ਟੱਬਰ ਦੇ ਸਾਰੇ ਜੀ। ਸਵੇਰੇ ਅੱਧਾ ਘੰਟਾ 10 ਮਿੰਟ ਸਾਰੇ ਟੱਬਰ 'ਚ ਬੈਠਿਆ ਕਰੋ, ਪੁੱਛਿਆ ਕਰੋ ਦਾਦੀ ਨੂੰ ਵੀ ਬੇਬੇ ਆ ਕੀ ਲਿਖੇ, ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਦਾਦੀ ਪੁੱਛੇ ਪੋਤਰੇ ਨੂੰ ਆ ਕੀ ਲਿਖੇ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਜੇ ਘਰ 'ਚ ਸਿਆਣਾ ਦਾਨਾ ਬੰਦਾ, ਬਜ਼ੁਰਗ ਬਾਪੂ ਦਾਦਾ ਜਿਹਦੇ ਕੋਲ ਸਮਝੋ, ਬਹਿ ਕੇ ਸਾਰਿਆਂ 'ਚ ਕਰੇ ਗੱਲ ਵੀ ਆ ਕੀ ਲਿਖਿਆ ਮਹਾਰਾਜ ਸੱਚੇ, ਇਹਦੇ ਕੀ ਅਰਥ ਬਣਦੇ ਨੇ।
तो शायद सानू समझ लगन लग जाएगी, असी जानन लग जाएंगे। जे नहीं भी पता होएगा फिर असी एक दूजे तो पुछांगे तो सही, चर्चा छिड़ेगा तो छिड़ेगी तो सही साडे घर में, पर असी तो चर्चा ही छेड़न लई राजी नहीं हाँ। असी कहने भाइयों का काम है। नहीं गुरु के प्यारिओ, घर जासन वाट वटाया, आओ बदलीए अपने आप, वाट वटाइए, राह बदलीए। वाट का अर्थ हुंदा राह, ते राह ये नहीं भी घर नूं जेड़े राह असी आए हुण जांदे आ, इस राह घर नहीं जाना, दूजे राह जाना। एक साडे मन दे घर दा राह है, एक राह जिहड़ा चलाकियां सिखाउंदा, एक राह जिहड़ा चलाकियां तो रहत जिंदगी बनाउंदा। बड़े प्यारे शब्द महाराज ने बाणी च वरते ने, आवन जान रहे हो, आउणा जाना मुक गया। हुण जिहड़ा आउण जाण वाला सिलसिला इन्हें खत्म हो गया। तपत कड़ाहा बुझ गया, तपदा कड़ाया बुझ गया। गुर शीतल नाम दियो, गुरु ने शीतल नाम दे दिता, मैनूं ठंडा नाम दे दिता। फूटो आंडा भरम का, भरम दा आंडा जिहड़ा मेरे अंदर बनिया होया सी भी मैं ही सियाणा। मने भैया प्रकाश, मेरे मन में प्रकाश हो गया। काटी बेरी पगां ते, मेरे पैरों में बेड़ियां पईयां होईयां सन जिहड़ियां मैनूं चंगे बन्ने तुरन ही नहीं सी दिंदियां। माड़े बन्ने बंदा भज भज के जांदा, चंगे बन्ने नहीं तुरना चाहुंदा। काटी बेरी पगां ते गुर कीनी बंद खलास, मेरे गुरु ने बंद खलासी करती मेरी जिंदगी दी। मैं तुहानूं कह रहा सी, पंजाब दे चंगे चंगे यूनीवर्सिटियां दे अंदर वाइस चांसलर उन्होंने वो लाते जिहड़े गुरु ग्रंथ साहब दे विरोधी ने। क्योंकि जे गुरु ग्रंथ साहब पातशाह जी की गल दुनिया च चलेगी तो दुनिया का हर बंदा इनू सिजदा करेगा, वो भावें किसी भी धर्म नाल संबंध रखता होवे। ते फिर इनू दुनिया तक कौन खड़ सकता है? जिहड़े इनू कहंदे ने साडा गुरु है, आपां ही खड़ांगे ना, होर ते किसी ने खड़ना नहीं। ते अगलियां ने साडे ते ये पाबंदियां लातियां भी तुसीं बाणी दे अर्थ नहीं कर सकते, बाणी नहीं समझ सकते। क्योंकि जे बाणी पढ़दियां गलती हो गई तो पाप लगना है। पाप दे डरों असीं बाणी पढ़नी छड्डती। ते हालात साडे ये ने, अज साडे बच्चे बाणी पढ़नों हट गए ते बुराइयां दे राह ते पै गए। साडे बच्चियां दे रोल मॉडल करतार सराभे होनी नहीं बने, हरी सिंह नलूआ नहीं साडे बच्चियां दा रोल मॉडल बनया। साडे बच्चियां दा रोल मॉडल निधान सिंह पंज हत्था नहीं बनया, आलम सिंह नचना नहीं बनया। सानू नहीं पता ये कौन बंदे ने, किन्हां दे नाम लई जाने असीं। साडे बच्चियां नूं पुछो किसी फिल्मी एक्टर बारे, साडे बच्चियां नूं पुछो किसी हीर रांझा हरी सिंह नलूए तो पहला होया है कि बाद च होया? मैनूं दस सकदा कोई बंदा तुहाडे च भला? पहला होया। पर साडे बच्चे हीर रांझे नूं ज़्यादा जानते हैं कि हरी सिंह नलूए नूं ज़्यादा जानते हैं? बोलो। हीर रांझे नूं जानते हैं, हरी सिंह नलूए नूं कित्थे जानते? हालांकि ये गुरु साहब दे सिखां तो पहला होए ने। ਇਹਦਾ मतलब है जिन्हां दी कोशिश ये सी भी इन्हां दे दिमाग चों हरी सिंह नलूआ कढ़ना है तो इन्हां दे दिमाग च हीर रांझे पाउणे ने। उन्होंने मेहनत की अगलियां ने, तो उन्होंने तुहाडे घर तक आण के तुहाडे दिमाग च बिठाते ने भी हीर रांझा कौन सी, मिर्जा कौन सी, साहिबा कौन सी, सस्सी कौन सी, पुन्नू कौन सी। पर उन्होंने तुहाडे दिमाग चों कढ़ता है माता गुजर कौर जी कौन सी, छोटे साहिबजादे की सन, नीहां विच कौन चिणिया गया सी, जमूरां नाल मास किहदा नोचिया गया सी, पुट्ठे टांके खल्लां किन्हां दियां लाईआं गईआं सी, ये साडे दिमाग चों कढ़ते। जंड थल्ले वड्ढिया जाण वाला चेते है, जंड थल्ले शहीद होने वाला चेते क्यों नहीं है? क्योंकि जंड थल्ले वड्ढे जाण वाले दे नाल समाज करप्ट हुंदा है, ते करप्ट समाज ते अन्ने लोग अगवाई कर सकते हैं। ते जंड थल्ले साड़िया जाण वाला शहीद होने वाले नाल समाज सवरदा है, ते सवरे समाज दे लोग अन्ने आगू नहीं बन सकते। इस करके जिहड़ा समाज दे विच अन्ना आगू है ना, उहदी एक कोशिश रहिंदी है भी प्रजा अन्नी ही रहनी चाहिए है। गुरु मेहर करे असीं सुजाखे आगू दे लागे बैठे हैं। साडा आगू गुरु साहब ने, जिन्हां दा असीं पहला प्रकाश पुरब मना रहे हैं, ते उस सुजाखे आगू ने साडियां अखां खोलियां ने। असीं हुण उस दलदल विच नहीं पैंदे, उस बुराई विच नहीं फसदे जिस बुराई चों कढ के मेरे बाबे ने सानू इस सच्चे समुंदर नाल, सच्चे सागर नाल जोड़िया। आओ गुरु के प्यारिओ, इस सागर का हिस्सा आपां भी सारे बणीए। कोशिश करो रल मिल के आपां बाबे की बाणी, गुरु नानक साहब पातशाह जी का सिद्धांत सारे विचारीए। किसी भी वीर भरा दे मन विच कोई सवाल होवे, तुसी कोई गल पुछनी होवे, कोई सवाल करना होवे, अजे इत्थे ही हाँ कुछ समा आपां तुसी सवाल कर सकते हो, खुल के सवाल कर सकते हो। असी कोशिश की है, नाल असी साहित्य भी लैके आए हैं, किताबां भी लैके आए हैं। बाहर वीरां ने किताबां का स्टाल लाया,
ਆਪਣੇ ਘਰਾਂ ਨੂੰ ਲਾਇਬ੍ਰੇਰੀਆਂ ਬਣਾਉਣ ਦੀ ਆਦਤ ਪਾਓ। ਟੇਬਲ ਤੇ ਪਈ ਈਸਾਈ ਭਰਾ ਪਤਾ ਪ੍ਰਚਾਰ ਕਿਵੇਂ ਕਰਦੇ ਨੇ? ਉਹ ਲਿਟਰੇਚਰ ਬਹੁਤ ਵੰਡਦੇ ਨੇ। ਸਾਡੀ ਕਈ ਵਾਰ ਗੱਲਬਾਤ ਹੋ ਜਾਂਦੀ ਹੈ ਤੇ ਅਸੀਂ ਇੱਕ ਵਾਰ ਲੁਧਿਆਣੇ ਇੱਕ ਈਸਾਈ ਵੀਰ ਨੂੰ ਕਿਹਾ ਵੀ ਤੁਸੀਂ ਸਿੱਖਾਂ ਦੇ ਘਰ ਲਿਟਰੇਚਰ ਕਿਉਂ ਦੇ ਆਉਂਦੇ ਹੋ? ਸਿੱਖ ਥੋੜ੍ਹੀ ਤੁਹਾਡਾ ਲਿਟਰੇਚਰ ਪੜ੍ਹਦੇ ਨੇ। ਕਹਿੰਦੇ ਅੱਜ ਵਾਲੇ ਨਹੀਂ ਪੜ੍ਹਦੇ, ਕਿਤੇ ਤੀਜੀ ਚੌਥੀ ਪੀੜ੍ਹੀ ਤੇ ਪੜ੍ਹੂਗੀ ਨਾ। ਇਸ ਕਰਕੇ ਜੇ ਅੱਜ ਕਿਸੇ ਦੇ ਘਰ ਪਿਆ ਹੋਊਗਾ ਤੇ ਤੀਜੀ ਚੌਥੀ ਪੀੜ੍ਹੀ ਤੱਕ ਅਗਲੇ ਇਹ ਤੇ ਕਹਿਣਗੇ ਸਾਡੇ ਘਰ ਕਿਤਾਬ ਪਈ, ਇਹਦਾ ਮਤਲਬ ਕੋਈ ਪੜ੍ਹਦਾ ਹੋਣਾ। ਆਪਣੇ ਘਰਾਂ 'ਚ ਸਾਹਿਤ ਰੱਖਣ ਦੀ ਆਦਤ ਪਾਓ। ਬਾਹਰ ਸਾਹਿਤ ਦਾ ਸਟਾਲ ਲੱਗਾ, ਸਹਿਜ ਪਾਠ ਦੀਆਂ ਅਸੀਂ ਸੈਂਚੀਆਂ ਵੀ ਲੈ ਕੇ ਆਏ ਹਾਂ, ਜਿਨ੍ਹਾਂ ਦੀ ਕੋਈ ਭੇਟਾ ਨਹੀਂ ਹੈ। ਸਹਿਜ ਪਾਠ ਦੀਆਂ ਸੈਂਚੀਆਂ ਦੀ ਕੋਈ ਭੇਟਾ ਨਹੀਂ ਹੈ, ਫ੍ਰੀ ਹੈ ਉਹ। ਸਿਰਫ ਤੁਸੀਂ ਆਪਣਾ ਪ੍ਰੂਫ ਦੇਣਾ ਤੇ ਸਹਿਜ ਪਾਠ ਦੀਆਂ ਸੈਂਚੀਆਂ ਤੁਸੀਂ ਆਪਣੇ ਘਰ ਖੜ ਸਕਦੇ ਹੋ। ਪਰਿਵਾਰ ਵਿੱਚ ਬਹਿ ਕੇ ਇੱਕ ਸ਼ਬਦ, ਦੋ ਸ਼ਬਦ, ਜਿੰਨੇ ਸ਼ਬਦ ਪੜ੍ਹ ਸਕਦੇ ਹੋ, ਇੱਕ ਅੰਕ ਗੁਰੂ ਗ੍ਰੰਥ ਸਾਹਿਬ ਜੀ ਦਾ, ਕਿਤੇ 10 ਮਿੰਟ ਗੁਰੂ ਸਾਹਿਬ ਨੂੰ ਦਿਓ ਤਾਂ ਸਹੀ। ਘਰ 'ਚ ਬਹਿ ਕੇ ਪੜ੍ਹੋ, ਘਰਾਂ ਵਿੱਚ ਸਹਿਜ ਪਾਠ ਆਰੰਭ ਕਰ ਲਓ। ਇੱਥੇ ਆਰੰਭ ਕਰ ਲਓ ਭਾਈ ਸਾਹਿਬ ਜੀ ਹੋਣਾ ਕੋਲ, ਘਰ ਬਹਿ ਕੇ ਆਰਾਮ ਨਾਲ ਕਰੋ। ਜਦੋਂ ਸਹਿਜ ਪਾਠ ਕੰਪਲੀਟ ਹੋ ਜਾਏ ਗੁਰਦੁਆਰੇ ਆਣ ਕੇ ਸਮਾਪਤੀ ਕਰ ਲਓ, ਫਿਰ ਰੱਖ ਲਓ। ਸਾਲ 'ਚ ਹੋ ਜਾਏ, 2 ਸਾਲਾਂ 'ਚ ਹੋ ਜਾਏ, 3 ਸਾਲਾਂ 'ਚ ਹੋ ਜਾਏ ਸਹਿਜ ਪਾਠ, ਕੀ ਜ਼ਰੂਰੀ ਹੈ? ਐਡੀ ਭੱਜ ਨੱਠ ਕੀ ਹੈ ਸਾਨੂੰ? ਘੱਟੋ ਘੱਟ ਸਾਨੂੰ ਪਤਾ ਤਾਂ ਲੱਗੇ ਵੀ ਗੁਰੂ ਸਾਹਿਬ ਜੀ ਦੀ ਬਾਣੀ ਜਿਹਦੇ ਲੜ ਮਹਾਰਾਜ ਸਾਨੂੰ ਲਾ ਕੇ ਗਏ ਨੇ ਉਹਦੇ 'ਚ ਲਿਖਿਆ ਕੀ ਹੈ। ਉਹ ਵੀ ਬਾਹਰ ਤੁਹਾਨੂੰ ਮਿਲ ਜਾਣਗੀਆਂ। ਕਿਤਾਬਾਂ ਰੱਖਣ ਦੀ ਆਦਤ, ਹਰ ਸਿੱਖ ਦੇ ਘਰ ਵਿੱਚ ਸਿੱਖ ਸਾਹਿਤ ਨਾਲ ਸੰਬੰਧਿਤ ਕਿਤਾਬ ਪਈ ਹੋਣੀ ਚਾਹੀਦੀ ਹੈ। ਸਾਡੇ ਘਰਾਂ ਦੇ ਜਿਹੜੇ ਡਰਾਇੰਗ ਰੂਮ ਨੇ ਨਾ, ਉਹਨਾਂ ਨੂੰ ਧਿਆਨ ਨਾਲ ਵੇਖਿਓ ਅਸੀਂ ਬਣਾਇਆ ਕੀ ਪਿਆ ਉੱਥੇ। ਸਾਡੇ ਡਰਾਇੰਗ ਰੂਮ ਦੇ ਵਿੱਚ ਭਾਈ ਤਾਰੂ ਸਿੰਘ ਦੀ ਤਸਵੀਰ ਚਾਹੀਦੀ ਸੀ। ਸਾਡੇ ਡਰਾਇੰਗ ਰੂਮ ਦੇ ਵਿੱਚ ਭਾਈ ਮਨੀ ਸਿੰਘ ਦੀ ਤਸਵੀਰ ਚਾਹੀਦੀ ਸੀ। ਤੇ ਜੇ ਭਾਈ ਮਨੀ ਸਿੰਘ ਤੇ ਤਾਰੂ ਸਿੰਘ ਦੀ ਤਸਵੀਰ ਦੇ ਲਾਗੇ ਕੋਈ ਬਹਿ ਕੇ ਸ਼ਰਾਬ ਦੀ ਬੋਤਲ ਖੋਲਦਾ ਤੇ ਰੂਹ ਕੰਬਦੀ ਉਹਦੀ। ਕੋਈ ਗੱਲ ਨਹੀਂ, ਕਿਸੇ ਨੂੰ ਮਨਾ ਨਾ ਕਰੋ, ਪਰ ਘਰ ਤੇ ਆਪਣਾ ਗੁਰੂ ਵਾਲਾ ਬਣਾ ਲਈਏ ਨਾ ਆਪਾਂ। ਘੱਟੋ ਘੱਟ ਆਪਾਂ ਤਰੀਕਾ ਤਾਂ ਠੀਕ ਕਰ ਲਈਏ ਨਾ। ਆਪਣੇ ਘਰ ਉਹਨਾਂ ਮਹਾਨ ਮਰਦ ਅਗੰਬੜੇ ਯੋਧਿਆਂ ਦੀਆਂ ਤਸਵੀਰਾਂ ਲਾਉਂਦੇ। ਤੁਹਾਡੇ ਘਰ ਹਰੀ ਸਿੰਘ ਨਲੂਏ ਦੀ, ਤੁਹਾਡੇ ਘਰ ਜਰਨੈਲ ਜ਼ੋਰਾਵਰ ਸਿੰਘ ਦੀ ਤਸਵੀਰ ਲੱਗੀ ਹੁੰਦੀ। ਬੱਚੇ ਪੁੱਛਦੇ ਤੁਹਾਨੂੰ ਇਹ ਕੌਣ ਬੰਦੇ ਨੇ, ਕਿਹਨਾਂ ਦੀਆਂ ਤਸਵੀਰਾਂ ਲੱਗੀਆਂ ਨੇ ਸਾਡੇ ਘਰ ਵਿੱਚ? ਪਰ ਸਾਡੇ ਘਰ ਦੇ ਡਰਾਇੰਗ ਰੂਮ ਕੁੱਤੇ ਬਿੱਲੀਆਂ ਨੇ ਭਰੇ ਪਏ ਨੇ। ਉਹ ਅੱਜ ਕੱਲ੍ਹ ਮਿਲਦੇ ਨੇ ਬਾਜ਼ਾਰਾਂ 'ਚੋਂ, ਬੰਦਾ ਖਰੀਦ ਕੇ ਲਿਆਉਂਦਾ ਤੇ ਜਿਹੜੀ ਕੰਧ ਹੈ ਨਾ ਉਹਨਾਂ ਨਾਲ ਭਰੀ ਪਈ ਹੈ। ਤੇ ਸਾਡੀਆਂ ਆਦਤਾਂ ਵੀ ਫਿਰ ਉਹਨਾਂ ਨਾਲ ਹੀ ਰਲਦੀਆਂ ਜਾਂਦੀਆਂ ਨੇ ਹੌਲੀ ਹੌਲੀ। ਜੇ ਸਾਡੇ ਘਰ ਤਸਵੀਰਾਂ ਉਹਨਾਂ ਦੀਆਂ ਹੋਣਗੀਆਂ ਤੇ ਆਦਤਾਂ ਵੀ ਉਹਨਾਂ ਨਾਲ ਰਲਣਗੀਆਂ। ਗੁਰੂ ਮਿਹਰ ਕਰੇ ਅਸੀਂ ਬਾਣੀ ਦੇ ਆਸ਼ੇ ਮੁਤਾਬਿਕ ਜ਼ਿੰਦਗੀ ਜੀ ਸਕੀਏ। ਜ਼ਰੂਰ ਸਾਹਿਤ ਰੱਖੋ ਘਰਾਂ ਵਿੱਚ, ਸੈਂਚੀਆਂ ਰੱਖੋ ਘਰਾਂ ਵਿੱਚ। ਕੱਲ੍ਹ ਦਾ ਦੀਵਾਨ ਵੀਰ ਹੋਣੀ ਤੁਹਾਨੂੰ ਸਾਰੇ ਦੱਸ ਦੇਣਗੇ, ਤੁਸੀਂ ਉੱਥੇ ਵੀ ਸਾਰੇ ਪਹੁੰਚਣ ਦੀ ਖੇਚਲ ਕਰਿਓ। ਮੈਂ ਕੋਸ਼ਿਸ਼ ਕਰਾਂਗਾ ਕੱਲ੍ਹ ਦੇ ਦੀਵਾਨ ਵਿੱਚ ਸੰਖੇਪ ਜਪਜੀ ਸਾਹਿਬ ਦੀ ਗੱਲ ਕਰਾਂਗੇ ਆਪਾਂ। ਸਾਰਾ ਜਪਜੀ ਸਾਹਿਬ ਤਾਂ ਵਿਚਾਰਿਆ ਜਾਣਾ ਸੌਖਾ ਨਹੀਂ ਹੈ, ਪਰ ਆਪਾਂ ਸੰਖੇਪ ਜੀ ਜਪਜੀ ਸਾਹਿਬ ਦੀ ਕੱਲ੍ਹ ਦੇ ਦੀਵਾਨ ਵਿੱਚ, ਜਿਹੜਾ ਕੱਲ੍ਹ ਦੀਵਾਨ ਹੈ, ਔਰ ਆਪਾਂ ਇੱਦਾਂ ਰਲ ਮਿਲ ਕੇ ਚਰਚਾ ਹੀ ਕਰਾਂਗੇ। ਜੇ ਕਿਸੇ ਵੀਰ ਭਰਾ ਦੇ ਮਨ ਵਿੱਚ ਕੋਈ ਸ਼ੰਕਾ ਸਵਾਲ ਵੀ ਹੋਇਆ, ਉਹ ਵੀ ਤੁਸੀਂ ਕਰ ਸਕਦੇ ਹੋ। ਕੱਲ੍ਹ ਅਸੀਂ ਇਹ ਵੀ ਯਤਨ ਕਰਾਂਗੇ, ਅਖੀਰਲਾ ਹੀ ਦੀਵਾਨ ਹੈ, ਸਮਾਪਤੀ ਹੈ। ਜੇ ਕਿਸੇ ਕਈ ਵਾਰ ਸਾਨੂੰ ਬੋਲਣ ਤੋਂ ਸੰਗ ਲੱਗਦੀ ਹੁੰਦੀ ਹੈ ਵੀ ਕੀ ਹੁਣ ਸਵਾਲ ਕਰਨਾ ਹੈ, ਪਤਾ ਨਹੀਂ ਜੇ ਸਵਾਲ ਕੀਤਾ ਇਹ ਸਵਾਲ ਵਧੀਆ ਵੀ ਹੈਗਾ ਹੈ ਕਿ ਨਹੀਂ ਹੈਗਾ, ਇਹਦਾ ਜਵਾਬ ਠੀਕ ਬਣਦਾ ਹੈ ਕਿ ਨਹੀਂ ਬਣਦਾ। ਅਸੀਂ ਕੱਲ੍ਹ ਇੱਕ ਕਾਪੀ ਪੈਨ ਵੀ ਤੁਹਾਡੇ 'ਚ ਰੱਖਾਂਗੇ, ਤੁਸੀਂ ਸਵਾਲ ਲਿਖ ਵੀ ਸਕਦੇ ਹੋ। ਅਸੀਂ ਉਹ ਸਵਾਲ ਜੇ ਉਹਦਾ ਜਵਾਬ ਦੇਣ ਵਾਲਾ ਹੋਇਆ ਤਾਂ ਅਸੀਂ ਕਈ ਵਾਰ ਅਸੀਂ ਸੰਗ ਦੇ ਹੀ ਸਵਾਲ ਨਹੀਂ ਕਰਦੇ, ਲੈ ਪਿੰਡ ਵਾਲੇ ਕਹਣਗੇ ਇਹਨੂੰ ਇਹ ਵੀ ਨਹੀਂ ਪਤਾ ਅਜੇ ਤੱਕ। ਬੜੀਆਂ ਗੱਲਾਂ ਸਾਡੇ ਮਨਾਂ ਵਿੱਚ ਹੁੰਦੀਆਂ ਨੇ, ਪਰ ਅਸੀਂ ਉਹਨੂੰ ਇੱਜ਼ਤ ਦਾ, ਅਸੀਂ ਉਹਨੂੰ ਅਣਖ ਦਾ ਮਸਲਾ ਵੀ ਬਣਾ ਲੈਂਦੇ ਹਾਂ। ਗੁਰੂ ਮਿਹਰ ਕਰੇ ਸਾਨੂੰ ਇਹ ਗੱਲਾਂ ਸਮਝ ਵਿੱਚ ਆਉਣ, ਅਸੀਂ ਬਾਣੀ ਆਸ਼ੇ ਮੁਤਾਬਕ ਜ਼ਿੰਦਗੀ ਜੀ ਸਕੀਏ। ਆਪ ਸਭਨਾਂ ਦਾ ਧੰਨਵਾਦ ਹੈ, ਇੱਥੋਂ ਦੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਸ਼ੁਕਰ ਹੈ। ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਵਜ਼ੀਰ, ਗੁਰੂ ਕੇ ਵਜ਼ੀਰ, ਇਹ ਵੀ ਬੇਨਤੀ ਮੈਂ ਹਰ ਥਾਂ ਤੇ ਕਰਦਾ ਹੁੰਦਾ, ਗੁਰੂ ਕੇ ਵਜ਼ੀਰਾਂ ਨੂੰ ਗੁਰੂ ਕੇ ਵਜ਼ੀਰ ਰਹਿਣ ਦਿਓ। ਗੁਰਦੁਆਰੇ ਕੰਮ ਕਰਨ ਵਾਲੇ ਬੰਦਿਆਂ ਨੂੰ ਵਜ਼ੀਰ ਨਾ ਕਹੋ, ਤੇ ਵਜ਼ੀਰਾਂ ਤੋਂ ਕੰਮ ਵਾਲੇ ਬੰਦਿਆਂ ਨੂੰ ਤਾਂ ਤੋਰੋ ਵਜ਼ੀਰਾਂ। ਵਜ਼ੀਰ ਨੂੰ ਕਹੋ ਤੇਰੀ ਜ਼ਿੰਮੇਵਾਰੀ ਸਿਰਫ ਗੁਰੂ ਕੀ ਚਾਕਰੀ ਕਰਨ ਦੀ ਹੈ, ਪੜ੍ਹ ਜਿੰਨਾ ਪੜ੍ਹ ਸਕਦਾ। ਔਰ ਇੱਥੋਂ ਤੱਕ ਕਰੋੜਾਂ ਰੁਪਈਆਂ ਦੇ ਗੁਰਦੁਆਰੇ ਬਣਾ ਕੇ ਜਦੋਂ ਭਾਈ ਰੱਖਣਾ ਹੋਵੇ ਤੇ ਅਸੀਂ ਫ੍ਰੀ ਵਾਲਾ ਲੱਭਦੇ ਹੁੰਦੇ ਹਾਂ। ਗੁਰਦੁਆਰੇ ਤੇ ਕਰੋੜ ਰੁਪਈਆ ਲਾ ਲੈਂਦੇ ਹਾਂ ਤੇ ਭਾਈ ਅਸੀਂ ਫ੍ਰੀ ਵਾਲਾ ਲੱਭਦੇ ਹਾਂ। ਔਰ ਅਸੀਂ ਭਾਈ ਕਹਿੰਦੇ ਹਾਂ ਵੀ ਫ੍ਰੀ ਵਾਲਾ ਲੱਭ ਜਾਏ। ਔਰ ਮੈਂ ਸੱਚੀ ਗੱਲ ਕਹਿਣਾ, ਅੱਜ ਗੁਰਦੁਆਰੇ ਦੇ ਭਾਈਆਂ ਦੇ ਆਪਣੇ ਬੱਚਿਆਂ ਦੀਆਂ ਫੀਸਾਂ ਤਾਰਨੀਆਂ ਭਾਈਆਂ ਨੂੰ ਔਖੀਆਂ ਲੱਗਦੀਆਂ ਨੇ।
ਇਹੋ ਹਾਲਾਤ ਰਹੇ, ਕਿਸੇ ਨੇ ਆਪਣੇ ਜਵਾਕ ਨੂੰ ਗੁਰਦੁਆਰੇ ਦਾ ਭਾਈ ਨਹੀਂ ਬਣਾਉਣਾ। ਔਰ ਆਉਣ ਵਾਲੇ 20 ਸਾਲਾਂ ਬਾਅਦ ਤੁਹਾਡੇ ਗੁਰਦੁਆਰਿਆਂ 'ਚ ਭਾਈ ਜਿਹੜੇ ਨੇ ਨਾ ਉਹ ਬਣ ਕੇ ਆਉਣਗੇ। ਅਜੇ ਤੇ VC ਲਾਏ ਨੇ ਨਾ ਅਗਲਿਆਂ ਨੇ, ਵਾਈਸ ਚਾਂਸਲਰ ਹੀ ਲਾਏ ਨੇ, ਕਿਉਂਕਿ ਉਹਨਾਂ ਦੇ ਹੱਥ ਹੈ। ਜਿੱਦਾਂ ਦੇ ਸਾਡੇ ਹਾਲਾਤ ਨੇ, ਅਸੀਂ ਗੁਰਦੁਆਰਿਆਂ ਦੇ ਭਾਈ ਵੀ ਭਈਏ ਹੀ ਲਾਉਣੇ ਨੇ ਆਉਣ ਵਾਲੇ ਸਮੇਂ 'ਚ। ਉਹਨਾਂ ਦਾੜੀ ਕੇਸ ਰੱਖ ਲੈਣੇ ਨੇ, ਕੋਈ ਵੱਡਾ ਕੰਮ ਨਹੀਂ ਉਹਨਾਂ ਵਾਸਤੇ। ਤੇ ਮਤਾ ਸਮਝਿਓ ਉਹਨਾਂ ਨੂੰ ਸਿੱਖੀ ਨਾਲ। ਅਸੀਂ ਬਾਹਰ ਜਾਂਦੇ ਹਾਂ ਨਾ, ਬੜੇ ਬੰਦੇ ਉੱਥੇ ਕੀਰਤਨ ਕਰਨ ਵਾਲੇ ਮਿਲਦੇ ਨੇ ਜਿਹੜੇ ਉਹ ਅਸਲੀ ਪਰਿਵਾਰਾਂ ਵਿੱਚੋਂ ਨਹੀਂ ਆ, ਤੇ ਉਹ ਗੁਰਦੁਆਰੇ ਕੀਰਤਨ ਕਰਦੇ ਹੁੰਦੇ ਆ ਤੇ ਕਮਰੇ 'ਚ ਭੇਟਾ ਵੀ ਪੜ ਰਹੇ ਹੁੰਦੇ ਆ, ਕਿਉਂਕਿ ਉਹਨਾਂ ਦਾ ਸੰਬੰਧ ਨਹੀਂ ਹੈ ਗੁਰਮਤ ਨਾਲ, ਕੋਈ ਲੈਣਾ ਦੇਣਾ ਕੋਈ ਨਹੀਂ ਉਹਨਾਂ ਦਾ ਗੁਰਮਤ ਨਾਲ। ਤੇ ਸੁਚੇਤ ਹੋਈਏ, ਸਿਆਣੇ ਬਣੀਏ, ਸੰਭਲੀਏ ਇਹਨਾਂ ਸਾਰੀਆਂ ਚੀਜ਼ਾਂ ਨੂੰ। ਇੱਕ ਗੁਰਦੁਆਰੇ ਸਾਡੇ ਘਰ ਕੰਮ ਕਰਦਾ ਹੈ ਬੰਦਾ, ਉਹਦੀ 400 ਰੁਪਈਆ ਦਿਹਾੜੀ ਹੈ ਤੇ ਮਹੀਨੇ ਦਾ 12,000 ਰੁਪਈਆ ਬਣਦਾ। ਤੇ ਗੁਰਦੁਆਰੇ ਵਾਲੇ ਭਾਈ ਦੀ ਕਿੰਨੀ ਹੈ? ਹੁਣ ਮੈਨੂੰ ਕਿਸੇ ਨੇ ਕਿਹਾ ਨਹੀਂ, ਇਹ ਨਾ ਸੋਚਿਓ ਵੀ ਭਾਈ ਨੇ ਕਹਿਤਾ ਹੋਣਾ ਮੈਂ ਭਾਈ ਸਾਹਿਬ ਨੂੰ ਇੱਥੇ ਆਣ ਕੇ ਮਿਲਿਆ, ਮੈਂ ਇੱਥੇ ਹੀ ਆਣ ਕੇ ਫਤਿਹ ਬੁਲਾਈ ਹੈ, ਪਹਿਲਾਂ ਮੈਂ ਭਾਈ ਨੂੰ ਮਿਲਿਆ ਵੀ ਨਹੀਂ। ਜੇ ਦਿਹਾੜੀ ਕਰਨ ਵਾਲੇ ਬੰਦੇ ਦੀ 4,000 12,000 ਤਨਖਾਹ ਆ ਮਹੀਨੇ ਦੀ, ਜਿਹਨੇ 5 ਵਜੇ ਸ਼ਾਮ ਨੂੰ ਚਲੇ ਜਾਣਾ ਤੇ ਸਵੇਰੇ 8 ਵਜੇ ਆਉਣਾ, ਤੇ ਜਿਹਨੇ ਸਵੇਰੇ 3 ਵਜੇ ਸ਼ੁਰੂ ਹੋਣਾ ਤੇ ਰਾਤ ਦੇ 10 ਵਜੇ ਤੱਕ ਕੰਮ ਕਰਨਾ, ਉਹਦੀ ਤਨਖਾਹ ਦਾ ਹਿਸਾਬ ਜ਼ਰੂਰ ਲਾਇਓ ਤੇ ਵੇਖਿਓ ਸਹੀ ਵੀ ਅਸੀਂ ਜਾ ਕਿੱਧਰ ਨੂੰ ਰਹੇ। ਮੈਂ ਕਿਹਾ ਸੀ ਇੱਕ ਵਾਰ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਵੇਲੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਲਾਇਆ ਗਿਆ, ਤੇ ਅੱਜ ਹਰ ਬੰਦਾ ਸੋਚਦਾ ਹੈ ਗ੍ਰੰਥੀ ਬਾਬਾ ਬੁੱਢਾ ਜੀ ਵਰਗਾ ਹੋਵੇ। ਤੇ ਜੇ ਬਾਬਾ ਬੁੱਢਾ ਜੀ ਵਰਗਾ ਗ੍ਰੰਥੀ ਚਾਹੀਦਾ ਤਾਂ ਸਾਨੂੰ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਵਰਗੇ ਬਣਨਾ ਪੈਣਾ, ਫਿਰ ਗ੍ਰੰਥੀ ਬਾਬਾ ਬੁੱਢਾ ਜੀ ਵਰਗੇ ਲੱਭਣੇ ਨੇ। ਅਦਰਵਾਈਜ਼ ਇਹ ਹਾਲਾਤ ਬਦਲਣੇ ਬਹੁਤ ਸੁਖਾਲੇ ਨਹੀਂ ਹਨ, ਬਹੁਤ ਔਖਾ ਹੋਣਾ। ਗੁਰੂ ਮਿਹਰ ਕਰੇ ਅਸੀਂ ਇਹ ਗੱਲਾਂ ਬੜੇ ਧਿਆਨ, ਅਦਬ, ਸਤਿਕਾਰ ਨਾਲ ਸਮਝ ਸਕੀਏ। ਭੁੱਲਾਂ ਮੇਰੀਆਂ ਸਮਝ ਕੇ ਮਾਫ ਕਰ ਦੇਣੀਆਂ, ਸ਼ਬਦ ਗੁਰਦੇਵ ਪਾਤਸ਼ਾਹ ਜੀ ਦੇ ਸਮਝ ਕੇ ਹਿਰਦੇ 'ਚ ਵਸਾ ਲੈਣੇ। ਮਰਿਆਦਾ ਦੀ ਮੈਂ ਗੱਲ ਕੀਤੀ ਸੀ, ਕੋਸ਼ਿਸ਼ ਕਰੋ ਹਰ ਗੁਰਦੁਆਰੇ 'ਚ ਮਰਿਆਦਾ ਰੱਖੀ ਜਾਏ। ਅਕਾਲ ਤਖਤ ਦੀ ਸਿੱਖ ਰਹਿਤ ਮਰਿਆਦਾ ਹੀ ਸਾਡੇ ਹਰ ਗੁਰਦੁਆਰੇ 'ਚ ਲਾਗੂ ਹੋਣੀ ਚਾਹੀਦੀ ਹੈ। ਕਿਹੜੀ ਮਰਿਆਦਾ? ਅਕਾਲ ਤਖਤ। ਕਿਸੇ ਕਾਲਜ ਦੀ ਨਹੀਂ, ਕਿਸੇ ਸੰਸਥਾ ਦੀ ਨਹੀਂ, ਕਿਸੇ ਮਿਸ਼ਨਰੀ ਦੀ ਨਹੀਂ, ਕਿਸੇ ਟਕਸਾਲੀ ਦੀ ਨਹੀਂ, ਕਿਸੇ ਖੰਡ ਕੀਰਤਨੀ ਜਥੇ ਦੀ ਨਹੀਂ, ਕਿਸੇ ਨਾਨਕਸਰ ਵਾਲੇ ਦੀ ਨਹੀਂ। ਸਾਰੇ ਗਲਤ ਹੋ ਸਕਦੇ ਆ, ਮੰਨ ਲਿਆ। ਅਕਾਲ ਤਖਤ ਦੀ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਆਪਣੇ ਗੁਰਦੁਆਰਿਆਂ 'ਚ ਰੱਖੋ। ਇੱਕ ਇੱਕ ਚੀਜ਼ ਡਿਟੇਲ 'ਚ ਉਹਦੇ 'ਚ ਲਿਖੀ ਹੈ, ਉਹਨਾਂ ਨੂੰ ਪੜ੍ਹਿਆ ਕਰੋ। ਮੈਂ ਨਾ ਬਹਿ ਕੇ ਦੱਸ, ਉਸ ਦੇ ਨਾ ਸਾਰੇ 36 ਕੁ ਪੇਜ ਨੇ, 36-37 ਪੇਜ ਯਾਰ ਅਕਾਲ ਤਖਤ ਦੀ ਰਹਿਤ ਮਰਿਆਦਾ ਦੇ। ਇੱਕ ਵਾਰ ਸਾਰੇ ਪ੍ਰਬੰਧਕ ਰਲ ਕੇ ਬਹਿ ਕੇ ਗੁਰਦੁਆਰੇ ਉਹ ਮਰਿਆਦਾ ਪੜ੍ਹੋ। ਪ੍ਰਬੰਧਕ ਇਕੱਲੇ ਬਹਿ ਕੇ ਇੱਕ ਵਾਰ ਪੜ੍ਹੋ, ਸਵਾਦ ਕਰੋ ਉਹਦੇ ਤੇ, ਗੱਲਾਂ ਬਾਤਾਂ ਪੰਜਾਬੀ 'ਚ ਲਿਖੀ ਹੈ। ਫਿਰ ਪ੍ਰਬੰਧਕ ਵੀਰ ਬਾਕੀਆਂ 'ਚ ਬਹਿ ਕੇ ਵੀ ਡਿਸਕਸ ਕਰੋ ਉਹਦੀ, ਵੀ ਆਹ ਵੇਖੋ ਇਹਦੇ 'ਚ ਰਹਿਤ ਮਰਿਆਦਾ 'ਚ ਲਿਖਿਆ, ਅਸੀਂ ਇਹਦੇ ਹਿਸਾਬ ਨਾਲ ਚੱਲਣਾ। ਤੇ ਮੈਨੂੰ ਲੱਗਦਾ ਅਸੀਂ ਤਸਵੀਰ ਬਦਲ ਸਕਦੇ ਹਾਂ ਗੁਰੂ ਨਾਨਕ ਸਾਹਿਬ ਜੀ ਦੇ ਉਸ ਘਰਾਣੇ ਦੀ, ਜਿਹਦੇ ਲਈ ਮੇਰਾ ਬਾਪੂ ਇਸ ਗੁਰੂ ਗ੍ਰੰਥ ਸਾਹਿਬ ਨੂੰ ਤੁਹਾਡੀ ਝੋਲੀ ਪਾਉਣ ਲਈ ਤਤੀ ਤਵੀ ਤੇ ਬੈਠਾ ਹੈ। ਤੇ ਜੇ ਇਹ ਗੱਲਾਂ ਨਹੀਂ ਸਮਝ ਸਕਾਂਗੇ, ਆਉਣ ਵਾਲੇ ਹਾਲਾਤ ਬੜੇ ਖਤਰਨਾਕ ਹੋਣ ਵਾਲੇ ਨੇ। ਅਸੀਂ ਬਹੁਤ ਖਤਰਨਾਕ ਦੌਰ ਵਿੱਚ ਦੀ ਵਿਚਰਨ ਜਾ ਰਹੇ ਹਾਂ। ਪੰਜਾਬ ਬੁਰੀ ਤਰ੍ਹਾਂ ਨਾਲ ਅਗਲਿਆਂ ਨੇ ਮਲੀਆ ਮੇਟ ਕਰਤਾ ਹੈ। ਇੱਥੇ ਅਜੇ ਮਾੜਾ ਮੋਟਾ ਬਾਹਰ ਫਰਕ ਹੈ ਪੰਜਾਬ ਤੋਂ, ਪਰ ਜਿਹੜੀ ਪੰਜਾਬ ਦੀ ਹਾਲਤ ਹੈ ਨਾ, ਤੁਹਾਡੇ ਦੱਸਣਯੋਗ ਨਹੀਂ ਹੈ। ਤੁਹਾਨੂੰ ਜਵਾਨੀ ਖਾ ਲਈ ਪੰਜਾਬ ਦੀ, ਜਿਹੜੀ ਜਵਾਨੀ ਬਚੀ ਉਹ ਜਹਾਜ਼ਾਂ ਤੇ ਚਾੜਤੀ ਅਗਲਿਆਂ ਨੇ। ਪੰਜਾਬ ਵਿਹਲਾ ਕਰ ਲਿਆ। 95 ਤੱਕ ਦਾ ਦੌਰ ਜਿਨ੍ਹਾਂ ਨੇ ਵੇਖਿਆ, 30-30, 35-35 ਸਾਲ ਦੇ ਬੱਚੇ ਚੁਣ ਚੁਣ ਕੇ ਪੰਜਾਬ 'ਚੋਂ ਖਤਮ ਕਰਤੇ ਸੀ। ਤੇ ਅੱਜ ਜਿਹੜਾ ਮਾੜਾ ਮੋਟਾ ਪੰਜਾਬ 'ਚ ਸੋਚਦਾ ਸੀ, ਉਹ ਪੰਜਾਬੋਂ ਬਾਹਰ ਕੱਢਤਾ ਹੈ। ਪੰਜਾਬ ਨੂੰ ਮਾਰਨ ਵਿੱਚ ਅਗਲੇ ਕਾਮਯਾਬ ਹੋ ਰਹੇ ਨੇ ਦਿਨੋਂ ਦਿਨ। ਤੇ ਮਤਾ ਸੋਚੋ, ਜੇ ਪੰਜਾਬ ਨਾ ਰਿਹਾ ਤੇ ਬਾਕੀ ਥਾਂ ਤੇ ਅਸੀਂ ਖੁਸ਼ਹਾਲ ਰਹਿ ਸਕਾਂਗੇ। ਸਾਰਾ ਕੁਝ ਹੌਲੀ ਹੌਲੀ ਸਮਝ ਆਉਣਾ ਹੈ। ਇਸ ਲਈ ਭਾਈ ਆਓ ਇਹਨਾਂ ਸਾਰੀਆਂ ਚੀਜ਼ਾਂ ਨੂੰ ਬੜੀ ਸੰਜੀਦਗੀ ਨਾਲ ਵਾਚੀਏ। ਆਪ ਸਭਨਾਂ ਦਾ ਧੰਨਵਾਦ ਹੈ। ਭੁੱਲਾਂ ਚੁੱਕਾਂ ਮੇਰੀਆਂ ਨੇ, ਸ਼ੁਕਰਾਨਾ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਮਾਲਕ ਮਿਹਰ ਕਰੇ ਅਸੀਂ ਗੁਰੂ ਦੀ ਅਗਵਾਈ ਕਬੂਲ ਕੇ ਜ਼ਿੰਦਗੀ ਜੀ ਸਕੀਏ। ਗੁਰੂ ਸਾਹਿਬ ਜੀ ਦਾ ਜਿੰਨਾ ਸ਼ੁਕਰਾਨਾ ਹੋਵੇ ਉਹਨਾਂ ਥੋੜ੍ਹਾ ਹੈ। ਸਭਨਾਂ ਦਾ ਧੰਨਵਾਦ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।